सो आज बेसिकली ਆਪਾਂ ਜਿਹੜੀ ਗੱਲ ਕਰਾਂਗੇ ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਤਾਂ ਉਹੀ ਜੋ ਕਰ ਰਹੇ ਸੀ ਗਰਾਊਂਡਿੰਗ ਆਫ ਕੰਡਕਟਰਸ ਬਾਰੇ ਗੱਲ ਕਰ ਰਹੇ ਸੀ ਨਾ ਉਹ ਕਰਦੇ ਹਾਂ। ਇੱਕ ਮਿੰਟ ਇਹ ਨਾ ਹਾਂਜੀ ਗਰਾਊਂਡਿੰਗ ਆਫ ਕੰਡਕਟਰਸ ਕਿ ਹੁਣ ਕੰਡਕਟਰ ਆਪਾਂ ਇੱਕ ਤਾਂ ਸਫੇਰਿਕਲ ਕੰਡਕਟਰਸ ਵੀ ਦੇਖਾਂਗੇ ਤੇ ਮੈਟਲ ਪਲੇਟਸ ਵੀ ਦੇਖਾਂਗੇ ਤੇ ਆਪਾਂ ਇਨ ਜਨਰਲ ਵੀ ਗੱਲ ਕਰਾਂਗੇ ਵੀ ਕੀ ਹੁੰਦਾ ਹੈ ਗਰਾਊਂਡਿੰਗ ਆਫ ਕੰਡਕਟਰਸ ਨਾਲ। ਥੋੜੀ ਬਹੁਤੀ ਗੱਲ ਆਪਾਂ ਸ਼ੁਰੂ ਕਰਤੀ ਸੀ ਪਿਛਲੀ ਵਾਰੀ ਇੱਕ ਦੋ ਕੇਸ ਡਿਸਕਸ ਕੀਤੇ ਸੀ ਆਪਾਂ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਸੈਲਫ એનર્ਜੀ ਜਿਹੜੀ ਹੁੰਦੀ ਹੈ ਉਹ ਕੀ ਹੁੰਦੀ ਹੈ ਸੈਲਫ એનર્ਜੀ ਆਫ ਚਾਰਜਡ ਸ਼ੈਲ। ਪਹਿਲਾਂ ਸਮਝਾਂਗੇ ਹੁੰਦਾ ਕੀ ਹੈ ਤੇ ਬਹੁਤ ਸਿੰਪਲ ਕਨਸੈਪਟ ਹੈ ਬਸ ਪਹਿਲਾਂ ਤੁਸੀਂ ਜੋ ਕੁਝ ਸਿੱਖਿਆ ਉਹਨੂੰ ਹੀ ਥੋੜਾ ਬਹੁਤਾ ਐਕਸਟੈਂਡ ਕਰਾਂਗੇ ਆਪਾਂ। फिर आप आज ही डिस्कस करांगे पोटेंशियल एनर्जी ऑफ अ डाइपोल। ठीक है PE कैपिटल लिखिए पोटेंशियल एनर्जी ऑफ अ डाइपोल प्लेस्ड इन यूनिफॉर्म इलेक्ट्रिक फील्ड। फिर आप थोड़ा बहुत ना एंड च इलैक्ट्रोस्टैटिक शील्डिंग बारे दोबारा थोड़ी जी गल कर लांगे इलैक्ट्रोस्टैटिक शील्डिंग बारे। ठीक है हालांकि ये टॉपिक थोड़ा पुराना है इस तो इलैक्ट्रिक पोटेंशियल तो पहला का टॉपिक है उस बारे गल करांगे। इन्हां चीज़ों बारे गल करते हैं आप थोड़ा बहुत देखते हैं काम किवें करते हैं इदां दे केसिस दे विच आपां। ठीक है बहुत चंगी तरह सीखियो इनू। सो मैं नैक्सट चलो इसे पेज ते मैं शुरू कर दिंदा या नैक्सट पेज ते शुरू कर दिंदा। तुसीं जो लास्ट टाइम कर रहे सी देखो की कर रहे सी लास्ट टाइम तुसीं जो कीता तुसीं ये कर रहे सी कि जदों आपां ਕਿਸੇ ਵੀ ਕੰਡਕਟਰ ਨੂੰ ਗਰਾਊਂਡ ਕਰ ਦਿੰਦੇ ਆ ਜਿਵੇਂ ਸਭ ਤੋਂ ਪਹਿਲਾਂ ਤਾਂ ਕੱਲ ਇਹੀ ਆਪਾਂ ਗਰਾਊਂਡਿੰਗ ਆਫ ਕੰਡਕਟਰ ਕਿ ਮੰਨ ਲਓ ਆ ਇੱਕ ਚਾਰਜ ਸ਼ੈਲ ਹੈ ਤੇ ਮੰਨ ਲਓ ਇਹਦੇ ਉੱਪਰ Q ਪੋਜ਼ਿਟਿਵ ਚਾਰਜ ਹੈਗਾ ਆ। ਠੀਕ ਹੈ ਜੇ Q ਪੋਜ਼ਿਟਿਵ ਚਾਰਜ ਹੈਗਾ ਆ ਤਾਂ ਪੱਕੀ ਗੱਲ ਹੈ ਇਹਦਾ ਰੇਡੀਅਸ R ਹੈ ਤਾਂ ਤੁਹਾਨੂੰ ਪਤਾ ਕਿ ਇਸ ਦਾ ਪੋਟੈਂਸ਼ੀਅਲ ਕਿੰਨਾ ਹੋਏਗਾ KQ/R ਹੋਏਗਾ ਸਰਫੇਸ ਤੇ ਵੀ ਤੇ ਅੰਦਰ ਵੀ ਹੈ ਨਾ। ਆਪਾਂ ਇਹ ਗੱਲ ਕਰੀਏ ਆਪਾਂ ਜੇ ਇੱਥੇ ਇੱਕ ਸਵਿਚ ਲਾ ਲਈਏ ਤੇ ਇਹਨੂੰ ਗਰਾਊਂਡ ਕਰੀਏ ਇੱਥੋਂ ਜਿਵੇਂ ਤੁਸੀਂ ਸਵਿਚ ਨੂੰ ਕਲੋਜ਼ ਕਰਦੇ ਹੋ ਕੀ ਹੋਏਗਾ ਦੱਸੋ ਯਾਦ ਹੋਣਾ ਸਭ ਨੂੰ पोटेंशियल 0 हो जाएगा। हाँ जो स्विच ਨੂੰ ਕਲੋਜ਼ ਕਰਦੇ ਹੋ ਤਾਂ ਬੇਸਿਕਲੀ ਜਿਹੜਾ ਗਰਾਊਂਡ ਹੈ ਗਰਾਊਂਡ ਦਾ ਪੋਟੈਂਸ਼ੀਅਲ ਕੀ ਲੈ ਕੇ ਚੱਲਦੇ ਆਪਾਂ ਹਮੇਸ਼ਾ 0 ਤਾਂ ਬੇਸਿਕਲੀ ਉਹਨੂੰ 0 ਹੋਣਾ ਹੈ ਉਹਨੇ ਯਾਨੀ ਕਿ ਹੁਣ ਜੇ ਇਹਨੂੰ ਅਟੈਚ ਕਰਦਾ ਤਾਂ ਇਸ ਦਾ ਪੋਟੈਂਸ਼ੀਅਲ 0 ਹੋਏਗਾ। ਹੁਣ ਇਹਦਾ ਪੋਟੈਂਸ਼ੀਅਲ 0 ਹੋ ਕਿਵੇਂ ਸਕਦਾ ਸੋਚ ਕੇ ਦੇਖੋ ਇਹਦਾ ਪੋਟੈਂਸ਼ੀਅਲ क्योंकि ये आइसोलेटेड याद रखियो ये आइसोलेटेड कंडक्टर है ये बड़ी इंपॉर्टेंट गल है कि ये आस-पास कुछ पिया नहीं होना चाहिए जिहदा कोई चार्ज होवे जिहदे पर जिहदे करके कोई इलैक्ट्रिक फील्ड पैदा हो रहा होवे। ये आइसोलेटेड कंडक्टर है यानी जे कोई कंडक्टर आइसोलेटेड है तो उहनूं तुसीं ग्राउंड करोगे तो ओहदा पोटेंशियल की बन जाएगा 0। इत्थे इहदा पोटेंशियल 0 होने दे लई की जरूरी है इत्थे की हो जाना जिहदा Q 0 यानी ਇਹਦੇ ਉੱਪਰ ਚਾਰਜ ਰਹੇਗਾ ਜਿੰਨਾ ਵੀ ਚਾਰਜ ਇਹਦੇ ਉੱਪਰ ਸੀਗਾ ਸਵਿਚ ਕਰਨ ਤੋਂ ਸਵਿਚ ਨੂੰ ਔਨ ਕਲੋਜ਼ ਕਰਨ ਤੋਂ ਪਹਿਲਾਂ ਉਹ ਸਾਰਾ ਚਾਰਜ ਨੀਚੇ ਫਲੋ ਕਰ ਗਿਆ ਤੇ ਇਹਦਾ ਪੋਟੈਂਸ਼ੀਅਲ ਹੁਣ ਕਿੰਨਾ ਹੋ ਗਿਆ 0 ਯਾਨੀ ਕਿ ਇਹਦਾ ਪੋਟੈਂਸ਼ੀਅਲ ਵੀ 0 ਹੋ ਗਿਆ ਇਹਦੇ ਉੱਪਰ ਚਾਰਜ ਵੀ 0 ਹੋ ਗਿਆ। ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਜਿਹੜੀ ਜ਼ਰੂਰੀ ਹੈ ਜਿਹੜੀ ਆਪਾਂ ਮੁੱਖ ਸਮਝਦੇ ਆ ਉਹ ਹੈਗੀ ਪੋਟੈਂਸ਼ੀਅਲ ਦਾ 0 ਹੋਣਾ ਕਿ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਕਿਸੇ ਵੀ ਕੰਡਕਟਰ ਨੂੰ ਜੇ ਗਰਾਊਂਡ ਨਾਲ ਅਟੈਚ ਕਰ ਦਿੰਦੇ ਹੋ ਜਾਂ ਫਿਰ ਗਰਾਊਂਡਿੰਗ ਕਰ ਦਿੰਦੇ ਹੋ ਜਾਂ ਅਰਥਿੰਗ ਕਰ ਦਿੰਦੇ ਹੋ ਤਾਂ ਉਹਦਾ ਪੋਟੈਂਸ਼ੀਅਲ 0 ਹੋਏਗਾ। ਉਹ ਆਪਣਾ ਪੋਟੈਂਸ਼ੀਅਲ 0 ਕਰਨ ਦੇ ਲਈ ਕੀ ਕਰ ਸਕਦਾ ਹੈ ਹੁਣ ਡਿਪੈਂਡ ਕਰਦਾ ਕਿ ਉਹ ਆਈਸੋਲੇਟਿਡ ਹੈ ਕਿ ਨਹੀਂ। ਹੁਣ ਜੇ ਆਈਸੋਲੇਟਿਡ ਹੈ ਤਾਂ ਉਹ ਸਾਰਾ ਚਾਰਜ ਨੀਚੇ ਫਲੋ ਕਰੇਗਾ। ਅੱਛਾ ਇਹੀ ਗੱਲ ਲਾਗੂ ਹੁੰਦੀ ਹੈ ਜੇ ਮੰਨ ਲਓ ਕੋਈ ਫੇਰਮੀ ਸ਼ੈਲ ਹੈ ਹੁਣ ਇਹਦੇ ਉੱਪਰ ਨੈਗੇਟਿਵ ਚਾਰਜ ਹੈ ਮੰਨ ਲਓ ਨੈਗੇਟਿਵ ਚਾਰਜ -Q ਦਿੱਤਾ ਹੈ ਰੇਡੀਅਸ ਇਹਦਾ ਵੀ ਆ ਰਹੀ ਹੈ ਤਾਂ ਇਹਦੇ ਪਰ ਨੈਗੇਟਿਵ ਚਾਰਜ ਇਹਦੇ ਪਰ ਹੈਗਾ ਤਾਂ ਇਹਦਾ ਪੋਟੈਂਸ਼ੀਅਲ ਜਿਹੜਾ ਹੈ ਉਹਦਾ ਪੋਟੈਂਸ਼ੀਅਲ ਕੀ ਹੋਏਗਾ -KQ/R ਤੇ ਇਹਦੀ ਵੀ ਆਪਾਂ ਇੱਥੇ ਸਵਿਚ ਲਾ ਦਿੰਦੇ ਆ ਜੇ ਆਪਾਂ ਸਵਿਚ ਨੂੰ ਕਲੋਜ਼ ਕਰਾਂਗੇ ਤਾਂ ਇਹਦੇ ਨਾਲ ਵੀ ਬਿਲਕੁਲ ਉਹੀ ਹੋਣ ਜਾ ਰਿਹਾ ਕਿ ਇਹਦਾ ਸਾਰਾ ਚਾਰਜ ਫਲੋ ਕਰ ਜਾਏਗਾ ਅਰਥ ਦੇ ਵਿੱਚ ਆਈਸੋਲੇਟਿਡ ਹੈ ਵੀ ਤੇ ਇਹਦਾ ਵੀ ਪੋਟੈਂਸ਼ੀਅਲ ਕੀ ਬਣ ਜਾਏਗਾ 0। ਇਹ ਦੋ ਗੱਲਾਂ ਸਭ ਨੂੰ ਸਮਝ ਲੱਗ ਗਈਆਂ ਦੱਸੋ यस सर ਅਰਥਿੰਗ ਕਰਨੀ ਹੈ ਤਾਂ ਮਤਲਬ ਉਹਦਾ ਚਾਰਜ 0 ਹੋਣਾ ਹੈ। ਹੁਣ ਮੈਂ ਥੋੜੀ ਜਿਹੀ ਚੀਜ਼ ਇਹ ਚ ਐਡ ਕਰ ਦਵਾਂ
ਪਿਛਲੀ ਵਾਰੀ ਆਪਾਂ ਇੱਥੇ ਆਹੀ ਲਾਸਟ ਡਿਸਕਸ ਕਰ ਰਹੇ ਸੀ ਔਰ ਥੋੜਾ ਜਿਹਾ ਕਾਲੀ ਹੋ ਗਈ ਸੀ, ਤਾਂ ਇਸ ਲਈ ਮੈਨੂੰ ਹੈਗਾ ਦੁਬਾਰਾ ਆਪਾਂ ਇੱਥੋਂ ਗੱਲ ਕਰ ਲਈਏ। ਹੁਣ ਮੰਨ ਲਓ ਅਗਰ ਕੰਡਕਟਰ ਇਜ਼ ਨਾਟ ਆਈਸੋਲੇਟਿਡ, ਜਦੋਂ ਕੰਡਕਟਰ ਆਈਸੋਲੇਟਿਡ ਨਾ ਹੋਵੇ ਤਾਂ ਇਹਦਾ ਮਤਲਬ ਹੈ ਕਿ ਕੰਡਕਟਰ ਦੇ ਆਲੇ ਦੁਆਲੇ ਕੁਝ ਨਾ ਕੁਝ ਇਦਾਂ ਦਾ ਪਿਆ ਹੋਇਆ ਜਿਹੜਾ ਕੋਈ ਚਾਰਜ ਪਿਆ ਹੈ ਜਿਹੜਾ ਇਲੈਕਟ੍ਰਿਕ ਫੀਲਡ ਪੈਦਾ ਕਰ ਰਿਹਾ, ਜਾਂ ਕੰਡਕਟਰ ਨੂੰ ਜਿੱਥੇ ਤੁਸੀਂ ਰੱਖਿਆ ਉਸ ਰੀਜਨ 'ਚ ਇਲੈਕਟ੍ਰਿਕ ਫੀਲਡ ਹੈਗਾ, ਬਾਹਰਲਾ ਕੋਈ ਐਕਸਟਰਨਲ ਇਲੈਕਟ੍ਰਿਕ ਫੀਲਡ ਹੈਗਾ। ਇਹਦੀ ਐਗਜ਼ਾਮਪਲ ਸਮਝਣ ਲਈ ਆਪਾਂ ਕੀ ਕੀਤਾ, ਆਪਾਂ ਮੰਨ ਲੈਂਦੇ ਹਾਂ ਕਿ ਮੰਨ ਲਓ ਇਹ ਕੰਡਕਟਰ ਹੈ, ਸ਼ੈਲ ਹੈ, ਕੰਡਕਟਿੰਗ ਸ਼ੈਲ, ਠੀਕ ਹੈ, ਤੇ ਇਹਦੇ ਉੱਪਰ ਮੰਨ ਲਓ ਆਪਾਂ ਚਾਰਜ ਦਿੱਤਾ Q1 ਤੇ ਰੇਡੀਅਸ ਹੈਗਾ ਮੰਨ ਲਓ R। ਇਹ ਨਵੇਂ ਸਿਰੇ ਤੋਂ ਲਿਖ ਲਿਓ, ਪਿਛਲੇ ਨੋਟਸ ਵਿੱਚ ਇਹਨੂੰ ਇੰਪਰੂਵ ਕਰ ਲਿਓ ਦੁਬਾਰਾ ਚਾਹੇ। ਤੇ ਮੰਨ ਲਓ ਆਪਾਂ ਇਹਦੇ ਕੋਲ ਇੱਥੇ ਚਾਰਜ ਰੱਖਿਆ ਆ Q, ਇਹਦੇ ਨਾਲ ਹੀ ਪੁਆਇੰਟ ਚਾਰਜ Q ਰੱਖਿਆ ਆ, ਜਿਹਦੀ ਦੂਰੀ ਇਹਦੇ ਸੈਂਟਰ ਤੋਂ ਮੰਨ ਲਓ ਸਮਾਲ r ਗਿਵਨ ਹੈ, ਸਮਾਲ r ਗਿਵਨ। ਹੁਣ ਆ ਜਿਹੜਾ ਕੇਸ ਹੈ, ਇਹ ਕੇਸ ਪਹਿਲੀ ਗੱਲ ਤਾਂ ਦੱਸੋ ਤੁਸੀਂ, ਇਹ ਇੱਥੇ ਜਿਹੜਾ Q1 ਚਾਰਜ ਹੋਏਗਾ ਕਿ ਇਹ ਯੂਨੀਫਾਰਮਲੀ ਡਿਸਟ੍ਰੀਬਿਊਟਡ ਹੋਏਗਾ ਚਾਰੇ ਪਾਸੇ? ਸਰ No, sir. ਨਹੀਂ ਹੋਏਗਾ, ਕਿਉਂਕਿ ਆ Q ਜਿਹੜਾ ਹੈ ਇਹ ਪੋਜ਼ਿਟਿਵ ਚਾਰਜ ਨੂੰ ਰਿਪੈਲ ਕਰੇਗਾ, ਤਾਂ ਪੋਜ਼ਿਟਿਵ ਚਾਰਜ ਜਿਹੜਾ ਇਧਰਲੇ ਪਾਸੇ ਨੂੰ ਜ਼ਿਆਦਾ ਇਕੱਠਾ ਹੋ ਜਾਏਗਾ ਨਾ, ਠੀਕ ਹੈ। Yes, sir. ਮੈਂ ਮੰਨ ਕੇ ਚੱਲਦੇ ਹਾਂ, ਇਹ ਵੀ ਹੋ ਸਕਦਾ ਕਿ ਇੱਧਰ ਪੋਜ਼ਿਟਿਵ ਚਾਰਜ ਕਾਫੀ ਜ਼ਿਆਦਾ ਇਕੱਠਾ ਹੋਏਗਾ Q1 ਤੇ ਪਲੱਸ ਥੋੜਾ ਹੋਰ ਥੋੜੀ ਹੋ ਸਕਦਾ ਕਿ Q ਬਹੁਤ ਸਟਰੋਂਗ ਹੋਇਆ ਅਗਰ, ਕਿਉਂਕਿ ਦੇਖੋ Q ਤੇ ਡਿਪੈਂਡ ਕਰਦਾ ਹੈ ਕਿ Q ਨੇ ਇੱਥੇ ਜੇ Q ਬਹੁਤ ਜ਼ਿਆਦਾ ਸਟਰੋਂਗ ਹੈ, ਆ ਸਮਾਲ Q ਬਹੁਤ ਸਟਰੋਂਗ ਹੋਇਆ ਤਾਂ ਇਹ ਬਹੁਤ ਸਾਰੇ ਇਲੈਕਟ੍ਰੋਨ ਇੱਧਰ ਖਿੱਚ ਲੇਗਾ, ਇਹਦੇ ਥੋੜਾ ਜਿਹਾ ਨੈਗੇਟਿਵ ਚਾਰਜ ਇੱਧਰ ਆ ਜਾਏਗਾ ਪਰ ਇੱਧਰ ਜ਼ਿਆਦਾ ਪੋਜ਼ਿਟਿਵ ਰਹੇਗਾ, ਕਿਉਂਕਿ Q1 ਪੋਜ਼ਿਟਿਵ ਪਹਿਲਾਂ ਹੀ ਦਿੱਤਾ ਹੋਇਆ ਸੀ ਨਾ। ਸਮਝ ਲੱਗ ਰਹੀ ਮੇਰੀ ਗੱਲ? Yes, sir. तो ये डिपेंड करता है इस Q ਦੇ ਉੱਪਰ। ਹੁਣ ਸਾਨੂੰ ਇਹਦੇ ਬਾਰੇ ਪਤਾ ਨਹੀਂ ਕਿੰਨੇ ਨੇੜੇ ਆ ਕਿੰਨੀ ਦੂਰ ਆ, ਮੈਂ ਫਿਲਹਾਲ ਆਈ ਸ਼ੁਰੂ ਕਰ ਦਿੰਦਾ ਕਿ ਮੰਨ ਲਓ ਜਿਹੜਾ Q ਚਾਰਜ Q1 ਚਾਰਜ ਤਾਂ ਪੋਜ਼ਿਟਿਵ ਹੋਇਆ ਫੈਲਿਆ ਹੋਇਆ ਪਰ ਇਧਰਲੇ ਪਾਸੇ ਆ, ਕਿਉਂਕਿ ਉਹ Q ਨੇ ਉਹਨੂੰ ਰਿਪੈਲ ਕਰਕੇ ਇੱਧਰ ਕਰਤਾ। ਇਹ ਆਮ ਗੱਲ ਨਹੀਂ, ਜੇ ਆਮ ਕਰਕੇ ਮੈਂ ਇਹਨੂੰ ਆਈਸੋਲੇਟਡ ਰੱਖਦਾ ਸਾਰਾ ਚਾਰਜ ਬਿਲਕੁਲ ਯੂਨੀਫਾਰਮਲੀ ਡਿਸਟ੍ਰੀਬਿਊਟ ਹੋਣਾ ਸੀ। ਹੁਣ ਹੋ ਕੀ ਰਿਹਾ, ਇਹਨੂੰ ਮੈਂ ਮੰਨ ਲਓ ਫੇਰ ਇਸ ਤਰ੍ਹਾਂ ਕੋਈ ਸਵਿਚ ਲਾਇਆ, ਹੁਣ ਮੈਂ ਸਵਿਚ ਨੂੰ ਜੇ ਕਲੋਜ਼ ਕਰੂੰਗਾ ਤਾਂ ਹੁਣ ਕੀ ਹੋਏਗਾ, ਦੇਖੋ ਪਹਿਲੀ ਗੱਲ ਤਾਂ ਗਰਾਊਂਡ ਦਾ ਪੋਟੈਂਸ਼ੀਅਲ ਤੁਹਾਨੂੰ ਪਤਾ 0। ਅੱਛਾ ਇਹਦਾ ਪੋਟੈਂਸ਼ੀਅਲ ਜਿਹੜਾ ਆ ਹੁਣ, Yes, sir. ਇਹਦਾ ਪੋਟੈਂਸ਼ੀਅਲ ਦੇਖੋ ਕੀ ਹੋਏਗਾ, ਇੱਥੇ ਪੋਟੈਂਸ਼ੀਅਲ ਜੇ ਦੇਖੋ ਇਹਦੇ ਸਰਫੇਸ ਤੇ ਪੋਟੈਂਸ਼ੀਅਲ ਤੁਹਾਨੂੰ ਪਤਾ ਕੀ ਹੋਏਗਾ, ਅਲੱਗ ਹੋਏਗਾ ਨਾ, KQ1/R ਹੋਏਗਾ ਕਿ ਨਹੀਂ? Yes, sir. ਪਹਿਲੀ ਗੱਲ ਇਹਦੇ ਸੈਂਟਰ ਤੇ ਜਿਹੜਾ ਪੋਟੈਂਸ਼ੀਅਲ ਹੋਏਗਾ, ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਕਿ ਚਾਹੇ ਚਾਰਜ ਡਿਸਟ੍ਰੀਬਿਊਟਡ ਯੂਨੀਫਾਰਮਲੀ ਹੋਵੇ ਤੇ ਚਾਹੇ ਨਾ ਹੋਵੇ, ਇਹ ਗੱਲ ਫਰਕ ਨਹੀਂ ਪੈਂਦੀ ਨਾ ਇੱਥੇ, ਕਿਉਂਕਿ ਸਾਰਾ ਚਾਰਜ R ਡਿਸਟੈਂਸ ਤੇ ਤਾਂ ਹੁੰਦਾ ਆ, ਠੀਕ ਹੈ। ਤੇ ਕੰਡਕਟਰ ਦੇ ਅੰਦਰ ਇਲੈਕਟ੍ਰਿਕ ਫੀਲਡ ਆਪਾਂ ਕੀ ਮੰਨ ਕੇ ਚੱਲਦੇ ਆ, ਕਿ ਹੁੰਦਾ ਹੈ 0, ਹਨਾ? ਯੈਸ ਸਰ। ਹੁਣ ਜੇ ਇਹਦੀ ਗਰਾਊਂਡਿੰਗ ਕਰਾਂਗੇ ਤਾਂ ਬੇਸਿਕਲੀ ਗਰਾਊਂਡਿੰਗ ਕਰਨ ਤੇ ਕੀ ਹੋਏਗਾ ਆਪਾਂ ਦੇਖਦੇ ਹਾਂ। ਜੇ ਆਪਾਂ ਇਹਦੀ ਗਰਾਊਂਡਿੰਗ ਕਰਤੀ ਤਾਂ ਇਹਦਾ ਪੋਟੈਂਸ਼ੀਅਲ 0 ਹੈ, ਤਾਂ ਇਸ ਸਫੀਅਰ ਦੇ ਹਰ ਪੁਆਇੰਟ ਤੇ ਪੋਟੈਂਸ਼ੀਅਲ ਕਿੰਨਾ ਹੋਣਾ ਚਾਹੀਦਾ ਹੈ? 0 ਹੋਣਾ ਚਾਹੀਦਾ ਨਾ। ਆਪਾਂ ਇਹਦੇ ਸੈਂਟਰ ਤੇ ਹੀ ਕੈਲਕੂਲੇਟ ਕਰਦੇ ਆ, ਇਹ ਸੌਖਾ ਹੋ ਜਾਏਗਾ, ਕਿਉਂਕਿ ਜੇ ਕਿਸੇ ਹੋਰ ਪੁਆਇੰਟ ਤੇ ਵੀ ਕਰੋਗੇ ਤਾਂ ਤੁਹਾਨੂੰ ਕੈਲਕੂਲੇਟ ਕਰਨਾ ਪਏਗਾ, ਪਰ ਤੁਹਾਨੂੰ ਪਤਾ ਨਹੀਂ ਹੈਗਾ ਕਿ ਕਿਸੇ ਹੋਰ ਪੁਆਇੰਟ ਤੇ ਜਿਹੜਾ ਪੋਟੈਂਸ਼ੀਅਲ ਹੈ ਇਹਦੇ ਕਰਕੇ ਤੁਸੀਂ ਫਾਰਮੂਲਾ ਉਹ ਲਗਾ ਪਾਓਗੇ ਕਿ ਨਹੀਂ, ਕਿਉਂਕਿ ਇਸ ਜਗ੍ਹਾ ਤੇ ਫਾਰਮੂਲਾ ਨਹੀਂ ਲੱਗੇਗਾ KQ1/R, ਪਤਾ ਹੈ ਨਾ, ਨਹੀਂ ਲੱਗੇਗਾ। ਹਨਾ, ਸੈਂਟਰ ਤੇ 0 ਹੋਏਗਾ, ਸੈਂਟਰ ਤੇ KQ1/R ਹੋਏਗਾ, ਪੱਕੀ ਗੱਲ ਹੈ, ਪਰ ਇਸ ਜਗ੍ਹਾ ਤੇ ਅਲੱਗ-ਅਲੱਗ ਬਾਕੀ ਪੁਆਇੰਟ ਤੇ ਜ਼ਰੂਰੀ ਨਹੀਂ ਹੈਗਾ ਫਿਰ, ਕਿਉਂਕਿ ਯੂਨੀਫਾਰਮਲੀ ਡਿਸਟ੍ਰੀਬਿਊਟਡ ਨਹੀਂ ਹੈ। ਹੁਣ ਇੱਥੇ ਕੀ ਹੈ, ਇੱਥੇ ਆ ਸੈਂਟਰ ਹੈਗਾ ਮੰਨ ਲਓ ਉਹ ਪੁਆਇੰਟ ਕਹਿ ਦੋ ਇਹਨੂੰ, ਆ ਮੰਨ ਲਓ ਫਿਰ ਉਹੀ Q ਪਿਆ ਹੈ ਜਿਹੜਾ ਆਪਣਾ, ਆ ਡਿਸਟੈਂਸ ਹੈਗਾ ਮੰਨ ਲਓ R। ਮੈਂ ਇਹ ਕਹਿ ਰਿਹਾ ਕਿ ਜੇ V 0 ਹੋ ਗਿਆ ਤਾਂ ਇਸ ਆਣਾ ਪੈਣਾ, ਤਾਂ ਇੱਥੇ ਜਿਹੜਾ ਨੈਗੇਟਿਵ ਚਾਰਜ ਹੈਗਾ ਉਹ ਜ਼ਰੂਰੀ ਨਹੀਂ ਹੈਗਾ ਕਿ ਇਸ Q1 ਦੇ ਬਰਾਬਰ ਹੀ ਹੋਵੇ, ਬਸ ਨੈਗੇਟਿਵ ਚਾਰਜ ਆਏਗਾ ਤੇ ਨੈਗੇਟਿਵ ਚਾਰਜ ਫਿਰ ਇਧਰਲੇ ਪਾਸੇ ਆਏਗਾ ਨਾ। ਤੇ ਉਹ ਕਿੰਨਾ ਆਏਗਾ ਮੈਨੂੰ ਨਹੀਂ ਪਤਾ, ਮੰਨ ਲੈਂਦੇ Q ਆਏਗਾ, ਕਿਉਂਕਿ Q1 ਮੈਂ ਪਹਿਲਾਂ ਮੰਨ ਚੁੱਕਿਆ, ਇੱਥੇ Q ਮੰਨ ਲੈਂਦੇ ਆ। ਤਾਂ ਜੇ Q ਆਏਗਾ ਤਾਂ ਇਹਦੇ ਕਰਕੇ ਜਿਹੜਾ ਪੋਟੈਂਸ਼ੀਅਲ ਆਏਗਾ ਇੱਥੇ ਉਹ ਆਏਗਾ K into -Q divided by R, where R is the radius। ਤੇ ਆ ਚੀਜ਼ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ? 0। ਸੋ ਇਹਦਾ ਮਤਲਬ ਜੇ ਮੈਂ ਇੱਥੋਂ Q ਕੈਲਕੂਲੇਟ ਕਰਨਾ ਚਾਹਾਂ ਕਰ ਵੀ ਸਕਦਾ ਵਾਂ ਕਿ ਜਿਹੜਾ Q ਹੋਏਗਾ ਉਹ ਕਿਹਦੇ ਬਰਾਬਰ ਆਏਗਾ, ਦੇਖੋ ਕਿਹਦੇ ਬਰਾਬਰ ਆਏਗਾ ਕੈਲਕੂਲੇਟ ਕਰਕੇ, K ਨਾ K ਕੱਟਿਆ ਜਾਏਗਾ, ਉਹ ਉਧਰ ਚਲ ਜਾਏਗਾ, Q ਆ ਜਾਏਗਾ QR/R, ਇਹ ਆਏਗਾ ਨਾ। तो ਸਾਨੂੰ ਬਸ ਇਹ ਪਤਾ ਲੱਗਿਆ ਮੈਗਨੀਟਿਊਡ ਪਤਾ ਲੱਗਾ ਇੰਨਾ ਨੈਗੇਟਿਵ ਚਾਰਜ ਇਸ ਦੇ ਉੱਪਰ ਆਏਗਾ, ਤੇ ਇਹਦਾ ਪਰਪਸ ਕੀ ਹੈ ਵੀ ਇਹਨੇ ਉਹਨੂੰ ਪੋਟੈਂਸ਼ੀਅਲ ਨੂੰ 0 ਕਰਨਾ ਸੀ। ਹੁਣ ਗੱਲ ਇਹ ਹੈ ਕਿ ਮੈਂ ਇਹ ਸਮਝਾ ਰਿਹਾ ਤੁਹਾਨੂੰ, ਜਿਵੇਂ ਇੱਥੇ ਸੀਗਾ ਕਿ ਜਿਵੇਂ ਹੀ ਤੁਸੀਂ ਉਹਨੂੰ
ਅਟੈਚ ਕੀਤਾ ਪੋਟੈਂਸ਼ੀਅਲ ਜ਼ੀਰੋ ਹੋਇਆ ਤੇ ਚਾਰਜ ਵੀ ਜ਼ੀਰੋ ਹੋ ਗਿਆ ਕਿਉਂਕਿ ਕੰਡਕਟਰ ਕੀ ਸੀਗੇ ਆਈਸੋਲੇਟ। ਪਰ ਜੇ ਆਈਸੋਲੇਟ ਨਹੀਂ ਹੈਗੇ ਫਿਰ ਜ਼ਰੂਰੀ ਨਹੀਂ ਹੈਗਾ ਕਿ ਉਹਦੇ ਉੱਪਰ ਚਾਰਜ ਵੀ ਜ਼ੀਰੋ ਹੋਵੇ। ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਤੁਸੀਂ ਗਰਾਊਂਡਿੰਗ ਕੀਤੀ ਕਿਸੇ ਵੀ ਕੰਡਕਟਰ ਦੀ then it implies that potential is zero, है ना? But charge on conductor may or may not be zero, है ना? Yes, sir. मतलब ਅਸੀਂ ਤਾਂ ਪੋਟੈਂਸ਼ੀਅਲ ਨੂੰ ਜ਼ੀਰੋ ਕਰਨਾ ਹੈ, ਇਹ ਗੱਲ ਮੁੱਖ ਹੈਗੀ ਆ। ਬਾਕੀ ਸਾਨੂੰ ਨਹੀਂ ਪਤਾ ਹੈਗਾ ਕਿ ਉਹਦੇ 'ਚ ਕੀ ਹੋਣ ਵਾਲਾ ਆ, ਕੀ ਹੋਣ ਜਾ ਰਿਹਾ। ਠੀਕ ਹੈ, ਹੁਣ ਜੇ ਮੈਨੂੰ ਇੱਥੇ ਕੋਈ ਪੁੱਛੇ, ਤੁਸੀਂ ਸੋਚ ਕੇ ਦੱਸਿਓ ਸਾਰਿਆਂ ਨੇ ਵੀ ਚਾਰਜ ਕਿੰਨਾ ਫਲੋ ਕਰ ਗਿਆ ਟੂ ਗਰਾਊਂਡ। ਗਰਾਊਂਡ ਦੇ ਵਿੱਚ ਚਾਰਜ ਕਿੰਨਾ ਫਲੋ ਕਰਕੇ ਗਿਆ ਵਾ। ਦੇਖੋ ਜਿਵੇਂ ਪਹਿਲਾਂ ਇੱਥੇ ਚਾਰਜ ਸੀਗਾ Q1 ਪੋਜ਼ਿਟਿਵ, ਹੁਣ ਹੈਗਾ ਨੈਗੇਟਿਵ, ਤਾਂ ਚਾਰਜ ਕਿੰਨਾ ਫਲੋ ਕਰ ਗਿਆ ਹੋਣਾ। ਦੇਖੋ Q1 plus Q। ਹਾਂ ਬਿਲਕੁਲ ਐਗਜ਼ੈਕਟਲੀ ਠੀਕ ਹੈ। ਜੇ Q1 ਜਾਂ ਫਿਰ ਆਪਾਂ ਕਹੇ ਕਿ ਵੀ ਜਿੰਨਾ ਆਪਾਂ ਪਹਿਲਾਂ ਸੀਗਾ, ਪਹਿਲਾਂ ਆਬਵੀਅਸਲੀ ਜ਼ਿਆਦਾ ਸੀਗਾ, ਬਾਕੀ ਫਲੋ ਕਰ ਗਿਆ। ਜ਼ਿਆਦਾ ਵਿੱਚੋਂ ਘਟਾ ਦਿਓ ਜਿੰਨਾ ਹੁਣ ਹੈਗਾ, ਹੁਣ ਇੰਨਾ ਹੈਗਾ, ਤਾਂ ਬੇਸਿਕਲੀ ਉਹ Q1 plus Q ਆ। ਜਾਂ ਸਮਝ ਲਓ ਤੁਸੀਂ ਆਪ ਸਮਝਦੇ ਹੋ ਕਿ ਨੈਗੇਟਿਵ ਹੋਣ ਦੇ ਲਈ ਹੋਰ ਜ਼ਿਆਦਾ ਪਲੱਸ Q ਚਾਰਜ ਅੰਦਰ ਗਿਆ ਹੋਣਾ ਨੀਚੇ, ਤੇ Q1 ਤਾਂ ਪੂਰਾ ਗਿਆ ਹੀ ਹੋਣਾ। ਸੋ ਇਹ ਬੇਸਿਕਲੀ ਆਪਣੀ ਅਰਥ ਵਿੱਚ Q1 plus Q ਚਾਰਜ ਗਿਆ। ਇਹ ਜਸਟ ਸੋਚਣ ਦਾ ਤਰੀਕਾ ਦੇਖੋ ਕਿ ਇਸ ਤਰ੍ਹਾਂ ਆਪਾਂ ਸੋਚਦੇ ਹਾਂ ਜਦੋਂ ਆਪਾਂ ਗਰਾਊਂਡਿੰਗ ਕਰਦੇ ਹਾਂ। ਸਮਝ ਲੱਗ ਗਈ ਸਾਰਿਆਂ ਨੂੰ ਗੱਲ? Yes, sir. तो इस तरह ਆਪਾਂ ਕੁਝ ਹੋਰ ਵੀ ਚੀਜ਼ਾਂ ਸੋਚ ਸਕਦੇ ਹਾਂ। ਜਿਵੇਂ ਕਿ ਇੱਕ ਕੁਐਸਚਨ ਦੇਖੋ, ਸਾਰਿਆਂ ਨੇ ਲਿਖ ਵੀ ਲਓ। ਪਹਿਲਾਂ ਇੱਕ ਡਾਇਗਰਾਮ ਬਣਾ ਲਓ ਇਸ ਤਰ੍ਹਾਂ, ਤੇ ਆ ਮੰਨ ਲਓ ਪੁਆਇੰਟ P ਹੈਗਾ ਕੋਈ ਵੀ ਉਹਦੇ ਅੰਦਰ, ਆ ਉਹ ਹੈਗਾ, ਇਹਦੇ ਉੱਪਰ ਚਾਰਜ ਮੰਨ ਲਓ Q ਹੈਗਾ, ਇਹਦਾ ਰੇਡੀਅਸ ਮੰਨ ਲਓ R ਹੈ ਸ਼ੈਲ ਦਾ, ਇਹਦੇ ਬਾਹਰ ਕੋਈ ਪੁਆਇੰਟ ਹੈਗਾ Q, ਤੇ Q ਦਾ ਜਿਹੜਾ ਡਿਸਟੈਂਸ ਹੈਗਾ ਆ ਸੈਂਟਰ ਤੋਂ ਉਹ ਹੈਗਾ ਵਾ R, ਤੇ Q ਦਾ ਜਿਹੜਾ ਡਿਸਟੈਂਸ ਹੈਗਾ P ਪੁਆਇੰਟ ਤੋਂ, ਕਿਉਂਕਿ ਉਹ ਡਿਸਟੈਂਸ ਕੁਝ ਹੋਰ ਹੈਗਾ, ਉਹ ਹੈਗਾ ਮੰਨ ਲਓ R1। ਠੀਕ ਹੈ, ਸੋ ਹੁਣ ਉਹ ਕਹਿ ਰਹੇ ਨੇ that a conducting sphere is having charge Q, is having charge Q and its radius is R। ठीक है, अगर आप दस भी रहे हैं, दिखा भी रहे हैं डायग्राम भी। a point charge Q देखो हुण आइसोलेटेड नहीं ना रह गया। a point charge small q is placed at a distance R as shown। हुण बाकी सारी गल तुम दिख रही है, R1 भी दिख रहा। फाइंड, ਹੁਣ ਬੜੀ ਇੰਪੋਰਟੈਂਟ ਗੱਲ ਹੈ, ਸਮਝਿਆ ਕਰੋ ਕਿ ਕੁਐਸਚਨ ਚ ਕੀ ਪੁੱਛ ਰਿਹਾ। ਦੇਖੋ ਫਾਈਂਡ ਪੋਟੈਂਸ਼ੀਅਲ ਐਟ P ਕਹਿ ਰਹੇ ਨੇ ਉਹ। ਠੀਕ ਹੈ, ਇਹਦੇ ਵਿੱਚ ਕੋਈ ਅਰਥਿੰਗ ਨਹੀਂ ਕੀਤੀ ਹਾਲੇ ਆਪਾਂ, ਜਸਟ ਵੈਸੇ ਗੱਲ ਹੈ। ਡਿਊ ਟੂ ਚਾਰਜ ਆਫ ਸਫੀਅਰ। ਹੁਣ ਇਸ ਗੱਲ ਨੂੰ ਸਮਝੋ ਕਿ ਇਸ ਤਰ੍ਹਾਂ ਦੇ ਕੁਐਸਚਨਸ ਨੂੰ ਆਪਾਂ ਕਿਵੇਂ ਕਰਦੇ ਹਾਂ। ਹੁਣ ਪਹਿਲੀ ਗੱਲ ਦੇਖੋ, ਜੇ ਤੁਹਾਡਾ ਜਿਹੜਾ Q ਚਾਰਜ ਹੈ, ਆਹ ਵਾਲਾ Q ਚਾਰਜ ਜਿਹੜਾ ਇਹ ਕੈਪੀਟਲ Q ਹੈ, ਜੇ ਪੂਰੀ ਤਰ੍ਹਾਂ ਯੂਨੀਫਾਰਮਲੀ ਡਿਸਟ੍ਰੀਬਿਊਟਡ ਹੁੰਦਾ ਹੈ ਨਾ, ਆਹ ਵਾਲਾ Q, ਜੇ ਮੰਨ ਲਓ ਇਹ ਇਕੱਲਾ ਕੰਡਕਟਰ ਪਿਆ ਹੁੰਦਾ ਇਸ ਤਰ੍ਹਾਂ, ਤੇ ਇਹਦੇ ਪਰ Q ਚਾਰਜ ਹੁੰਦਾ, ਇਹ ਆਈਸੋਲੇਟਡ ਹੁੰਦਾ, ਤਾਂ ਉਹ ਪੋਜ਼ਿਟਿਵ ਚਾਰਜ ਜਿਹੜਾ ਹੈ ਉਹ ਪੂਰੀ ਤਰ੍ਹਾਂ ਯੂਨੀਫਾਰਮਲੀ ਡਿਸਟ੍ਰੀਬਿਊਟਡ ਹੁੰਦਾ ਹੈ ਨਾ, Q R ਰੇਡੀਅਸ ਦਾ। ਤਾਂ ਇਹਦੇ ਸੈਂਟਰ ਤੇ ਪੋਟੈਂਸ਼ੀਅਲ ਕਿੰਨਾ ਹੋਣਾ ਸੀ ਮੈਨੂੰ ਦੱਸੋ ਪਹਿਲਾਂ। KQ by R। ਇਹਦੇ ਸੈਂਟਰ, ਇਹ ਸਰਫੇਸ ਤੇ ਕਿੰਨਾ ਹੋਣਾ ਸੀ, KQ by R। ਕਿਸੇ ਵੀ ਪੁਆਇੰਟ ਤੇ ਕਿੰਨਾ ਹੋਣਾ ਸੀ, KQ by R। ਸਭ ਜਗ੍ਹਾ KQ by R ਹੋਣਾ ਸੀ। ਆਪਾਂ ਚੰਗੀ ਤਰ੍ਹਾਂ ਕੀਤਾ ਸ਼ੈਲ ਦੇ ਕਰਕੇ ਪੋਟੈਂਸ਼ੀਅਲ ਨੂੰ ਚੰਗੀ ਤਰ੍ਹਾਂ ਸਮਝਿਆ ਉਸ ਚੀਜ਼ ਨੂੰ, ਕਿਉਂਕਿ ਆਪਾਂ ਜਦੋਂ ਇਹ ਗੱਲ ਕਰਦੇ ਹਾਂ, ਜਦੋਂ ਚਾਰਜ ਯੂਨੀਫਾਰਮਲੀ ਡਿਸਟ੍ਰੀਬਿਊਟਡ ਹੁੰਦਾ ਆ, ਤਾਂ ਉਹਦੇ ਜਿਹੜਾ ਸੈਂਟਰ ਤੇ ਪੋਟੈਂਸ਼ੀਅਲ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ, ਯੂਨੀਫਾਰਮ ਹੋਵੇ ਭਾਵੇਂ ਨਾ ਹੋਵੇ, ਹੈ ਨਾ। ਪਰ ਜੇ ਤੁਹਾਡਾ ਪੁਆਇੰਟ ਕੋਈ ਹੋਰ ਹੋਵੇ, ਮਤਲਬ ਅੱਛਾ, ਜੇ ਪਹਿਲੀ ਗੱਲ ਡਿਸਟ੍ਰੀਬਿਊਸ਼ਨ ਹੀ ਯੂਨੀਫਾਰਮ ਨਾ ਹੋਵੇ, ਕਹਿੰਦਾ ਭਾਵੇਂ ਕਿ ਜੇ ਮੰਨ ਲਓ ਤੁਹਾਡਾ ਜਿਹੜਾ ਚਾਰਜ ਹੈ
ਹੁਣ ਇਹਦੇ ਵਿੱਚ Q ਚਾਰਜ ਤੁਸੀਂ ਦਿੱਤਾ ਤਾਂ ਹੈ, ਪਰ ਇਹਦੇ ਨੇੜੇ ਇੱਥੇ ਕੀ ਪਿਆ ਆ Q। ਉਹਦੇ ਕਰਕੇ ਤੁਹਾਡੇ ਚਾਰਜ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਹੁਣ ਯੂਨੀਫਾਰਮ ਨਹੀਂ ਨਾ ਰਹੀ। Yes, sir. Yes, sir. ਤਾਂ ਸੈਂਟਰ ਤੇ ਚਾਰਜ ਜਿਹੜਾ ਚਾਰਜ Q ਚਾਰਜ ਹੈ ਆਪਣਾ ਕੈਪੀਟਲ Q ਚਾਰਜ, ਉਹਦੇ ਕਰਕੇ ਪੋਟੈਂਸ਼ੀਅਲ ਸੈਂਟਰ ਤੇ ਤਾਂ ਉਨਾ ਹੀ ਰਹੇਗਾ KQ/R, ਉਹ ਚ ਕੋਈ ਸ਼ੱਕ ਨਹੀਂ ਹੈ ਨਾ। Yes, sir. ਪੋਟੈਂਸ਼ੀਅਲ ਆਪਾਂ ਦੇਖਿਆ ਕਿਵੇਂ ਬਹੁਤ ਸਿੰਪਲੀ ਕੈਲਕੂਲੇਟ ਹੁੰਦਾ। ਪਰ ਜੇ ਮੈਂ ਇਹਦੇ ਕਿਸੇ ਹੋਰ ਪੁਆਇੰਟ ਤੇ ਗੱਲ ਕਰਨਾ, ਇੱਥੇ P ਪੁਆਇੰਟ ਤੇ, ਤਾਂ ਹੁਣ P ਪੁਆਇੰਟ ਤੇ ਉਹਨਾਂ ਥੋੜੀ ਹੋਏਗਾ KQ/R, ਕਿਉਂਕਿ ਹੁਣ ਚਾਰਜ ਦੇ ਡਿਸਟੈਂਸ ਸਭ ਦੇ ਅਲੱਗ। ਸੈਂਟਰ ਤੇ ਕੀ ਸੀਗਾ, ਸੈਂਟਰ ਤੇ ਡਿਸਟੈਂਸ ਭਾਵੇਂ ਸੈਂਟਰ ਤੇ ਦੇਖੋ ਇੱਥੇ ਵੀ ਚਾਰजेस ਦਾ ਸਾਰਿਆਂ ਦਾ ਡਿਸਟੈਂਸ R ਹੀ ਸੀਗਾ ਸਾਰੇ ਪਾਸੇ, ਹਨਾ। ਤੇ ਇੱਥੇ ਵੀ ਸਾਰਾ ਚਾਰਜ ਚਾਹੇ ਇੰਨੀ ਦੂਰ ਚ ਇਕੱਠਾ ਕਰ ਦੋ ਤੁਸੀਂ ਤਾਂ ਵੀ ਡਿਸਟੈਂਸ R ਹੀ ਸੀਗਾ। ਪਰ P ਪੁਆਇੰਟ ਤੇ ਹੁਣ KQ/R ਨਹੀਂ ਹੋਏਗਾ ਨਾ ਨੀਚੇ ਵਾਲੇ ਕੇਸ। ਸਮਝ ਲੱਗ ਰਹੀ ਗੱਲ ਮੇਰੀ ਕਿ ਨਹੀਂ, ਦੱਸੋ। Yes, sir. ਇਸੇ ਲਈ ਉਹਨਾਂ ਨੇ ਪੁੱਛਿਆ P ਪੁਆਇੰਟ ਤੇ ਦੱਸੋ। ਦੂਜੀ ਗੱਲ, ਉਹਨਾਂ ਨੇ ਪੁੱਛਿਆ ਪੋਟੈਂਸ਼ੀਅਲ ਨਹੀਂ ਪੁੱਛਿਆ, ਉਹਨਾਂ ਨੇ ਪੋਟੈਂਸ਼ੀਅਲ ਪੁੱਛਿਆ ਡਿਊ ਟੂ Charge. ਸਫੀਅਰ ਦੇ Sphere. ਚਾਰਜ, ਕੱਲੇ ਸਫੀਅਰ ਦੇ ਚਾਰਜ ਕਰੋ। ਠੀਕ ਹੈ ਗੱਲ। ਹੁਣ Yes, sir. ਦੇਖੋ ਤੁਸੀਂ ਸਾਰੇ ਸੋਚ ਕੇ ਦੇਖੋ, ਪਹਿਲਾਂ ਇੱਕ ਵਾਰ ਸਾਰੇ ਨੇ ਪਹਿਲਾਂ ਆਪਣਾ ਸੋਚੋ ਆਈਡੀਆ ਦਿਮਾਗ 'ਚ ਕੀ ਹੋ ਸਕਦਾ ਹੈ ਇਹਦੇ ਲਈ। ਹਾਂਜੀ, ਆਇਆ ਕੋਈ ਆਈਡੀਆ ਦਿਮਾਗ 'ਚ? ਆਇਆ ਆਈਡੀਆ? No, sir. ਚਲੋ ਐ ਕਰੋ, ਮੈਂ ਇਸ ਤੋਂ ਪਹਿਲਾਂ ਇਹ ਗੱਲ ਤੁਹਾਨੂੰ ਸਮਝਾਵਾਂ। ਤੁਸੀਂ ਇੱਕ ਗੱਲ ਮੈਨੂੰ ਐ ਦੱਸੋ ਸਾਰੇ ਜਣੇ ਸੋਚ ਕੇ, ਮੈਂ ਪਹਿਲਾਂ ਤੁਹਾਨੂੰ ਕਰਵਾਇਆ ਇਹ ਸਭ ਕਿ ਜੇ ਮੰਨ ਲਓ ਕਿਸੇ ਰੀਜਨ ਦੇ ਵਿੱਚ ਇਲੈਕਟ੍ਰਿਕ ਫੀਲਡ ਹੋਵੇ, ਐ ਆ ਇਲੈਕਟ੍ਰਿਕ ਫੀਲਡ ਹੈ। ਸ਼ੁਭਮ Yes, sir. ਜਵਾਬ ਦੇਣਾ ਤੁਸੀਂ। Okay, sir. मान लो ये इलेक्ट्रिक फील्ड है, Yes, sir. बहुत सिंपल केस ले रहा मैं, यानी सिर्फ यूनिफॉर्म इलेक्ट्रिसिटी इसलिए लिया मैं, सिंपल गल करनी है अपन। तो मान लो अगर मैं आ ए पॉइंट है शुभम, Yes, sir. आ बी पॉइंट है, आ सी पॉइंट है, सबसे ज्यादा पोटेंशियल कहाँ पे होएगा शुभम? Sir, point A पे. पॉइंट ए पर। और उससे ज्यादा, और उसके बाद उससे कम, B. और सबसे कम? Sir, C. ये बात समझ में आई है अच्छे से, है ना? Yes, sir. अगर मैं इलेक्ट्रिक फील्ड के साथ इधर को लेके जाऊंगा किसी चार्ज को, तो उसका पोटेंशियल कम हो रहा होगा ना। Yes, sir. और अगर मैं खिलाफ लेके आऊंगा तो Increase करेगा. बढ़ रहा होगा पोटेंशियल। Yes. अगर मैं कह रहा हूं कि इलेक्ट्रिक फील्ड हो ही ना, और ये ए पॉइंट हो, ये बी पॉइंट हो, और ये सी पॉइंट हो, और यहाँ पे इलेक्ट्रिक फील्ड 0 हो, तो इन तीनों पॉइंट्स का पोटेंशियल क्या होगा? इलेक्ट्रिक फील्ड नहीं है यहाँ पर, बोलो। सर, अगर किसी जगह से देख रहे हो तो उनके वहां से इनका रेडियस कितना है उस पे डिपेंड करेगा। नहीं, हम किसी जगह से देखने की बात ही नहीं है। हम ये कह रहे हैं यहाँ इलेक्ट्रिक फील्ड है ही नहीं, बिना इलेक्ट्रिक फील्ड का रीजन है, वहां पर ए और बी और सी 3 पॉइंट ऐसे रखे हुए हैं, चाहे मैं ऊपर ऐसे रख दूं, चाहे मर्जी जैसे रख दूं। अब आप ये सोच के देखो कि अगर मैं, आप ये बताओ मुझे, अगर मैं सी पॉइंट पर कोई यूनिट पॉजिटिव चार्ज रखता हूं, ठीक है, और Yes, उसको बी तक लेके जाता हूं, तो मुझे इलेक्ट्रोस्टैटिक फील्ड के अगेंस्ट कितना वर्क करना पड़ेगा? नॉर्मली ਤੁਸੀਂ ਕੀ ਕਰਦੇ ਹੋ, अगर कोई पॉइंट ए है तो बी है, पोटेंशियल डिफरेंस किवें डिफाइन ਕੀਤਾ ਸੀ ਦੱਸੋ? सर, infinity to bring charge. तो ਭਰਾਵਾ पोटेंशियल एट पॉइंट डिफाइन ਕੀਤਾ ਸੀ ਉਹ। Yes, sir. वो इनफिनिटी ਤੇ ਪਹੁੰਚ ਜਾਂਦੇ ਹੋ, ਇੱਕ ਪੁਆਇੰਟ ਤੇ ਡਿਫਾਈਨ ਕੀਤਾ ਸੀ। potential at a point is defined as the work done to take the unit positive charge from infinity to that point। ਮੈਂ ਗੱਲ ਕਰ ਰਿਹਾ potential difference between two points, ਤੇ ਬਹੁਤ ਚੰਗੀ ਤਰ੍ਹਾਂ ਸਮਝਾਈ ਸੀ ਇਹ ਗੱਲ, ਐਂਡ ਹੁਣ ਇਹਨੂੰ ਯੂਜ਼ ਵੀ ਕਰਦੇ ਰਹੇ ਹੋ ਤੁਸੀਂ। potential difference between two points is defined as the work done to take the unit positive charge from one point to another against electrostatic field without acceleration। ਨਹੀਂ ਸਮਝ ਆਈ ਇਹ ਗੱਲ? yes, sir. ਤੇ ਹੋਰ ਤੂੰ ਇਨਫਿਨਿਟੀ ਕਿੱਥੋਂ ਲੈ ਆਇਆ ਵਿੱਚ? यानी कि अगर ए पॉइंट तो बी पॉइंट तक जाते हुए ਤੁਹਾਨੂੰ ਇਲੈਕਟ੍ਰੋਸਟੈਟਿਕ ਫੋਰਸ ਜਾਂ ਫੀਲਡ ਦੇ ਅਗੇਂਸਟ ਵਰਕ ਕਰਨਾ ਪੈ ਰਿਹਾ, ਤਾਂ ਮਤਲਬ ਤੁਹਾਡਾ ਪੋਟੈਂਸ਼ੀਅਲ ਜਿਹੜਾ ਆ ਉਹ ਵਧੇਗਾ ਜਾਂ ਘਟੇਗਾ ਡਿਪੈਂਡਿੰਗ ਅਪਨ ਕਿ ਤੁਹਾਡਾ ਵਰਕ ਡਨ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ, ਐਂਡ that depends on the direction of the electric field during Yes. that period ਜਦੋਂ ਤੁਸੀਂ ਇਹ ਤੋਂ ਵੀ ਜਾ ਰਹੇ ਹੋ, during that path, along that path, whatever path ਜੋ ਮਰਜ਼ੀ ਲੈ ਲਓ। ਸਮਝ ਲੱਗ ਰਹੀ ਮੇਰੀ ਗੱਲ?
Yes, sir. ਗੁਰਾਂਸ਼ ਹਾਂਜੀ ਸਰ। ਸਮਝ ਲੱਗ ਰਹੀ ਗੱਲ? ਹਾਂਜੀ। ਫਿਰ ਤੂੰ ਹੀ ਦੱਸ ਹੁਣ ਗੁਰਾਂਸ਼, ਤੂੰ ਦੱਸ ਮੈਨੂੰ ਵੀ ਜੇ ਕੋਈ 2 ਪੁਆਇੰਟ ਹੈਗੇ ਨੇ ਤੇ ਵਿੱਚ ਇਲੈਕਟ੍ਰਿਕ ਫੀਲਡ ਹੀ ਹੈ ਨਹੀਂ ਤਾਂ ਫਿਰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਾਂਦੇ ਹੋਏ ਤੁਹਾਨੂੰ ਵਰਕ ਡਨ ਅਗੇਂਸਟ ਇਲੈਕਟ੍ਰੋਸਟੈਟਿਕ ਫੀਲਡ ਕਿੰਨਾ ਹੋਏਗਾ ਵਰਕ? ਉਹਨਾਂ ਦੇ ਪੋਟੈਂਸ਼ੀਅਲ ਮਾਈਨਸ ਹੋਣਗੇ। ਹਾਂ ਤੇ ਫਿਰ ਮੈਂ ਉਹੀ ਕਹਿ ਰਿਹਾ ਨਾ, ਉਹ ਤਾਂ ਹੋਣਗੇ ਕਿੰਨਾ ਜਿਹੜਾ ਵਰਕ ਹੋਏਗਾ ਟੂ ਟੇਕ ਦਾ ਯੂਨਿਟ ਪਰ ਚਾਰਜ ਹੋਏਗਾ ਡਿਫਰੈਂਸ ਆਫ ਦਾ ਪੋਟੈਂਸ਼ੀਅਲ, ਹਨਾ? ਹਾਂਜੀ। ਪਰ ਤੂੰ ਇਹਨੂੰ ਕੈਲਕੂਲੇਟ ਵੀ ਤਾਂ ਕਰ ਸਕਦਾ ਜੇ ਇਲੈਕਟ੍ਰਿਕ ਫੀਲਡ ਹੈ ਹੀ ਨਹੀਂ ਭਰਾਵਾ। ਤੁਸੀਂ ਮੇਰੀ ਗੱਲ ਨੂੰ ਕੋਈ ਨਹੀਂ ਫੋਲੋ ਕਰ ਰਿਹਾ, ਸੋਚ ਨਹੀਂ ਰਿਹਾ ਕਿ ਮੈਂ ਕਹਿ ਰਿਹਾ ਇਲੈਕਟ੍ਰਿਕ ਫੀਲਡ ਹੈ ਨਹੀਂ ਨਾ। Zero. ਸਰ ਜ਼ੀਰੋ ਹੈ। ਨਹੀਂ ਹੈ ਤਾਂ ਇਲੈਕਟ੍ਰਿਕ ਫੀਲਡ ਦੇ ਖਿਲਾਫ ਤੁਸੀਂ ਵਰਕ ਕੀ ਕਰੋਗੇ? ਇਲੈਕਟ੍ਰਿਕ work- ਫੀਲਡ ਹੀ ਨਹੀਂ ਹੈ। एंड अगर इलेक्ट्रिक फील्ड ही नहीं है तो ਉਹਦੇ ਖਿਲਾਫ ਵਰਕ ਹੀ ਨਹੀਂ ਕਰੋਗੇ ਤਾਂ VB VA ਕੀ ਆਏਗਾ ਤੁਹਾਡਾ? Zero. ਤਾਂ ਫਿਰ VB ਤੇ VA ਕੀ ਆਣਗੇ? Equal. Equal. ਇਹ ਹੈ ਕਿ ਜਦੋਂ ਤੁਹਾਡਾ ਕੋਈ ਵੀ ਪੁਆਇੰਟ ਹੋਵੇ ਤੇ ਜੇ ਕੋਈ 2 ਪੁਆਇੰਟਸ ਹੋਣ ਇਲੈਕਟ੍ਰਿਕ ਫੀਲਡ ਹੀ ਨਾ ਹੋਵੇ ਤਾਂ ਕਾਹਦਾ ਪੋਟੈਂਸ਼ੀਅਲ ਡਿਫਰੈਂਸ? ਬਈ ਪੋਟੈਂਸ਼ੀਅਲ ਡਿਫਰੈਂਸ ਹੋਏਗਾ ਹੀ ਨਹੀਂ, ਪੋਟੈਂਸ਼ੀਅਲ ਬਰਾਬਰ ਹੋਣਗੇ। ਇਹ ਗੱਲ ਔਖੀ ਲੱਗ ਰਹੀ ਹੈ ਤੁਹਾਨੂੰ? No, sir. ਫਿਰ ਤੋਂ ਆਪਾਂ ਆਹੀ ਗੱਲਾਂ ਕਰਦੇ ਆ ਰਹੇ ਆ E ਡਾਟ dr E ਡਾਟ d। ਭਾਈ E ਨਹੀਂ ਹੈਗਾ ਤਾਂ dv ਕਿੰਨਾ ਹੋਊਗਾ? ਜੇ E ਹੀ ਨਹੀਂ ਹੈਗਾ ਤੇ dv 0 ਨਹੀਂ ਆ ਜਾਊਗਾ? Yes, sir. ਤੇ ਇਹੀ ਚੀਜ਼ ਨੂੰ ਲੈ ਕੇ ਤਾਂ ਤੁਸੀਂ ਆਹ ਕਰਦੇ ਹੋ। ਹੁਣ ਪਹਿਲਾਂ ਇਹ ਗੱਲ ਨੂੰ ਸਮਝ ਲਓ ਪਹਿਲਾਂ, ਫਿਰ ਮੈਂ ਇਸ ਪੇਜ ਤੇ ਵਾਪਸ ਆਣਾ। ਪਹਿਲਾਂ ਅਗਲੇ ਪੇਜ ਤੇ ਸਮਝਾ ਦੇਣਾ ਗੱਲ। ਜਦੋਂ ਤੁਸੀਂ ਆਹ ਕਰਦੇ ਹੋ ਡੈਫੀਨੇਸ਼ਨ ਨੂੰ ਨਾ ਦਿਮਾਗ 'ਚ ਜਿਹੜਾ ਬੱਚਾ ਨਹੀਂ ਰੱਖੂਗਾ ਉਹ ਹਮੇਸ਼ਾ ਹੀ ਕਨਫਿਊਜ਼ ਰਹੂਗਾ। ਆ ਸ਼ੈਲ ਹੈ, ਸ਼ੈਲ ਨੂੰ ਕਿਉਂ ਚਾਰਜ ਦਿੱਤਾ? R ਰੇਡੀਅਸ ਹੈ। ਸ਼ੈਲ ਦੇ ਕਰਕੇ ਕਿਸੇ ਵੀ ਆਊਟਸਾਈਡ ਪੁਆਇੰਟ ਤੇ R ਡਿਸਟੈਂਸ ਤੇ ਪੋਟੈਂਸ਼ੀਅਲ ਜਿਹੜਾ ਹੁੰਦਾ ਆ ਉਹ ਕਿੰਨਾ ਹੁੰਦਾ ਦੱਸੋ? KQ by KQ upon R. ਤੇ ਉਹੀ ਪੋਟੈਂਸ਼ੀਅਲ ਸਰਫੇਸ ਤੇ ਕਿੰਨਾ ਹੁੰਦਾ ਦੱਸੋ? KQ by capital R. Capital R. ਮਤਲਬ ਇਹ KQ by R ਇਸ ਜਗ੍ਹਾ ਦਾ ਪੋਟੈਂਸ਼ੀਅਲ ਹੈ ਨਾ? Yes, sir. Yes, sir. ਮਤਲਬ ਇਹ ਹੈ ਕਿ ਇਨਫਿਨਿਟੀ ਤੋਂ ਯੂਨਿਟ ਪੋਜ਼ਿਟਿਵ ਚਾਰਜ ਨੂੰ ਇਲੈਕਟ੍ਰੋਸਟੈਟਿਕ ਫੋਰਸ ਦੇ ਅਗੇਂਸਟ ਇਸ ਪੁਆਇੰਟ ਤੱਕ ਲਿਆਉਣ ਦੇ ਵਿੱਚ ਜੋ ਵਰਕ ਡਨ ਕਰਨਾ ਪੈ ਰਿਹਾ ਉਹ ਹੈ ਨਾ KQ by R। Yes, sir. ਤੇ ਇਹ ਵਰਕ ਡਨ ਕੋਈ ਆਮ ਵਰਕ ਡਨ ਨਹੀਂ ਹੈ, ਇਹ ਵਰਕ ਡਨ ਹੈਗਾ ਅਗੇਂਸਟ ਇਲੈਕਟ੍ਰੋਸਟੈਟਿਕ ਫੀਲਡ। ਸਮਝ ਲੱਗੀ ਗੱਲ ਸਾਰਿਆਂ ਨੂੰ? Yes, sir. Yes, sir. Yes, sir. ਸਮਝੋ ਇਹ ਗੱਲ ਨੂੰ, ਕਦੀ ਭੁੱਲਿਓ ਨਾ। ਹੁਣ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਹੁੰਦਾ ਹੈ ਮੈਨੂੰ ਦੱਸੋ? ਇਹਦੇ ਅੰਦਰ zero. Zero. ਜਦੋਂ ਇਹਦੇ ਅੰਦਰ ਇਲੈਕਟ੍ਰਿਕ ਫੀਲਡ 0 ਹੈ ਤੇ ਤੁਸੀਂ ਸਰਫੇਸ ਤੋਂ ਹੁਣ ਉਹਦੇ ਅੰਦਰ ਵੜਨਾ ਆ ਤੇ ਜੇ ਤੁਸੀਂ ਅੰਦਰ ਵੜ ਕੇ ਆਹ ਪੁਆਇੰਟ P ਤੇ ਆ ਗਏ ਤੇ ਇਸ ਰਸਤੇ ਦੌਰਾਨ ਤੁਹਾਨੂੰ ਹੋਰ ਜ਼ਿਆਦਾ ਵਰਕ ਡਨ ਕਰਨਾ ਪੈਣਾ? No, sir. No, sir. ਨਹੀਂ ਕਰਨਾ ਪੈਣਾ ਨਾ। ਮਤਲਬ ਇਨਫਿਨਿਟੀ ਤੋਂ ਫਿਰ ਮੈਂ ਡਿਫਾਈਨ ਤਾਂ ਵੀ ਕਰੂੰਗਾ ਨਾ। ਪੋਟੈਂਸ਼ੀਅਲ ਐਟ P is also defined as the work done to take the unit positive charge from infinity to P, ਹਨਾ? Yes, sir. ਤੇ ਜਦੋਂ ਮੈਂ ਇਹਨੂੰ ਲੈ ਕੇ ਫੇਰ ਆਉਂਗਾ ਇਨਫਿਨਿਟੀ ਤੋਂ ਤਾਂ ਇੱਥੇ ਤੱਕ ਦਾ ਵਰਕ ਡਨ ਤਾਂ ਤੁਹਾਨੂੰ ਪਤਾ ਹੀ ਹੈ KQ by R ਆ ਚੁੱਕਿਆ Yes, sir. ਕਿਉਂਕਿ ਕੋਈ ਵਰਕ ਡਨ ਹੀ ਨਹੀਂ ਕਰਨਾ ਪੈ ਰਿਹਾ ਨਾ। Yes, sir. ਤਾਂ P ਪੁਆਇੰਟ ਤੱਕ ਆਉਣ ਦੇ ਲਈ ਵੀ ਤੁਹਾਨੂੰ ਵਰਕ ਡਨ ਉਨਾ ਹੀ ਕਰਨਾ ਪੈ ਰਿਹਾ ਜਿੰਨਾ ਸਰਫੇਸ ਤੱਕ ਆਉਣ ਲਈ ਕਰਨਾ ਪੈ ਰਿਹਾ ਜੀ। Yes, sir. Yes, sir. ਤੇ P ਪੁਆਇੰਟ ਤੇ ਤੁਹਾਡਾ ਜਿਹੜਾ ਪੋਟੈਂਸ਼ੀਅਲ ਹੋਏਗਾ ਉਹ ਕਿੰਨਾ ਹੋਏਗਾ? KQ by R. KQ upon R. ਤੇ Q ਪੁਆਇੰਟ ਤੇ ਕਿੰਨਾ ਹੋਏਗਾ? KQ by capital R. Capital R. ਇਸ ਪੁਆਇੰਟ ਤੇ T ਪੁਆਇੰਟ ਦੇ ਅੰਦਰ ਤੁਸੀਂ ਗੇੜੀਆਂ ਮਾਰੋ ਪੂਰਾ, ਮੈਂ ਕਹਿੰਦਾ ਘੁੰਮੋ ਇਹਦੇ ਅੰਦਰ ਜਿੰਨਾ ਮਰਜੀ। ਸਮਝ ਲੱਗੀ ਗੱਲ? ਕਿਉਂਕਿ ਇਲੈਕਟ੍ਰਿਕ ਫੀਲਡ ਹੈ ਨਹੀਂ ਤਾਂ ਉਹਦੇ ਖਿਲਾਫ ਜਾਂ ਉਹਦੇ ਫੇਵਰ ਚ ਜਾਂ ਉਹਦੇ ਅਗੇਂਸਟ ਵਰਕ ਡਨ ਦੀ ਕੋਈ ਗੁੰਜਾਇਸ਼ ਹੀ ਨਹੀਂ। ਇਸ ਲਈ ਉਹਦੇ ਸਰਫੇਸ ਤੋਂ ਬਾਅਦ ਅੰਦਰ ਵੜਦੇ ਹੀ ਪੋਟੈਂਸ਼ੀਅਲ ਨਾ ਵੱਧ ਸਕਦਾ, ਪੋਟੈਂਸ਼ੀਅਲ ਨਾ ਘਟ ਸਕਦਾ। ਦੱਸੋ ਗੱਲ ਸਮਝ ਲੱਗ ਗਈ ਸਾਰਿਆਂ ਨੂੰ ਕਿ ਔਖੀ ਹੈ ਗੱਲ ਇਹ? ਹੁਣ Lucky, sir. ਦਿਮਾਗ 'ਚ ਇਮੇਜ ਬਣਾਓ, ਕੋਈ ਡੈਫੀਨੇਸ਼ਨ ਨੂੰ ਨਾ ਛੱਡਿਆ ਕਰੋ। ਪਹਿਲੇ ਦਿਨ ਜਿਹੜੀ ਡੈਫੀਨੇਸ਼ਨ ਦੱਸੀ ਸੀ ਮੈਂ ਉਹ ਗੱਲ ਮੈਂ ਡਿਸਕਸ ਕਰ ਰਿਹਾ ਇੱਥੇ ਤੁਹਾਡੇ ਨਾਲ। ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਇੱਕ ਮੇਰਾ ਕੰਪਿਊਟਰ ਬੜਾ ਸਲੋ ਹੋ ਗਿਆ, ਪਤਾ ਨਹੀਂ ਇਹਨੂੰ ਕੀ ਹੋ ਗਿਆ ਹੁਣ ਫੇਰ। ਚਲੋ ਆ ਹੁਣ ਚੱਲ ਪਵੇ ਤਾਂ ਫਿਰ ਮੈਂ ਇਹਨੂੰ ਚਲਾਵਾਂ ਪੈਨ ਜੀ ਨੂੰ।
ਇੱਕ ਮਿੰਟ ਵੀ ਨਾ ਤਾਂ ਹੁਣੇ ਮੇਰੇ ਤੋਂ ਕੁਝ ਬੰਦ ਹੋ ਰਿਹਾ ਨਾ ਕੁਝ ਚੱਲ ਰਿਹਾ, ਇਹ ਗੋਲ ਗੋਲ ਘੁੰਮ ਰਿਹਾ। ਤੁਹਾਨੂੰ ਦਿਖ ਰਿਹਾ ਕਰਸਰ Yes, sir. Yes, sir. ਰੋਟੇਟ ਹੁੰਦਾ ਹੈ, ਦਿਖ ਰਿਹਾ ਹੈ ਕਿ ਵੈਸੇ ਦਿਖ ਰਿਹਾ ਨਾ? Rotate होता Rotate होता है। ਹਾਂ, ਚੱਲ ਪਿਆ ਚੱਲ। ਚਲੋ ਆ ਚਲੋ ਰਫ ਜੀ ਗੱਲ ਸੀਗੀ, ਸਮਝ ਲੱਗ ਗਈ ਤੁਹਾਨੂੰ ਸਾਰਿਆਂ ਨੂੰ ਗੱਲ ਹੁਣ? Yes, sir. ਦਿਮਾਗ 'ਚ ਚੰਗੀ ਤਰ੍ਹਾਂ ਬਿਠਾਓ ਕੰਸੈਪਟ ਨੂੰ ਵੀ ਇਲੈਕਟ੍ਰਿਕ ਫੀਲਡ ਨਹੀਂ ਹੈਗਾ ਤਾਂ ਕਿਸੇ ਵੀ ਯੂਨੀਫਾਰਮਲੀ ਕੰਡਕਟਿੰਗ ਸਫੀਅਰ ਆਫ ਚਾਰਜ ਹੈ ਨਾ, ਤਾਂ ਸੌਰੀ ਨਾਨ ਕੰਡਕਟਿੰਗ ਸਫੀਅਰ ਜਿਹਦੇ ਅੰਦਰ ਚਾਰਜ ਹੁੰਦਾ ਹੈ ਤਾਂ ਉਹਦੇ ਅੰਦਰ ਇਲੈਕਟ੍ਰਿਕ ਫੀਲਡ ਵੀ ਤਾਂ ਹੁੰਦਾ ਹੈ ਨਾ, Yes, sir. ਜੇ ਉਹਦੇ ਅੰਦਰ ਪੋਟੈਂਸ਼ੀਅਲ ਉਹਦੇ ਸਰਫੇਸ ਦੇ ਬਰਾਬਰ ਨਹੀਂ ਹੁੰਦਾ ਨਾ। Yes, sir. ਐਕਸਪ੍ਰੈਸ਼ਨ Yes. ਇਸੇ ਲਈ ਕੀਤਾ ਸੀ। ਹੁਣ ਗੱਲ ਕਲੀਅਰ ਹੋ ਗਈ ਸਾਰਿਆਂ ਨੂੰ? Yes, sir. ਹੁਣ ਵਾਪਸ ਆਨੇ ਆਪਾਂ ਫੇਰ ਇੱਥੇ ਆਏ ਨੇ, ਓਹੋ ਇੱਥੇ ਆਏ ਨੇ। ਹੁਣ ਤੁਸੀਂ ਮੈਨੂੰ ਸੋਚ ਕੇ ਦੱਸੋ, ਪਹਿਲੀ ਗੱਲ ਤਾਂ ਇਹ ਜਿਵੇਂ ਇਹ 'ਚ ਥੋੜੀ ਬਹੁਤੀ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਦਾ ਵੀ ਉਹ ਮੈਂ ਸ਼ਾਇਦ ਤੁਹਾਡੇ ਨਾਲ ਡਿਸਕਸ ਕੀਤਾ ਵੀ ਸੀਗਾ, ਇੱਕ ਵਾਰ ਫੇਰ ਥੋੜੀ ਜਿਹੀ ਕਰ ਦਿੰਦਾ ਗੱਲ। ਇਲੈਕਟ੍ਰੋਸਟੈਟਿਕ ਸ਼ੀਲਡਿੰਗ ਦੀ ਵੀ ਗੱਲ ਕਰ ਲਓ। ਦੇਖੋ ਇਲੈਕਟ੍ਰੋਸਟੈਟਿਕ ਸ਼ੀਲਡਿੰਗ, ਹੁਣ ਇਹ ਬੇਸਿਕਲੀ ਕੀ ਚੀਜ਼ ਹੁੰਦੀ ਹੈ ਕਿ ਮਤਲਬ ਜਿਵੇਂ ਜੇ ਕੋਈ ਕੰਡਕਟਿੰਗ ਕੇਜ ਹੈਗਾ ਨਾ, ਮੰਨ ਲਓ ਆ ਕੰਡਕਟਰ ਆ ਮੰਨ ਲਓ, ਤੇ ਇਸ ਕੰਡਕਟਰ ਦੇ ਅੰਦਰ ਜੇ ਤੁਸੀਂ ਇਸ ਕੰਡਕਟਰ ਨੂੰ ਕਿਸੇ ਐਕਸਟਰਨਲ ਫੀਲਡ 'ਚ ਰੱਖਦੇ ਹੋ ਤਾਂ ਕੀ ਹੁੰਦਾ, ਤੁਹਾਨੂੰ ਸਮਝਾਇਆ ਸੀ ਨਾ ਇਹ ਗੱਲ? Yes, sir. ਇਹਦੇ ਅੰਦਰੋਂ ਪਾਸ ਨਹੀਂ ਕਰਨਗੀਆਂ ਲਾਈਨਸ। ਤਾਂ ਇਹ ਹਾਂ, ਕਿਉਂਕਿ ਇਸ ਕੰਡਕਟਰ ਦੇ ਵਿੱਚ ਜਿਵੇਂ ਤੁਸੀਂ ਇਹ ਇਲੈਕਟ੍ਰਿਕ ਫੀਲਡ 'ਚ ਰੱਖਿਆ, ਇਲੈਕਟ੍ਰਿਕ ਫੀਲਡ ਦੇ ਕਰਕੇ ਨੈਗੇਟਿਵ ਚਾਰਜ ਇੱਧਰ ਇਹਦੇ ਆਪੋਜ਼ਿਟ ਡਾਇਰੈਕਸ਼ਨ 'ਚ ਡਿਵੈਲਪ ਹੋ ਜਾਏਗਾ ਤੇ ਪੋਜ਼ਿਟਿਵ ਚਾਰਜ ਇੱਥੇ ਡਿਵੈਲਪ ਹੋ ਜਾਏਗਾ। ਸਮਝ ਲੱਗੀ ਨਾ ਗੱਲ? Yes, sir. ਉਹਦੇ ਕਰਕੇ ਇਹਦੇ ਅੰਦਰ ਵੀ ਇੱਕ ਇਲੈਕਟ੍ਰਿਕ ਫੀਲਡ ਪੈਦਾ ਹੋਏਗਾ ਜੋ ਬਾਹਰ ਵਾਲੇ ਇਲੈਕਟ੍ਰਿਕ ਫੀਲਡ ਨੂੰ ਕੈਂਸਲ ਕਰ ਦੇਗਾ ਤੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਹੋ ਜਾਏਗਾ? 0. ਸੋ ਜਦੋਂ ਤੁਸੀਂ ਕਹਿੰਦੇ ਹੋ ਨਾ ਕਿਸੇ ਕੰਡਕਟਰ ਦੇ ਅੰਦਰ ਇਲੈਕਟ੍ਰਿਕ ਫੀਲਡ 0 ਹੈ ਤਾਂ ਅਸਲ ਵਿੱਚ ਨਾ ਗੱਲ ਹਮੇਸ਼ਾ ਹੀ ਐ ਨਹੀਂ ਹੁੰਦੀ ਕਿ ਬਿਲਕੁਲ ਗੱਲ ਹੋਰ ਤਰ੍ਹਾਂ ਵੀ ਦੇਖੀ ਆ ਸਕਦੀ ਹੈ। ਕਹਿਣ ਦਾ ਭਾਵ ਹੈ, ਮੰਨ ਲਓ ਮੈਂ ਕਹਿ ਰਿਹਾ ਕਿਸੇ ਬਾਡੀ ਤੇ ਫੋਰਸ ਲੱਗ ਰਿਹਾ 0, ਨੈਟ ਫੋਰਸ 0, ਉਹਦਾ ਮਤਲਬ ਇਹ ਹੋ ਸਕਦਾ ਜਾਂ ਤਾਂ ਬਾਡੀ ਨੂੰ ਫੋਰਸ ਲੱਗ ਹੀ ਨਹੀਂ ਰਿਹਾ, ਆ ਵੀ ਤਾਂ ਹੋ ਸਕਦਾ ਨਾ ਕਿ ਦੋਨੋਂ ਇਕੁਅਲ ਆਪੋਜ਼ਿਟ ਲੱਗ ਰਹੇ ਨੇ, ਹਨਾ? Yes, sir. ਬਿਲਕੁਲ ਇਹੀ ਇਲੈਕਟ੍ਰਿਕ ਫੀਲਡ ਨਾ ਹੁੰਦਾ। ਜਦੋਂ ਕੰਡਕਟਰ ਵੈਸੇ ਹੀ ਅਨਚਾਰਜ ਪਿਆ ਕਿਸੇ ਆਈਸੋਲੇਟਡ ਜਗ੍ਹਾ ਤੇ ਤਾਂ ਉਹਦੇ ਅੰਦਰ ਇਲੈਕਟ੍ਰਿਕ ਫੀਲਡ 0 ਹੈ ਤੇ ਬਈ ਉਹਦੇ ਅੰਦਰ ਕੀ ਹੁੰਦਾ, ਬਾਹਰ ਵੀ 0 ਹੈ, ਹਰ ਜਗ੍ਹਾ ਹੀ 0 ਹੈ, ਫਿਰ ਅੰਦਰ ਵੀ 0 ਹੋਣਾ ਹੀ ਹੈ, ਹਨਾ? Yes, sir. ਔਰ ਜਦੋਂ ਤੁਸੀਂ ਕਿਸੇ ਕੰਡਕਟਰ ਨੂੰ ਐਕਸਟਰਨਲ ਇਲੈਕਟ੍ਰਿਕ ਫੀਲਡ 'ਚ ਰੱਖਦੇ ਹੋ ਤਾਂ ਐਕਸਟਰਨਲ ਇਲੈਕਟ੍ਰਿਕ ਫੀਲਡ ਦੀ ਕਰਕੇ ਜੋ ਬਾਹਰ ਆ ਇਲੈਕਟ੍ਰਿਕ ਫੀਲਡ ਹੈ ਬਾਹਰ ਵਾਲਾ, ਇਹ ਇਹਦੇ ਅੰਦਰ ਵੀ ਹੁੰਦਾ ਹੈ। ਆਪਾਂ ਇੱਕ ਵਾਰ ਸਮਝ ਕੇ ਚੱਲੀਏ, ਹੁੰਦਾ ਹੈ, ਪਰ ਉਹ ਕੀ ਕਰਦਾ ਹੈ, ਉਹਦੇ ਅੰਦਰ ਉਸੇ ਇਲੈਕਟ੍ਰਿਕ ਫੀਲਡ ਦੇ ਕਰਕੇ ਸੈਪਰੇਸ਼ਨ ਆਫ ਚਾਰਜ ਹੋ ਜਾਂਦੀ ਹੈ ਤਾਂ ਉਹਦੇ ਕਰਕੇ ਜਿਹੜਾ ਇੱਕ ਇਲੈਕਟ੍ਰਿਕ ਫੀਲਡ ਦੇ ਅੰਦਰ ਡਿਵੈਲਪ ਹੁੰਦਾ ਹੈ ਇੰਡਿਊਸ ਚਾਰजेस ਕਰਕੇ, ਉਹ ਇਲੈਕਟ੍ਰਿਕ ਫੀਲਡ ਇਸ ਇਲੈਕਟ੍ਰਿਕ ਫੀਲਡ ਦੇ ਬਿਲਕੁਲ ਬਰਾਬਰ ਤੇ ਆਪੋਜ਼ਿਟ ਡਿਵੈਲਪ ਹੋ ਜਾਂਦਾ ਤਾਂ ਉਹਦੇ ਕਰਕੇ ਅੰਦਰ ਜਿਹੜਾ ਨੈਟ ਇਲੈਕਟ੍ਰਿਕ ਫੀਲਡ ਹੈ ਉਹ ਕਿੰਨਾ ਹੋ ਜਾਂਦਾ? 0. ਇਸੇ ਚੀਜ਼ ਨੂੰ ਅਸੀਂ ਬੋਲਦੇ ਹਾਂ ਇਲੈਕਟ੍ਰੋਸਟੈਟਿਕ ਸ਼ੀਲਡਿੰਗ, ਕਿ ਬਾਹਰਲੇ ਕਿਸੇ ਵੀ ਇਲੈਕਟ੍ਰਿਕ ਫੀਲਡ ਤੋਂ ਕੰਡਕਟਰ ਆਪਣੇ ਆਪ ਨੂੰ ਬਚਾ ਲੈਂਦਾ ਆ, ਉਹ ਬਾਹਰਲੇ ਇਲੈਕਟ੍ਰਿਕ ਫੀਲਡ ਦੇ ਖਿਲਾਫ ਇੱਕ ਆਪਣਾ ਇੱਕ ਡਿਫੈਂਸ ਕ੍ਰੀਏਟ ਕਰ ਲੈਂਦਾ ਆ, ਬਿਲਕੁਲ ਉਨਾ ਹੀ ਇਲੈਕਟ੍ਰਿਕ ਫੀਲਡ ਉਲਟ ਦਿਸ਼ਾ ਦੇ ਵਿੱਚ। ਸਮਝ ਲੱਗੀ ਸਾਰਿਆਂ ਨੂੰ ਗੱਲ? Yes, sir. ਹੁਣ ਕਈ ਵਾਰ ਕੀ ਹੁੰਦਾ ਕਿ ਆਪਾਂ ਕਹਿੰਦੇ ਕਿ ਵੀ ਮਤਲਬ ਕਿ ਜੇ ਹੁਣ ਇਸੇ ਕੰਡਕਟਰ ਦੀ ਗੱਲ ਕਰਾਂ ਮੈਂ, ਜੇ ਮੈਂ ਇਨ ਜਨਰਲ ਗੱਲ ਕਰਾਂ, ਬੜੀ ਇੰਪੋਰਟੈਂਟ ਗੱਲ ਹੈ, ਸੋਚ ਲਿਓ, ਇਹਨੂੰ ਸਮਝ ਲਿਓ ਚੰਗੀ ਤਰ੍ਹਾਂ ਇੱਥੇ, ਕਿ ਜੇ ਮੈਂ ਐਕਸਟਰਨਲ ਇਲੈਕਟ੍ਰਿਕ ਫੀਲਡ ਦੀ ਗੱਲ ਨਾ ਕਰਾਂ ਬਲਕਿ ਮੈਂ ਇਹ ਗੱਲ ਕਰਾਂ ਕਿ ਕੋਈ ਆ ਕੰਡਕਟਰ ਹੈਗਾ ਐ ਤੇ ਇਹਦੇ ਬਾਹਰ ਇਹਦੇ ਇਸ ਜਗ੍ਹਾ ਤੇ ਮੰਨ ਲਓ ਕਿਊ ਚਾਰਜ ਪਿਆ ਤੇ ਇਹਦੇ ਉੱਪਰ ਕਿਊ ਚਾਰਜ ਦਿੱਤਾ ਹੈ ਤੁਸੀਂ ਮੰਨ ਲਓ, ਠੀਕ ਹੈ, ਜਾਂ ਕਿਊ ਚਾਰਜ ਦੇ ਦਿਓ ਜਾਂ ਨਹੀਂ ਵੀ ਦਿੱਤਾ ਮੰਨ ਲਓ, ਠੀਕ ਹੈ, ਆਪਣੇ ਆਪ ਵਿੱਚ ਇੰਡਿਊਸ ਚਾਰजेस ਪੈਦਾ ਹੋ ਜਾਣਗੇ, ਸਭ ਕੁਝ ਹੋ ਜਾਏਗਾ, ਜਾਂ ਇਹ ਕਰ ਲੈਣੇ ਬਲਕਿ ਬੈਟਰ ਹੈ ਆਪਾਂ ਇਹ ਗੱਲ ਕਰੀਏ। ਆ ਕੰਡਕਟਰ ਹੈਗਾ, ਹੁਣ ਆ ਕਿਊ ਚਾਰਜ ਦੇ ਕਰਕੇ ਤੁਹਾਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਚਾਰजेस ਕਿਹੜੇ ਡਿਵੈਲਪ ਹੋ ਜਾਣਗੇ? Negative. ਇਸ ਜਗ੍ਹਾ ਤੇ Positive. ਤਾਂ ਉਹਦੇ ਕਰਕੇ ਕੰਡਕਟਰ ਦੇ ਅੰਦਰ ਹਰ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿੰਨਾ ਹੋ ਜਾਏਗਾ? 0, ਹੈ ਨਾ? ਨੈਟ ਇਲੈਕਟ੍ਰਿਕ ਫੀਲਡ 0 ਹੋਏਗਾ ਨਾ? Yes, sir. ਤਾਂ ਮੈਂ ਇਹ ਕਹਿ ਸਕਦਾ ਵਾਂ ਕਿ ਜੇ ਮੈਨੂੰ ਕੋਈ ਪੁੱਛੇ ਕਿ ਇਸ ਪੁਆਇੰਟ ਤੇ ਦੱਸੋ ਵੀ ਇਹ ਇੰਡਿਊਸ ਚਾਰजेस ਕਰਕੇ ਇਲੈਕਟ੍ਰਿਕ ਫੀਲਡ ਕਿੰਨਾ ਆ, ਤੇ ਇਸ ਪੁਆਇੰਟ ਦਾ ਡਿਸਟੈਂਸ ਮੰਨ ਲਓ ਆ Q ਤੋਂ ਹੈਗਾ ਵਾ R, ਮੈਂ ਪਤਾ ਕਿਵੇਂ ਸੋਚੂਗਾ, ਮੈਂ ਕਹੂੰਗਾ ਦੇਖੋ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਨੈਟ ਕਿੰਨਾ ਹੋਣਾ ਚਾਹੀਦਾ, ਪਹਿਲਾਂ ਦੱਸੋ? 0. 0 ਹੋਣਾ ਚਾਹੀਦਾ ਹੈ। ਆਹ ਵਾਲੇ Q ਦੇ ਕਰਕੇ ਜੇ ਆ ਕੰਡਕਟਰ ਇੱਥੇ ਨਾ ਵੀ ਪਿਆ ਹੁੰਦਾ ਤਾਂ ਇਸ Q ਦੇ ਕਰਕੇ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਇਸ ਦਿਸ਼ਾ 'ਚ ਹੋਣਾ ਸੀ ਕਿ ਨਹੀਂ, ਦੱਸੋ? Yes, sir. ਤੇ ਉਹ ਕਿੰਨਾ ਹੋਣਾ ਸੀ? KQ by R square. ਹਾਂ,
ਤਾਂ ਇਹਦਾ ਮਤਲਬ ਇਹ ਹੈ ਕਿ ਇੱਥੇ ਜੇ 0 ਹੋਇਆ ਤਾਂ ਇਹਦਾ ਮਤਲਬ ਇੰਡਿਊਸਡ ਚਾਰजेस ਕਰਕੇ ਇਲੈਕਟ੍ਰਿਕ ਫੀਲਡ ਬਿਲਕੁਲ ਉਨਾ ਹੀ ਉਲਟ ਦਿਸ਼ਾ 'ਚ ਪੈਦਾ ਹੋਇਆ ਹੋਣਾ ਵਾ, ਤਾਂ ਹੀ ਤਾਂ ਹੋਇਆ ਇਹ 0, ਹਨਾ। Yes, sir. तो ये देखो ਹੁਣ ਬੰਦੇ ਨੇ ਮੈਨੂੰ ਪੁੱਛਿਆ ਕਿ find the electric field at that point due to the induced charges, ਤੇ ਮੈਂ ਕਹਾਂਗਾ ਵੀ ਮੈਗਨੀਟਿਊਡ ਤਾਂ ਆ ਬਾਹਰਲੇ Q ਤੋਂ ਕੈਲਕੂਲੇਟ ਕਰ ਲਓ, ਹਨਾ। Yes, sir. ਪਰ ਦਿਸ਼ਾ ਉਹ ਤੋਂ ਉਲਟ ਰੱਖੋ ਤਾਂ ਕਿ ਉੱਥੇ ਨੈਟ 0 ਹੋ ਸਕੇ। ਸਮਝ ਲੱਗੀ ਸਾਰਿਆਂ ਨੂੰ ਗੱਲ ਕਿ ਨਹੀਂ, ਦੱਸੋ। Yes, sir. ਸਭ ਨੂੰ ਸਮਝ ਲੱਗੀ ਗੱਲ? Yes, sir. ਤੇ ਇੱਕ ਗੱਲ ਹੋਰ ਨਵੀਂ ਗੱਲ ਪਤਾ ਲੱਗੀ ਕਿ ਕਿਉਂਕਿ ਅੰਦਰ ਸਾਰੇ ਪਾਸੇ ਇਲੈਕਟ੍ਰਿਕ ਫੀਲਡ ਜਿਹੜਾ ਪੋਟੈਂਸ਼ੀਅਲ ਹੈ ਇੱਥੇ ਹਰ ਪੁਆਇੰਟ ਤੇ ਬਰਾਬਰ ਹੋਏਗਾ। ਇਹ ਗੱਲ ਅੰਡਰਸਟੂਡ ਹੋ ਗਈ ਸਾਰਿਆਂ ਨੂੰ ਗੱਲ? Yes, sir. ਠੀਕ ਹੈ, ਇਹ ਭੁੱਲੋਗੇ ਤਾਂ ਨਹੀਂ ਹੁਣ? No, sir. ਆਪਣੇ ਸ਼ਬਦਾਂ 'ਚ ਲਿਖ ਲਿਓ ਇਹਨੂੰ ਨੋਟਸ ਵਿੱਚ। ਹੁਣ ਇੱਧਰ ਆ ਜਾਓ, ਫਿਰ ਸਵਾਲ ਤੇ ਆ ਗਿਆ। A conducting sphere is having charge Q, radius R, point charge Q is placed at distance R as shown। ਸਭ ਕੁਝ ਤੁਹਾਨੂੰ ਦਿਖ ਹੀ ਰਿਹਾ। ਉਹਨਾਂ ਨੇ ਕਹਿੰਦਾ find potential at P ਕਰੋ, but due to charge of Sphere. स्फीयर ਦੇ ਚਾਰਜ ਕਰਕੇ ਪਤਾ ਕਰਨਾ ਹੈ ਪੋਟੈਂਸ਼ੀਅਲ। ਟੋਟਲ ਪੋਟੈਂਸ਼ੀਅਲ ਤਾਂ ਤੁਹਾਨੂੰ ਪਤਾ ਲੱਗ ਹੀ ਜਾਏਗਾ, ਟੋਟਲ ਪੋਟੈਂਸ਼ੀਅਲ ਨਹੀਂ ਪਤਾ ਕਰਨਾ, ਸਫੀਅਰ 'ਚ ਚਾਰਜ ਕਰਕੇ ਪਤਾ ਕਰਨਾ, ਕੱਲੇ ਸਫੀਅਰ ਦੇ ਚਾਰਜ ਕਰਕੇ। ਹੁਣ ਇਹ ਗੱਲ ਤਾਂ ਮਸਲੇ ਵਾਲੀ ਹੋਗੀ, ਕਿਉਂਕਿ ਤੁਹਾਨੂੰ ਪਤਾ ਜਿਹੜਾ ਸਫੀਅਰ ਦਾ ਚਾਰਜ ਹੋਏਗਾ, ਇਹ ਸਫੀਅਰ ਚਾਰਜ ਪਹਿਲੀ ਗੱਲ ਤਾਂ ਯੂਨੀਫਾਰਮ ਨਹੀਂ ਹੋਏਗਾ। Yes, sir. Sir. ਇਹਦੇ ਕਰਕੇ ਪੋਟੈਂਸ਼ੀਅਲ P ਤੇ ਪਤਾ ਕਰਨਾ ਤਾਂ ਵੈਸੇ ਬੜਾ ਔਖਾ, ਕਿਉਂਕਿ ਹਰ ਇੱਕ ਦਾ ਡਿਸਟੈਂਸ ਅਲੱਗ-ਅਲੱਗ ਹੈ ਨਾ। Yes, sir. ਤੇ ਪਰ ਸਾਨੂੰ ਇੱਕ ਗੱਲ ਪਤਾ ਆ ਕਿ ਇਲੈਕਟ੍ਰਿਕ ਫੀਲਡ ਜਿਹੜਾ ਆ, ਨੈਟ ਇਲੈਕਟ੍ਰਿਕ ਫੀਲਡ ਜਿਹੜਾ ਉਹ 0 ਹੈ ਇਨਸਾਈਡ ਕੰਡਕਟਰ, ਹੈ ਕਿ ਨਹੀਂ ਦੱਸੋ? Yes, sir. ਕਿਉਂ? ਇਲੈਕਟ੍ਰੋਸਟੈਟਿਕ ਸ਼ੀਲਡਿੰਗ ਹੋਈ ਹੋਣੀ ਹੈ, ਉਹੀ ਜਿਹੜੀ ਆਪਾਂ ਹੁਣੀ ਗੱਲ ਕੀਤੀ, ਹਨਾ। Yes, sir. Therefore ਜਿਹੜਾ ਪੋਟੈਂਸ਼ੀਅਲ ਹੈ at every point inside shell will be ਕੀ ਹੋਏਗਾ? 0. O equal इलेक्ट्रिक फील्ड 0 है, पोटेंशियल इक्वल है, क्योंकि एक बात समझने लगी मानी, Potential वाली नहीं समझ लगी। ਜਦੋਂ ਇਲੈਕਟ੍ਰਿਕ ਫੀਲਡ 0 ਹੁੰਦਾ ਹੈ ਤਾਂ ਪੋਟੈਂਸ਼ੀਅਲ ਵਾਲੀ ਗੱਲ ਆਪਾਂ ਹੁਣੀ ਕੀਤੀ ਨਾ ਡਿਸਕਸ। ਜੇ ਇਲੈਕਟ੍ਰਿਕ ਫੀਲਡ 0 ਹੁੰਦਾ ਹੈ ਤਾਂ ਪੋਟੈਂਸ਼ੀਅਲ ਕਾਂਸਟੈਂਟ ਨਹੀਂ ਹੁੰਦਾ, ਸਾਰੇ VA VB VC ਸਭ ਬਰਾਬਰ ਹੀ ਹੋਣਗੇ ਫਿਰ ਤਾਂ। हाँ जी सर, ठीक है, ठीक है। ਸੈੱਲ ਦੇ ਅੰਦਰ ਹੁੰਦਾ, ਮੈਂ ਕਹਿ ਰਿਹਾ ਜਦੋਂ ਇਲੈਕਟ੍ਰਿਕ ਫੀਲਡ 0 ਹੋ ਗਿਆ ਤਾਂ ਅੰਦਰ ਵਾਲੇ ਸਾਰੇ ਪੁਆਇੰਟਸ ਤੇ ਪੋਟੈਂਸ਼ੀਅਲ ਉਹੀ ਹੋ ਗਿਆ। हाँ जी सर, ठीक है। ਤੇ ਪੋਟੈਂਸ਼ੀਅਲ ਜਿਹੜਾ ਹੈਗਾ ਉਹ KQ/R ਨਹੀਂ ਹੈਗਾ ਇੱਥੇ, ਕਿਉਂਕਿ ਚਾਰਜ ਡਿਸਟ੍ਰੀਬਿਊਸ਼ਨ नॉन यूनिफॉर्म है। ਨॉन ਯੂਨੀਫਾਰਮ ਹੋ ਚੁੱਕੀ ਹੈ। ਸੋ ਉਹਦੇ ਕਰਕੇ ਆਪਾਂ ਸੋਚ ਰਹੇ ਹਾਂ ਕਿ ਵੀ ਐਟ ਐਵਰੀ ਪੁਆਇੰਟ ਇਨਸਾਈਡ ਦ ਸ਼ੈਲ ਪੋਟੈਂਸ਼ੀਅਲ ਬਰਾਬਰ ਹੈ, ਬਸ ਇਹ ਪਤਾ ਹੈ ਮੈਨੂੰ, ਹੋਰ ਕੁਝ ਨਹੀਂ ਪਤਾ। ਤਾਂ ਇਹਦਾ ਮਤਲਬ ਮੈਂ ਅੱਛਾ ਇੱਥੇ ਪੋਟੈਂਸ਼ੀਅਲ ਉਹ ਤੇ ਫਾਈਂਡ ਕਰ ਸਕਦਾ ਬੜੇ ਸੌਖੇ ਤਰੀਕੇ ਨਾਲ ਨਾ, ਕਿਉਂ ਦੇ ਕਰਕੇ ਕਿ ਨਹੀਂ, यस सर। ਤੇ ਸਫੀਅਰ ਕਰਕੇ ਵੀ। ਸੋ ਮੈਂ ਇਹ ਕਹਿ ਰਿਹਾ ਅਗਰ ਸਾਰੇ ਪੁਆਇੰਟਸ ਤੇ ਇਕੁਅਲ ਹੈ ਤਾਂ ਪੋਟੈਂਸ਼ੀਅਲ ਐਟ O ਪੁਆਇੰਟ ਤੇ ਪੋਟੈਂਸ਼ੀਅਲ ਐਟ P ਪੁਆਇੰਟ ਬਰਾਬਰ ਹੋਣਗੇ। यस O ਪੁਆਇੰਟ ਤੇ ਟੋਟਲ ਪੋਟੈਂਸ਼ੀਅਲ ਦੀ ਗੱਲ ਕਰ ਰਿਹਾ ਮੈਂ, ਟੋਟਲ ਇਕੱਲੇ ਸਫੀਅਰ ਕਰਕੇ ਨਹੀਂ। ਤਾਂ O ਪੁਆਇੰਟ ਤੇ ਦਾ ਪੋਟੈਂਸ਼ੀਅਲ ਹੈ, ਪਹਿਲਾਂ ਤਾਂ ਤੁਸੀਂ Q ਚਾਰਜ ਕਰਕੇ ਪਤਾ ਕਰੋਗੇ, ਹੈ ਨਾ। यस स्मॉल Q O कितना आएगा KQ/r स्मॉलर आ जाएगा। फिर ਜਿਹੜਾ ਵੱਡੇ Q ਜਿਹੜਾ ਕਰਕੇ ਸ਼ੈਲ ਦੇ ਕਰਕੇ O ਪੁਆਇੰਟ ਤੇ ਪੋਟੈਂਸ਼ੀਅਲ ਸੈਂਟਰ ਤੇ ਕੱਢਣਾ ਬੜਾ ਸੌਖਾ ਹੈ, ਉਹ ਤਾਂ ਉਹੀ ਹੁੰਦਾ ਨਾ। KQ/F. ਤੇ P ਪੁਆਇੰਟ ਦੇ ਉੱਪਰ ਟੋਟਲ ਪੋਟੈਂਸ਼ੀਅਲ ਜਿਹੜਾ ਹੈਗਾ ਉਹ ਪਹਿਲਾਂ ਬਾਹਰਲੇ Q ਦੇ ਕਰਕੇ ਕਿੰਨਾ ਆਏਗਾ, ਇਸ ਲਈ R1 ਗਿਵਨ ਸੀਗਾ। KQ/R1. ਤੇ P ਪੁਆਇੰਟ ਤੇ ਪੋਟੈਂਸ਼ੀਅਲ ਡਿਊ ਟੂ ਚਾਰਜ ऑफ स्फीयर, यही रह गया बस। ये Yes. पता नहीं है ना, VPS ते पता लग गया ना। फिर पोटेंशियल एट P ड्यू टू द चार्ज ऑफ स्फीयर जड़ा है वो बेसिकली होएगा KQ/R प्लस कैपिटल Q/R माइनस KQ/R1। दसो गल समझ लगी, कॉन्सेप्ट समझ लग गया सारे को कि नहीं? Yes, sir. Yes. यस कितना इंटरेस्टिंग है जो सारा चैप्टर ਦਾ ਕਾਫੀ ਕੁਝ ਵਰਤਿਆ ਗਿਆ। ਇੱਕ ਤਾਂ ਵੀ ਸੈਂਟਰ ਤੇ ਪੋਟੈਂਸ਼ੀਅਲ ਆਪਾਂ ਪਤਾ ਕਰ ਸਕਦੇ ਹਾਂ KQ/R, ਪਰ ਬਾਹਰ ਨਹੀਂ ਪਤਾ ਕਰ ਸਕਦੇ। ਪਰ ਇਲੈਕਟ੍ਰਿਕ ਫੀਲਡ 0 ਹੁੰਦਾ ਆ, ਇਸ ਲਈ ਪੋਟੈਂਸ਼ੀਅਲ ਸਾਰੇ ਪੁਆਇੰਟਸ ਤੇ ਬਰਾਬਰ ਹੁੰਦਾ ਆ। ਪੋਟੈਂਸ਼ੀਅਲ ਨੂੰ ਆਪਾਂ O ਤੇ P ਨੂੰ ਇਕੁਏਟ ਕਰਕੇ P ਤੇ ਕੱਲੇ ਸਫੀਅਰ ਦੇ ਕਰਕੇ ਆਪਾਂ ਨੂੰ ਮਿਲ ਗਿਆ ਪੋਟੈਂਸ਼ੀਅਲ। ਦੱਸੋ ਗੱਲ ਸਮਝ ਲੱਗੀ ਸਾਰਿਆਂ ਨੂੰ ਕਿ ਨਹੀਂ? सर। ਹਾਂਜੀ
ਸਰ ਜੇ ਬਾਹਰਲਾ Q ਚਾਰਜ ਆਪਾਂ ਨਾ ਰੱਖਦੇ ਸਰ ਫਿਰ ਤਾਂ ਨਹੀਂ ਆਪਾਂ ਕਹਿ ਸਕਦੇ ਸੀ ਕਿ O ਤੇ P ਤੇ ਇਕੁਅਲ ਹੋਏਗਾ। ਜੇ ਬਾਹਰਲਾ ਤੁਸੀਂ ਕਿਉਂ ਨਾ ਰੱਖਦੇ ਤਾਂ ਪਹਿਲੇ ਕਿਹਦਾ ਸਮਾਲ ਕਿਉਂ ਨਹੀਂ ਸਾਰੇ ਪਾਸੇ ਹੀ ਯੂਨੀਫਾਰਮਲੀ ਡਿਸਟ੍ਰੀਬਿਊਟ ਹੋਣਾ ਸੀ। ਜੇ ਮਤਲਬ ਨਾਨ ਯੂਨੀਫਾਰਮ ਹੁੰਦਾ ਫਿਰ ਨਹੀਂ ਨਾਨ ਯੂਨੀਫਾਰਮ ਹੋ ਹੀ ਨਹੀਂ ਪਾਣਾ ਸੀ ਕਿਉਂਕਿ ਉਹ ਆਪਣਾ ਕੰਡਕਟਿੰਗ ਸਫੀਅਰ ਹੈ। ਹਾਂਜੀ ਸਰ ਠੀਕ ਤੇ ਹੈ। ਜੇ ਨਾਨ ਕੰਡਕਟਿੰਗ ਸਫੀਅਰ ਹੁੰਦਾ ਹਨਾ ਫੇਰ ਇਹ ਹਾਂਜੀ। ਹੋਣਾ ਨਹੀਂ ਸੀ, ਫੇਰ ਔਖਾ ਸੀ, ਫੇਰ ਆਪਾਂ ਫਸ ਜਾਣਾ ਸੀ ਕਿਉਂਕਿ ਨਾਨ ਕੰਡਕਟਿੰਗ ਤਾਂ ਹੈ ਹੋ ਸਕਦਾ ਨਾ ਕਿ ਇੱਕ ਪਾਸੇ ਚਾਰਜ ਹੋਵੇ ਦੂਜੇ ਪਾਸੇ ਹੋਵੇ ਨਾ, ਇੱਕੋ ਪਾਸੇ ਸਾਰਾ ਇਕੱਠਾ ਹੋ ਜਾਵੇ, ਇੱਕੋ ਜਗ੍ਹਾ ਤੇ ਅਗਰ ਪਲਾਸਟਿਕ ਹੋ ਗਿਆ ਜਾਂ ਫਿਰ ਪਲਾਸਟਿਕ ਥਰਮੋਕੋਲ ਜਾਂ ਇਦਾਂ ਦੀ ਕੋਈ ਚੀਜ਼ ਹੋਈ ਤਾਂ। ਸਰ ਜੇ ਮੰਨ ਲਓ ਕੰਡਕਟਿੰਗ ਹੀ ਹੈ ਪਰ ਮਤਲਬ ਯੂਨੀਫਾਰਮ ਵੀ ਹੈ ਤਾਂ ਵੀ ਮਤਲਬ P ਤੇ ਇਕੁਅਲ ਨਹੀਂ ਆਪਾਂ O ਦੇ ਇਕੁਅਲ ਨਹੀਂ ਲੈਣਾ ਸੀ ਨਾ। ਨਹੀਂ ਤਾਂ ਬਰਾਬਰ ਹੀ ਸੀ ਨਾ, ਕਿਉਂ ਕਿਉਂਕਿ ਉਹ ਫਿਰ ਤਾਂ ਸਾਰੇ ਸੈਂਟਰ ਤੇ ਹਰ ਗੱਲ ਤੇ ਆਪਾਂ ਹੁਣੀ ਗੱਲ ਆਹੀ ਤਾਂ ਕਰ ਰਹੇ ਸੀ। ਦੇਖ ਨਾ ਮੇਰੀ ਗੱਲ ਸੁਣ, O ਤੇ ਪੋਟੈਂਸ਼ੀਅਲ ਜਿਹੜਾ ਹੈ ਤੇ P ਤੇ ਪੋਟੈਂਸ਼ੀਅਲ ਇਹਦਾ ਬਰਾਬਰ ਇੱਥੇ ਵੀ ਲੈ ਰਹੇ ਆਪਾਂ ਤਾਂ ਉੱਥੇ ਕਿਉਂ ਨਹੀਂ ਲੈਣਾ ਸੀ। ਉੱਥੇ ਤਾਂ ਬਲਕਿ ਹੋਰ ਸੌਖਾ ਹੈ ਕੰਮ ਵੀ, ਮਤਲਬ ਬਲਕਿ ਪੋਟੈਂਸ਼ੀਅਲ ਬਰਾਬਰ ਹੋਣਾ ਵੀ KQ ਆ ਰਹੀ ਸੀ ਦੋਨੋਂ O ਤੇ ਵੀ ਤੇ P ਤੇ ਵੀ। ਕਰਦੇ ਨਹੀਂ ਆਪਾਂ ਸਫੀਅਰ ਦੇ ਅੰਦਰ ਪੋਟੈਂਸ਼ੀਅਲ। ਹਾਂਜੀ ਸਰ ਠੀਕ ਹੈ ਉਹ ਤਾਂ ਫਿਰ ਗੱਲ ਹੀ ਨਹੀਂ ਕੋਈ ਰਹਿ ਗਈ। ਹਾਂਜੀ ਸਰ ਠੀਕ ਹੈ। ਕੋਈ ਗੱਲ ਨਹੀਂ, ਕਈ ਵਾਰ ਜ਼ਿਆਦਾ ਦਿਮਾਗ ਲਾਉਣ ਲੱਗਦੇ ਆਪਾਂ ਨੂੰ ਲੱਗਦਾ ਕਿ ਵੀ ਉਹ ਛੋਟੀ ਬੇਸਿਕ ਗੱਲ ਕਈ ਵਾਰ ਨਾ ਦਿਮਾਗ 'ਚ ਉਹ ਨਹੀਂ ਕਰਦੀ, ਪਰ ਕੋਈ ਗੱਲ ਨਹੀਂ, ਸੋਚਿਆ ਕਰੋ, ਬੋਲਿਆ ਕਰੋ, ਹੌਲੀ ਹੌਲੀ ਸਭ ਆਪਣੇ ਆਪ ਸੈੱਟ ਹੋ ਜਾਊਗਾ। ਇਹ ਗੱਲ ਇਸ ਸਵਾਲ 'ਚ ਦੇਖੋ ਕਿੰਨਾ ਕੁਝ ਵਰਤਿਆ ਗਿਆ ਹੈ, ਦੋ ਲੈਣਾ ਤੁਸੀਂ ਪਰ ਐ ਸਿੱਧਾ ਹੀ ਕਰ ਦਿੰਦਾ ਤਾਂ ਤੁਹਾਡੇ ਲਈ ਰੱਟਾ ਹੋ ਜਾਣਾ ਸੀ। ਹੁਣ ਸਭ ਨੂੰ ਸਮਝ ਰਹੂਗਾ, ਯਾਦ ਰਹੂਗਾ। Yes, sir. ਹੁਣ ਮੈਂ ਇਹ ਗੱਲ ਕਹਾਂ ਕਿ ਅੱਛਾ ਇੱਕ ਤਾਂ ਸ਼ੀਲਡਿੰਗ ਨੂੰ ਲੈ ਕੇ ਜਿਹੜੀ ਮੈਂ ਇਹਨੂੰ ਗੱਲ ਸਮਝਾ ਰਿਹਾ, ਇੱਕ ਗੱਲ ਹੋਰ ਸਮਝੋ। ਜੇ ਮੰਨ ਲਓ ਐ ਹੋ ਜਾਵੇ ਨਾ ਕਿਸੇ ਜਗ੍ਹਾ ਤੇ ਸ਼ੀਲਡਿੰਗ, ਕਿ ਮੰਨ ਲਓ ਕੋਈ ਮੈਨੂੰ ਕਹਿ ਦੇਵੇ, ਦੇਖੋ ਗੱਲ ਸਭ ਸਮਝਣ ਦੀ ਹੈ, ਕਿ ਮੰਨ ਲਓ ਆ ਕੋਈ ਕੰਡਕਟਰ ਹੈ, ਮੈਨੂੰ ਮੈਂ ਕਿਹਾ ਆ ਕੰਡਕਟਰ ਦੀ ਸ਼ੇਪ ਵੀ ਟੇਢੀ ਮੇਢੀ ਹੈ, ਠੀਕ ਹੈ, ਇਹ ਕੰਡਕਟਰ ਇਹ ਮੈਟਰ ਨਹੀਂ ਕਰਦਾ, ਤੇ ਉਹਦੇ ਅਰਾਊਂਡ ਇੱਥੇ ਇੱਕ ਚਾਰਜ ਪਿਆ Q1, ਇੱਥੇ ਇੱਕ ਚਾਰਜ ਪਿਆ ਵਾ Q2, ਤੇ ਮੈਨੂੰ ਕੋਈ ਕਹਿ ਰਿਹਾ ਵੀ ਆ P ਪੁਆਇੰਟ ਦੇ ਉੱਪਰ ਤੁਸੀਂ ਇਲੈਕਟ੍ਰਿਕ ਫੀਲਡ ਦੱਸੋ ਕਿੰਨਾ ਆ, ਪਰ ਦੱਸਣਾ ਕਿਹਦੇ ਕਰਕੇ ਹੈ, ਇੰਡਿਊਸ ਚਾਰजेस ਦੇ ਕਰਕੇ। ਤੇ ਤੁਹਾਨੂੰ ਪਤਾ Q1 ਚਾਰਜ ਹੈਗਾ ਤਾਂ ਤੁਹਾਨੂੰ ਪਤਾ ਇੱਥੇ ਜਿਹੜਾ ਚਾਰਜ ਇੰਡਿਊਸ ਹੋਏਗਾ, ਇੱਥੇ ਨੈਗੇਟਿਵ ਚਾਰਜ ਇੰਡਿਊਸ ਹੋਏਗਾ ਨਾ, ਥੋੜਾ ਇੱਥੇ ਘਟ ਜਾਏਗਾ ਸ਼ਾਇਦ, ਤੇ ਥੋੜਾ ਹੋਰ ਜ਼ਿਆਦਾ ਹੋ ਜਾਏਗਾ ਕਿਉਂਕਿ ਆ ਵੀ ਨੇੜੇ ਆ ਚਾਰਜ ਹੈ ਨਾ, ਯੈਸ ਤੇ ਨॉन ਯੂਨੀਫਾਰਮ ਜਿਹਾ, ਤੇ ਇਧਰਲੇ ਪਾਸੇ ਪੋਜ਼ਿਟਿਵ ਚਾਰਜ ਇੰਡਿਊਸ ਹੋ ਜਾਏਗਾ, ਹੈ ਕਿ ਨਹੀਂ। यस सर। तो ये कोई मैंने क्या कह रहा है P पॉइंट ते फाइंड करना है, कोई मैंने कह दे फाइंड करो इलेक्ट्रिक फील्ड, सिर्फ वो समझा रहा है एट P, पर पता करने के लिए करना जे एक कह रहे फाइंड इलेक्ट्रिक फील्ड एट P, मैं कहूंगा 0, वो केड़ी बड़ी गल है ना, यस 0 ही होएगा, कंडक्टर के अंदर 0 होएगा, पर कह रहे एट ड्यू टू इंड्यूस्ड चार्जेस ओनली, ਤੇ ਤੁਹਾਨੂੰ ਪਤਾ ਕਿ ਉੱਥੇ 0 ਤਾਂ ਹੁੰਦਾ ਕਿਉਂਕਿ ਇੰਡਿਊਸ ਚਾਰजेस ਕਰਕੇ ਤੇ ਐਕਸਟਰਨਲ ਫੀਲਡ ਕਰਕੇ ਉਹ ਕੈਨਸਲ ਹੋ ਰਹੇ ਹੁੰਦੇ ਨੇ। ਸੋ ਮੈਂ ਇੱਥੇ ਇੰਡਿਊਸ ਚਾਰजेस ਕਰਕੇ ਕੋਈ ਫਾਰਮੂਲਾ ਨਹੀਂ ਲਾ ਸਕਦਾ। ਦੇਖੋ ਐਡਾ ਟੇਡਾ ਮੇਡਾ ਕੰਡਕਟਰ ਹੈ, ਕਿੱਥੋਂ ਕੱਢਦਾ ਫਿਰ ਮੈਂ ਡਿਸਟੈਂਸ, ਕਿੱਥੋਂ ਕਰੂੰਗਾ ਇੰਟੀਗ੍ਰੇਸ਼ਨ, ਨਹੀਂ ਕਰ ਸਕਦਾ ਨਾ। ਯੈਸ ਪਰ ਮੈਨੂੰ ਇੱਕ ਗੱਲ ਪਤਾ ਹੈ ਕਿ ਜੇ ਮੈਂ ਇਹ ਕਰ ਲਵਾਂ ਕਿ Q1 ਚਾਰਜ ਦੇ ਕਰਕੇ ਇੱਥੇ ਇਲੈਕਟ੍ਰਿਕ ਫੀਲਡ ਦੇਖ ਲਵਾਂ ਕਿੰਨਾ ਹੈ, ਤੇ ਉਹ ਤਾਂ ਪਤਾ ਲੱਗ ਜੂਗਾ ਨਾ KQY ਆ ਡਿਸਟੈਂਸ ਗਿਵਨ ਨੇ, ਮੰਨ ਲਓ ਆ ਡਿਸਟੈਂਸ ਗਿਵਨ ਨੇ, ਇਹਦਾ डिस्टेंस गिवन है ਤੇ ਆ डिस्टेंस भी गिवन है, ठीक है। यस उफ एप्लीकेशन ਵਿੱਚ ਹੀ ਰੁਕ ਜਾਂਦੀ ਹੈ। ਚਲੋ ਆ डिस्टेंस गिवन है, ਚਲੋ ਹੁਣ ਆ डिस्टेंस ਜਿਹੜਾ ਹੈਗਾ ਮੰਨ ਲਓ ਆ R1 ਹੈ ਤੇ ਆ ਮੰਨ ਲਓ R2 ਹੈ, ਤੇ ਤੁਹਾਨੂੰ ਪਤਾ ਹੈ ਕਿੰਨਾ ਆਏਗਾ ਵਾਲਾ ਹੈ ਨਾ ਇਲੈਕਟ੍ਰਿਕ ਫੀਲਡ, ਪਤਾ ਕਰ ਲਓਗੇ ਇਹ ਤਾਂ ਤੁਸੀਂ, ਤੇ ਦੂਜਾ ਦੇ ਕਰਕੇ ਇਲੈਕਟ੍ਰਿਕ ਫੀਲਡ ਇੱਧਰ ਹੋਏਗਾ, ਆ ਵੀ ਪਤਾ ਕਰ ਲਓਗੇ ਨਾ। यस सर। ਫਿਰ ਤੁਸੀਂ ਇਹ ਵਾਲੇ ਬਾਹਰਲੇ ਦੋਨੋਂ ਚਾਰजेस ਦੇ ਕਰਕੇ ਜਿਹੜਾ ਪਤਾ ਕਰੋਗੇ ਕਿ ਨੈਟ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਆ ਰਿਹਾ, ਤਾਂ ਨੈਟ ਇਲੈਕਟ੍ਰਿਕ ਫੀਲਡ ਤੁਹਾਡਾ ਆ ਜਾਏਗਾ ਫਿਰ ਵੀ ਇੱਧਰ ਨੂੰ ਆ ਰਿਹਾ ਹੈ ਨਾ, यस ਤੇ ਉਹਦਾ ਮੈਗਨੀਟਿਊਡ ਵਗੈਰਾ ਸਭ ਪਤਾ ਲੱਗ ਜਾਊਗਾ। ਉਸ ਤੋਂ ਬਾਅਦ ਤੁਸੀਂ ਕਹੋਗੇ ਵੀ ਇੰਡਿਊਸ ਚਾਰजेस ਕਰਕੇ ਉਹਦੇ ਕਰਕੇ ਕਿੰਨਾ ਆਏਗਾ, ਇੱਧਰ ਨੂੰ ਹੋਏਗਾ, ਬਸ ਉਨਾ ਹੀ। ਸਮਝ ਲੱਗੀ ਗੱਲ। यस ਤੇ ਵੈਸੇ ਸੋਚ ਕੇ ਦੇਖੋ ਪੋਜ਼ਿਟਿਵ ਹੈ ਤੇ ਆ ਨੈਗੇਟਿਵ ਹੈ ਤਾਂ ਇੱਧਰ ਨੂੰ ਹੋਣਾ ਸੀ P ਤੇ, ਪਰ ਨੈਟ ਇਲੈਕਟ੍ਰਿਕ ਫੀਲਡ 0 ਹੈ। ਸੋ ਇਹ ਹੈਗਾ ਕਿਵੇਂ ਆਪਾਂ ਸ਼ੀਲਡਿੰਗ ਨੂੰ ਯੂਜ਼ ਕਰਦੇ ਹਾਂ। ਸਮਝ ਲੱਗ ਗਈ ਗੱਲ ਹੁਣ। यस सर। ਚਲੋ ਆਪਾਂ ਵਾਪਸ ਆਈਏ, ਵਾਪਸ ਆ ਕੇ ਆਪਾਂ ਹੁਣ ਕਰੀਏ ਕੁਐਸਚਨ ਇੱਕ ਹੋਰ ਗਰਾਊਂਡਿੰਗ ਦੇ ਬਾਰੇ ਹੈ, ਇਹ ਸਾਰਾ ਕੁਝ ਵੀ ਪੋਟੈਂਸ਼ੀਅਲ ਨੂੰ 0 ਕਰਨ ਬਾਰੇ। ਸੋ ਦੇਖੋ ਕੁਐਸਚਨ ਹੈਗਾ ਫਾਈਂਡ
मैं डायग्राम बना देना हुणी क्वेश्चन तुसी लिख लो सारे नाल नाल फाइंड हाउ मच चार्ज विल फ्लो फ्रॉम शेल टू अर्थ when switch is closed। ਹੁਣ ਤੁਸੀਂ ਬਹੁਤ ਚੀਜ਼ਾਂ ਨੂੰ ਨਾ ਧਿਆਨ ਨਾਲ ਸਮਝਿਆ ਕਰੋ। ਜਦੋਂ ਆਪਾਂ ਸ਼ੈਲਸ ਨੂੰ ਹੁਣੀ ਗੱਲ ਕਰ ਰਹੇ ਸੀ, ਆਪਾਂ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਇੱਕ ਆਈਸੋਲੇਟਿਡ ਉਹਦੇ ਬਾਰੇ, ਕੰਡਕਟਰ ਬਾਰੇ, ਫਿਰ ਆਪਾਂ ਗੱਲ ਕੀਤੀ ਵੀ ਜੇ ਉਹਦੇ ਆਲੇ ਦੁਆਲੇ ਕੋਈ ਹੋਰ ਚਾਰਜ ਪਿਆ। ਹੁਣ ਆਪਾਂ ਗੱਲ ਕਰਨ ਜਾ ਰਹੇ ਕਿ ਸ਼ੈਲ ਦੇ ਅੰਦਰ ਇੱਕ ਦੂਜਾ ਸ਼ੈਲ ਹੈ, ਕੰਸੈਂਟ੍ਰਿਕ ਸ਼ੈਲਸ ਨੇ, ਤੇ ਕਿਸੇ ਇੱਕ ਨੂੰ ਆਪਾਂ ਉਹ ਕਰਦੇ ਹਾਂ। ਮੰਨ ਲਓ ਆਪਾਂ ਮੈਂ ਕੁਐਸਚਨ ਪੂਰਾ ਕਰ ਦੇਣਾ ਵੀ ਮੰਨ ਲਓ ਆ ਆਪਣਾ ਇੱਕ ਸ਼ੈਲ ਹੈ, ठीक है, ये दो सरफेसिस ने, तुसी कई बार कई जगह ਤੁਹਾਨੂੰ क्वेश्चन प्रैक्टिस करते करते आप ही पता लग जाना भी ਇਹਦੇ ਨਾ ਇਨਰ ਤੇ ਆਊਟਰ ਸਰਫੇਸਿਸ ਤੇ ਜਿਹੜਾ ਚਾਰਜ ਹੈ ਉਹਨੂੰ ਮੈਂਸ਼ਨ ਕਰਨ ਦੀ ਲੋੜ ਕਿਤੇ ਹੋਏਗੀ ਕਿਤੇ ਨਹੀਂ ਹੋਏਗੀ। ਆ ਇੱਕ ਹੋਰ ਸ਼ੈਲ ਹੈ, ਬਣਾ ਲਿਓ ਇਹਨੂੰ। ਆ ਸ਼ੈਲ ਬਣ ਗਿਆ। ਚਲੋ ਚਲੋ ਆ ਜਿਹੜਾ ਸ਼ੈਲ ਹੈਗੇ ਨੇ ਇਹਨਾਂ ਵਿੱਚੋਂ ਜਿਹੜਾ ਅੰਦਰਲਾ ਸ਼ੈਲ ਹੈ ਇਨਰ ਸ਼ੈਲ, ਠੀਕ ਹੈ, ਆਪਾਂ ਇਨਰ ਸ਼ੈਲ ਨੂੰ ਆ ਵੀ ਕੁਐਸਚਨ ਦਾ ਪਾਰਟ ਹੀ ਹੈ। ਇਨਰ ਸ਼ੈਲ ਨੂੰ ਚਾਰਜ ਦਿੱਤਾ 4 ਮਾਈਕਰੋਕੂਲਮ, ਆਊਟਰ ਸ਼ੈਲ ਨੂੰ ਆਪਾਂ ਚਾਰਜ ਦੇਣਾ ਆ ਕਿੰਨਾ 10 ਮਾਈਕਰੋਕੂਲਮ, ਠੀਕ ਹੈ। ਆ ਦਿੱਤਾ ਆਪਾਂ 10 ਉਹਨੂੰ ਦੇਤਾ ਤੇ 4 ਇਹਨਾਂ ਨੂੰ ਦੇਤਾ। ਤੇ ਇਨਰ ਸ਼ੈਲ ਦਾ ਜਿਹੜਾ ਰੇਡੀਅਸ ਹੈਗਾ ਉਹ ਹੈਗਾ a, ਤੇ ਇਹ ਜਿਹੜਾ ਇਹਦਾ ਇੰਟਰਨਲ ਤੇ ਆਊਟਰ ਰੇਡੀਅਸ ਦੋਨੋਂ ਹੀ ਹੈ, ਕਿਉਂਕਿ ਤੁਸੀਂ ਇਹ ਬਹੁਤ ਪਤਲਾ ਹੈ ਸਮਝ ਲਓ, ਠੀਕ ਹੈ, ਨਹੀਂ ਦਿੱਤਾ ਤਾਂ ਸਮਝ ਲਓ ਬਸ ਉਹੀ ਸੇਮ ਹੀ ਹੈ। ਆ ਜਿਹੜਾ ਵਾਰਲਾ ਹੈਗਾ ਇਹ ਹੈਗਾ b ਰੇਡੀਅਸ ਦਾ, ਠੀਕ ਹੈ। ਤੇ ਤੁਸੀਂ ਇਹ ਚ ਕੀ ਕੀਤਾ ਵੀ ਜਿਹੜਾ ਬਾਹਰਲਾ ਆ ਵਾਲਾ ਸ਼ੈਲ ਹੈ ਨਾ, ਇੱਥੇ ਸਵਿਚ ਲਗਾਇਆ ਇੱਕ, ਤੇ ਇਹਦੀ ਅਰਥਿੰਗ ਤੁਸੀਂ ਕਰ ਸਕਦੇ ਹੋ ਸਵਿਚ ਨੂੰ ਕਲੋਜ਼ ਕਰਦੇ ਹੀ। ਤੇ ਤੁਹਾਨੂੰ ਇਹ ਪੁੱਛਿਆ ਗਿਆ ਇਸ ਦੇ ਵਿੱਚ ਕਿ ਦੱਸੋ ਕਿੰਨਾ ਚਾਰਜ ਫਲੋ ਕਰੇਗਾ ਟੂ ਦਾ ਅਰਥ। ਸਭ ਤੋਂ ਪਹਿਲਾਂ ਤਾਂ ਤੁਸੀਂ ਚਾਰजेस ਡਿਸਟ੍ਰੀਬਿਊਟ ਕਰ ਲਓ। ਇਨਰ ਸ਼ੈਲ ਤੇ ਕਿੰਨਾ ਚਾਰਜ ਹੈ 4 ਹੈ ਨਾ, ਤਾਂ ਇਹਦੇ ਸਰਫੇਸ ਤੇ ਰੱਖ ਦਿਓ ਤੁਸੀਂ 4 ਮਾਈਕਰੋਕੂਲਮ, ਕੋਈ ਫਰਕ ਨਹੀਂ ਪੈਂਦਾ। ਪਰ ਜੇ ਸਰਫੇਸ ਤੇ 4 ਰੱਖਿਆ ਤਾਂ ਇਹਦੇ ਇਨਰ ਸਰਫੇਸ ਤੇ ਕਿੰਨਾ ਆਏਗਾ -4 ਤੇ ਟੋਟਲ ਕਿੰਨਾ ਆਏਗਾ 10 ਤੇ ਕਿੰਨਾ ਆ ਜਾਏਗਾ ਉੱਪਰ ਫਿਰ 14 ਮਾਈਕਰੋਕੂਲਮ, ਠੀਕ ਹੈ ਗੱਲ। ਯੈਸ ਸਰ, ਕਲੀਅਰ ਹੈ। ਤਾਂ ਤੁਸੀਂ ਬਸ ਇਹ ਦੱਸਣਾ ਮੈਨੂੰ ਕਿ ਪੋਟੈਂਸ਼ੀਅਲ ਆ ਜਿਵੇਂ ਆ ਜਿਹੜਾ ਪੁਆਇੰਟ P ਹੈ ਨਾ, ਜਿਹੜੇ ਪੁਆਇੰਟ ਅਟੈਚ P ਪੁਆਇੰਟ ਸਰਫੇਸ ਤੇ ਜਿੱਥੇ ਮਰਜ਼ੀ ਲੈ ਸਕਦੇ, ਆ ਪੁਆਇੰਟ P ਹੈ, potential at P must be 0 ना जब switch is closed है ना। yes sir, when switch is closed then potential at P 0 होना चाहिए ना। yes sir, ਤੇ potential at P ਤੁਸੀਂ ਕੈਲਕੂਲੇਟ ਕਰ ਲਓ। ਕਿਵੇਂ ਕੈਲਕੂਲੇਟ ਕਰੋਗੇ potential at P ਨੂੰ? ਦੇਖੋ ਪਹਿਲਾਂ ਤਾਂ ਤੁਸੀਂ ਕੈਲਕੂਲੇਟ ਕਰੋਗੇ ਇਨਰ ਸ਼ੈਲ ਦੇ ਕਰਕੇ, ਆਹ ਵਾਲੇ ਕਰਕੇ, ਛੋਟੇ ਸ਼ੈਲ ਦੇ ਕਰਕੇ, ਉਹ ਕਿੰਨਾ ਆਏਗਾ K into 4 ਮਾਈਕਰੋਕੂਲਮ ਆਏਗਾ, yes sir, डिवाइड बाय A आएगा कि B आएगा? B, है B आएगा। फिर अगले -4 ਜਿਹੜਾ ਇਨਰ ਹੈਗਾ बेसिकली ये करते ही जाने हैं, -4 माइक्रोकूलम डिवाइडेड बाय फिर B आएगा है ना, क्योंकि ਉਹਦਾ ਤਾਂ रेडियस इतना है। फिर प्लस क्या आएगा K into 14 माइक्रोकूलम, और फिर वही आएगा B ही आएगा। आ चीज 0 होनी चाहिए, आता पहले ही कटिया गया, समझ लगी गल। yes sir, ਇਹ ਚੀਜ਼ 0 ਹੋਏਗੀ ਤਾਂ ਦੱਸੋ ਕਿਵੇਂ 0 ਹੋਏਗੀ। VP ਜਿਹੜਾ ਹੈ VP ਦੀ ਵੈਲਿਊ ਆ VP ਦੀ ਵੈਲਿਊ ਹੈ ਹਨਾ। ਪਹਿਲੀ ਗੱਲ ਤਾਂ VP ਦੀ ਵੈਲਿਊ ਲਿਖ ਰਹੇ ਸੀ ਆਪਾਂ, ਸਮਝ ਲਓ VP ਦੀ ਵੈਲਿਊ ਆਇਆ, VP ਨੂੰ 0 ਕਰਨਾ ਹੈ ਆਪਾਂ। VP 0 ਕਦੋਂ ਹੋਏਗਾ ਤੁਸੀਂ ਬਸ ਇਹ ਦੱਸੋ। ਜਦੋਂ 14 ਮਾਈਕਰੋਕੂਲਮ 0 ਹੋ ਜਾਏ, ਮਤਲਬ 14 ਮਾਈਕਰੋਕੂਲਮ ਨੀਚੇ ਚਲ ਜਾਏ, ਅਰਥ ਹੋ ਜਾਏ। ਹਾਂ ਪੂਰਾ ਦਾ ਪੂਰਾ ਚੱਲ ਜਾਏਗਾ ਨੀਚੇ। ਪਰ ਥੋੜਾ ਇਹਨੂੰ ਮੈਥਮੈਟਿਕਲੀ ਥੋੜਾ ਜਿਹਾ ਆਪਾਂ ਗਲਤੀ ਕਰਕੇ ਇਹਨੂੰ ਲਿਖਣ ਦੇ ਤਰੀਕੇ 'ਚ, ਪਤਾ ਕੀ ਆਪਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਆ ਤਾਂ ਉਹਦਾ ਨਾਰਮਲ ਹੈ ਨਾ, ਜਦੋਂ ਸਵਿਚ ਕਲੋਜ਼ ਨਹੀਂ ਕੀਤਾ। ਜਦੋਂ ਸਵਿਚ ਕਲੋਜ਼ ਕੀਤਾ ਮਤਲਬ ਐ ਯੈਲੋ ਨਾਲ ਸ਼ੋ ਕਰ ਦਿੰਦਾ ਮੈਂ, ਯੈਲੋ ਕਲਰ ਨਾਲ। ਜਦੋਂ ਸਵਿਚ ਕਲੋਜ਼ ਕੀਤਾ ਤਾਂ ਇੱਥੇ 4 14 ਥੋੜੀ ਦਿਖਾਉਂਗਾ ਮੈਂ, ਹਨਾ। yes sir, ਫਿਰ ਮੈਂ ਇਹ ਦਿਖਾਉਂਗਾ ਕਿ 4 ਤੇ -4 ਨੂੰ ਨਹੀਂ ਛੇੜੂਗਾ ਮੈਂ, ਹਨਾ। ਪਰ ਇਹ ਆਊਟਰ ਸ਼ੈਲ ਤੇ ਜਿਹੜਾ ਚਾਰਜ ਮੈਂ ਮੰਨ ਲੂੰਗਾ Q ਹੈ, ਤਾਂ ਫਿਰ ਇੱਥੇ ਬੇਸਿਕਲੀ Q ਆਊਗਾ।
है ना, yes sir, इज इक्वल टू 0 ਇਹਦਾ ਮਤਲਬ ਕੀ ਹੋਏਗਾ q ਇਕੁਅਲ ਟੂ 0 ਮਤਲਬ ਤੁਸੀਂ ਕੀ ਕਹੋਗੇ all of the charge on outer shell will flow to the earth, ground ਸਮਝ ਲੱਗੀ ਸਾਰਿਆਂ ਨੂੰ ਕਿ ਨਹੀਂ ਦੱਸੋ yes sir, ਤੁਸੀਂ ਹੁਣ ਇਸੇ ਸਵਾਲ ਨੂੰ ਤੁਸੀਂ ਕਿਸੇ ਹੋਰ ਐਂਗਲ ਤੋਂ ਸੋਚ ਸਕਦੇ ਹੋ। ਹੁਣ ਮੈਂ ਇਨਰ ਆਊਟਰ ਸ਼ੈਲ ਇਸ ਤਰ੍ਹਾਂ ਨਹੀਂ ਬਣਾਉਂਗਾ, ਥੋੜਾ ਫਾਸਟ ਕਰੀਏ ਆਪਾਂ ਕਿ ਫਿਰ ਉਹੀ ਸਵਾਲ ਹੈ ਸੇਮ ਕੁਐਸਚਨ ਵਿਦ ਸਮ ਚੇਂजेस। ਇਹਦੇ 'ਚ ਵੀ ਇੱਕ ਸ਼ੈਲ ਹੈ, ਆ ਦੂਸਰਾ ਸ਼ੈਲ ਹੈ ਕੰਸੈਂਟ੍ਰਿਕ, ਤੇ ਇਹਦੇ 'ਚ ਵੀ ਡਿਸਟ੍ਰੀਬਿਊਸ਼ਨ ਉਵੇਂ ਹੀ ਹੈ। ਮੰਨ ਲਓ ਜਾਂ ਫਿਰ ਮੰਨ ਲਓ ਇਹਨੂੰ ਜਿਹੜਾ ਚਾਰਜ ਦਿੱਤਾ, ਮੰਨ ਲਓ ਇਸ ਵਾਰ ਆਪਾਂ 2 ਮਾਈਕਰੋਕੂਲਮ ਦਿੱਤਾ ਆ ਤੇ ਇਨਰ ਵਾਲੇ ਨੂੰ 4 ਦਿੱਤਾ ਹੈ ਮੰਨ ਲਓ, ਤਾਂ ਅੰਦਰ ਵਾਲੇ ਨੂੰ 4 ਦੋਗੇ ਇੱਥੇ 4 ਆ ਜਾਏਗਾ, ਇੱਥੇ ਇਨਰ ਤੇ -4 ਆ ਜਾਏਗਾ, ਬਾਹਰ ਕਿੰਨਾ ਆ ਜਾਏਗਾ ਹੁਣ 6 6 ਆ ਜਾਏਗਾ ਹਨਾ। ਤੇ ਹੁਣ ਉਹ ਕਹਿ ਰਹੇ ਨੇ ਕਿ ਅਰਥਿੰਗ ਇੱਥੇ ਕੀਤੀ ਹੈ, ਮਤਲਬ ਇੱਥੇ ਸਵਿਚ ਲਾਇਆ S ਤੇ ਅਰਥਿੰਗ ਇੱਥੇ ਸ਼ੋ ਕਰ ਦੇਣਾ ਆਪਾਂ ਅੰਦਰ ਵੀ ਇਨਰ ਸ਼ੈਲ ਨੂੰ ਅਰਥ ਕੀਤਾ ਆ। ਫਿਰ ਬਾਕੀ ਸਾਰੀ ਗੱਲ ਹੋਈ ਆ, ਇਹਦਾ ਰੇਡੀਅਸ A ਹੈ, ਇਹਦਾ ਰੇਡੀਅਸ B ਹੈ। ਤੇ ਹੁਣ ਦੱਸੋ ਹਾਊ ਮਚ ਚਾਰਜ ਵਿਲ ਫਲੋ ਟੂ ਅਰਥ, ਕੈਲਕੂਲੇਟ ਕਰੋ ਸਾਰੇ। ਹੁਣ ਤੁਸੀਂ ਪੋਟੈਂਸ਼ੀਅਲ ਕਿਸ ਪੁਆਇੰਟ ਦਾ ਜ਼ੀਰੋ ਕਰਨਾ ਹੈ, ਇਸ ਪੁਆਇੰਟ ਦਾ ਨਾ, P ਪੁਆਇੰਟ yes ਦਾ, sir, ਤੇ P ਪੁਆਇੰਟ ਤੇ ਟੋਟਲ ਪੋਟੈਂਸ਼ੀਅਲ ਪਹਿਲਾਂ ਲਿਖੋ। ਤੇ ਪਹਿਲੀ ਗੱਲ ਤਾਂ ਇਹ ਜਦੋਂ ਸਵਿਚ ਨੂੰ ਕਲੋਜ਼ ਕਰੋਗੇ ਤਾਂ ਉਦੋਂ ਤੁਸੀਂ ਚਾਰजेस ਨੂੰ ਇੱਥੇ 4 ਰੱਖੋਗੇ, ਇਹਨੂੰ no sir, ਕੀ ਰੱਖੋਗੇ, Q ਰੱਖ ਦੋਗੇ ਨਾ, yes sir, ਮੰਨ ਲਓ Q ਰਹਿ, ਪਰ ਜੇ ਇਹਨੂੰ Q ਕਰੋਗੇ ਤਾਂ ਨਾਲ ਹੀ ਬਾਹਰਲਾ ਬਦਲਣਾ ਪੈਣਾ ਕਿ ਨਹੀਂ, yes sir, mine. ਤੇ ਫਿਰ ਨਾਲ ਹੀ ਬਾਹਰਲਾ ਕੀ ਹੋਏਗਾ, ਸਮਝ ਲੱਗੀ ਗੱਲ। yes ਪਿਛਲੇ ਵਾਲੇ ਕੇਸ ਪੰਗਾ ਨਾ ਪਿਆ ਕੋਈ, ਪਿਛਲੇ ਕੇਸ ਤਾਂ ਬਾਹਰ ਆਪਾਂ ਕਿਉਂ ਕਰਤਾ ਪਤਾ ਲੱਗਦਾ, ਅੰਦਰਲੇ ਦਾ ਛੇੜਨਾ ਨਹੀਂ, ਅੰਦਰਲਾ ਤਾਂ ਜਾ ਨਹੀਂ ਸਕਦਾ ਹਨਾ। ਪਰ ਇੱਥੇ ਜਦੋਂ ਅੰਦਰਲੇ ਸਫੀਅਰ ਨੂੰ ਕੀਤਾ, ਅੰਦਰਲੇ ਸਫੀਅਰ ਤੇ ਚਾਰਜ ਤੁਸੀਂ ਮੰਨ ਲਿਆ ਕਿ ਮੰਨ ਲਓ ਬਾਅਦ ਚ ਫਲੋ ਕਰ ਗਿਆ ਜਾਂ ਅੰਦਰ ਜੋ ਮਰਜ਼ੀ ਹੋਇਆ ਕਿਉਂ ਰਹਿ ਗਿਆ, ਤੇ ਜੇ ਅੰਦਰ ਚ ਕਿਉਂ ਰਹਿ ਗਿਆ ਤਾਂ ਨਾਲ ਹੀ ਬਾਹਰਲਾ ਸਾਰਾ ਸਿਸਟਮ ਬਦਲ ਨਹੀਂ ਗਿਆ ਹੋਣਾ ਫਿਰ। yes ਤੇ ਫਿਰ ਉਹਦੇ ਕਰਕੇ ਤੁਸੀਂ ਕੀ ਕਰੋਗੇ, ਪੋਟੈਂਸ਼ੀਅਲ ਐਟ P ਜਿਹੜਾ ਕੈਲਕੂਲੇਟ ਕਰੋਗੇ, ਜਿਹਨੂੰ 0 ਬਾਅਦ ਕਰੋਗੇ, ਕੀ ਆਏਗਾ, ਉਹ ਪਹਿਲਾਂ ਤਾਂ ਆਏਗਾ K into Q by A, ਆਇਆ ਕਿ ਨਹੀਂ, Yes sir. yes sir, फिर आएगा K इंटू माइनस क्यू बटा B, फिर K इंटू 2 प्लस क्यू बटा B, आही आएगा ना पोटेंशियल। yes sir, इस चीज के बराबर पुट करोगे 0 एंड सॉल्व कर लो, देखो क्या रहे, ये जो K का उड़ाई दो, K उड़ गया, ये आ गया Q, ये आएगा 1 बटा 1 बाय A माइनस 1 बाय B, ते ये आ जाएगा 2 प्लस Q बाय B आइएगा इक्वल टू 0, एक ही आ जाएगा Q बाय A, इतो आ जाएगा कला Q बाय A, Q बाय B माइनस है तो इतने आएगा Q बाय B प्लस, कटिया गया ना कि मैंने गलत लग रहा है, Q बाय B प्लस दा, हाँ इतने माइनस दा कटिया गया, प्लस 2 बाय B बचे है ना, yes तो Q कितना आएगा -2 A बाय B, आ आएगा चार्ज ऑन द इनर शेल। समझ लगी गल, तो ये माइक्रोकूलम च आएगा सारा कुछ। तो हिमानी कितना चार्ज फ्लो कर गया, sir, 4 minus चार्ज फ्लो कितना कर गया 4 माइनस 2A by P, 4 माइनस Q आया बेसिकली तो, है ना, yes sir, Q की वैल्यू अपनी नेगेटिव है, आएगा yes ठीक है गल, yes sir, पता लग रही भी सारे ਨੂੰ। yes sir, ਇਸ ਤਰ੍ਹਾਂ ਅੰਦਰ ਦੀ ਗਰਾਊਂਡਿੰਗ, ਬਾਹਰ ਦੀ ਗਰਾਊਂਡਿੰਗ ਦੇ ਨਾਲ ਪੈਣ ਵਾਲੇ ਫਰਕ, ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ, ਇਹਨੂੰ ਆਪਣੇ ਸ਼ਬਦਾਂ 'ਚ ਲਿਖ ਲੈਣਾ ਸਾਰਿਆਂ ਨੇ। सर समझाओ एक बारी सर, ਹਾਂਜੀ ਹਾਂਜੀ ਬੋਲੋ। सर आ समझाओ एक बारी क्वेश्चन समझ नहीं आया। ਇਹ ਕੁਐਸਚਨ 'ਚ ਆਪਾਂ ਕੁਝ ਨਹੀਂ ਕੀਤਾ, ਜਿਵੇਂ ਪਹਿਲਾਂ ਅਰਥਿੰਗ ਨਹੀਂ ਕੀਤੀ ਪਿਛਲੇ ਸਵਾਲ 'ਚ, हाँ जी सर, ਬਾਹਰਲੇ ਪਾਸੇ ਕੀਤੀ ਹੈ, यस सर, ਬਾਹਰਲੇ ਪਾਸੇ ਅਰਥਿੰਗ sir. ਨਾਲ ਅੰਦਰਲੇ ਨੂੰ ਕੋਈ ਫਰਕ ਨਹੀਂ ਪਿਆ, ਬਾਹਰਲਾ ਕੋਈ ਚਾਰਜ ਜੋ ਵੀ ਆ 14 ਰਹਿ ਗਿਆ ਕਿ Q ਰਹਿ ਗਿਆ, ਹਨਾ। हाँ जी सर,
अर्थिंग अंदर करती तू अंदरले शैल ਨੂੰ ਜੇ ਅੰਦਰਲੇ ਸ਼ੈਲ ਨੂੰ ਅਰਥਿੰਗ ਕਰੇਗਾ 4 ਮਾਈਕਰੋਕੂਲਮ ਦਾ ਚਾਰਜ ਨਹੀਂ ਰਹਿਣਾ ਨਾ ਉੱਤੇ ਹੁਣ ਹਾਂਜੀ ਸਰ ਕਹਿਣ ਨੂੰ ਆਪਾਂ ਇਹ ਕਹਿ ਸਕਦੇ ਸੀ ਸਾਰਾ ਫਲੋ ਕਰ ਜੂਗਾ ਵੀ ਸਾਰਾ ਤਾਂ ਫਲੋ ਕਰੂਗਾ ਜੇ ਆਈਸੋਲੇਟਡ ਹੋਇਆ ਜਿਵੇਂ ਪਹਿਲੇ ਕੇਸ ਜਿਵੇਂ ਅੱਜ ਲੈਕਚਰ ਸ਼ੁਰੂ ਹੋਇਆ ਆਪਣਾ ਹਾਂਜੀ ਸਰ ਪਰ ਇੱਥੇ ਆਈਸੋਲੇਟਡ ਥੋੜੀ ਉਹਦੇ ਆਲੇ ਦੁਆਲੇ ਦੂਜਾ ਸ਼ੈਲ ਵੀ ਪਿਆ ਵਾ ਸੋ ਚਾਰਜ ਆਪਾਂ ਕਹਿੰਦੇ ਵੀ ਉਸਦਾ ਜ਼ੀਰੋ ਨਾ ਹੋਇਆ ਹੋਵੇ ਪਰ ਪੋਟੈਂਸ਼ੀਅਲ ਜ਼ੀਰੋ ਹੋ ਜਾਊਗਾ ਆਪਾਂ ਅੰਦਰਲੇ ਸ਼ੈਲ ਤੇ ਮੰਨ ਲਿਆ ਕਿ ਕਿਊ ਚਾਰਜ ਰਹਿ ਗਿਆ ਹੁਣ ਠੀਕ ਹੈ ਨਾ ਜੇ ਕਿਊ ਰਹਿ ਗਿਆ ਤੇ ਅੰਦਰਲੇ ਸ਼ੈਲ ਤੇ ਫਿਰ ਉਹ ਦੂਜੇ ਤੇ ਇਨਰ ਸ਼ੈਲ ਤੇ ਕਿੰਨਾ ਹੋ ਗਿਆ ਮਾਈਨਸ ਕਿਊ ਆਊਗਾ ਯੈਸ ਸਰ ਉਹਨੂੰ ਟੋਟਲ ਚਾਰਜ 2 ਮਾਈਕਰੋਕੂਲਮ ਦਿੱਤਾ ਹੋਇਆ ਸੀ ਤਾਂ ਫਿਰ ਬਾਹਰਲੇ ਪਾਸੇ 2 ਕਿਊ ਹੋਣਾ ਪਊਗਾ ਨਹੀਂ ਤਾਂ ਪੂਰਾ 2 ਨਹੀਂ ਬਣਨਾ ਹਾਂਜੀ ਫਿਰ ਆਪਾਂ ਪੀ ਪੁਆਇੰਟ ਤੇ ਪੋਟੈਂਸ਼ੀਅਲ ਲਿਖਿਆ ਬਸ ਪੋਟੈਂਸ਼ੀਅਲ ਜਿਵੇਂ ਆਪਾਂ ਸਿੰਪਲ ਕੁਐਸਚਨ ਕਰਦੇ ਸੀ ਸ਼ੈਲਸ ਵਾਲੇ ਯੈਸ ਸਰ ਉਹ ਲਿਖਣਾ ਪਤਾ ਲੱਗਿਆ ਕਿਵੇਂ ਫਾਰਮੂਲੇ ਲਾਏ ਆ ਹਾਂਜੀ ਸਰ ਬਸ ਫਿਰ ਉਹ ਲਾ ਕੇ ਆਪਾਂ ਕੁਝ ਨਹੀਂ ਕੀਤਾ ਕਿਊ ਕੈਲਕੂਲੇਟ ਕਰ ਲਿਆ ਵੀ ਸਮਾਲ ਕਿਊ ਇੰਨਾ ਹੁਣ ਇੰਨਾ ਰਹਿ ਗਿਆ ਚਾਰਜ ਅੱਛਾ ਇੱਕ ਗੱਲ ਦੇਖੋ ਪਹਿਲਾਂ ਪੋਜ਼ਿਟਿਵ ਚਾਰਜ ਸੀਗਾ ਤੇ ਹੁਣ ਨੈਗੇਟਿਵ ਹੋ ਗਿਆ ਹਨਾ ਯਾਨੀ ਇਹਦਾ ਮਤਲਬ ਕਿ ਚਾਰਜ ਜਿਹੜਾ ਫਲੋ ਕਰ ਗਿਆ ਉਹ ਪਹਿਲਾਂ ਪੋਜ਼ਿਟਿਵ ਦਾ ਪੂਰਾ ਫਲੋ ਕਰ ਗਿਆ ਇੰਨਾ ਹੀ ਹੋਰ ਵੀ ਫਲੋ ਕਰ ਗਿਆ ਤਾਂ ਹੀ ਤਾਂ ਨੈਗੇਟਿਵ ਆ ਗਿਆ ਹੁਣ ਹਾਂਜੀ ਸਰ ਪੋਜ਼ਿਟਿਵ ਨੈਗੇਟਿਵ ਨੂੰ ਇਹ ਸਮਝਿਆ ਕਰੋ ਅੱਛਾ ਮੰਨ ਲਾ ਬਲਜੀਤ ਤੇਰਾ ਮੰਨ ਲਾ ਅਕਾਊਂਟ ਕਿਤੇ ਠੀਕ ਆ ਹਾਂਜੀ ਸਰ ਤੇਰੇ ਮੰਨ ਲਾ ਤੇਰਾ ਕਿਤੇ ਅਕਾਊਂਟ ਹੈਗਾ ਬੈਂਕ ਅਕਾਊਂਟ ਆ ਹਾਂਜੀ ਸਰ ਮੋਬਾਈਲ ਦਾ ਰੀਚਾਰਜ ਹੁੰਦਾ ਜਿਵੇਂ ਹਾਂਜੀ ਸਰ ਇਹ ਮੋਬਾਈਲ 'ਚ ਨਾ ਇੱਕ ਸਕੀਮ ਲੱਗੀ ਹੋਈ ਆ ਕੋਈ ਵੀ ਮੰਨ ਲਾ ਗਾਣੇ ਗੁਣੇ ਵਾਲੀ ਵੀ ਤੈਨੂੰ ਕੋਈ ਫੋਨ ਕਰੇ ਤੁਹਾਨੂੰ ਗੀਤ ਗੂਤ ਸੁਣਦੇ ਹੋਣ ਠੀਕ ਹਾਂਜੀ ਸਰ ਉਹਦੇ ਕੰਪਨੀ ਕਹਿੰਦੀ ਵੀ ਅਸੀਂ ਤਾਂ 50 ਰੁਪਏ ਕੱਟਾਂਗੇ ਮਹੀਨੇ ਦੇ ਹਾਂ ਤੂੰ ਰੀਚਾਰਜ ਹੀ ਨਹੀਂ ਕਰਾਇਆ ਤੇਰੇ ਮੋਬਾਈਲ 'ਚ ਹੈ ਹੀ 15 ਰੁਪਏ ਆ ਮੰਨ ਲਾ ਕੱਟਣ ਵਾਲਾ ਦਿਨ ਆ ਗਿਆ ਨੇੜੇ ਜਦੋਂ ਕੰਪਨੀ ਨੇ ਕੱਟਣੇ ਆ ਪੈਸੇ ਹੁਣ ਤੇਰੇ ਪੈਸੇ ਜੋ ਕੰਪਨੀ ਕੱਟੂਗੀ ਤਾਂ ਤੇਰਾ ਬੈਲੈਂਸ ਕਿੰਨਾ ਰਹਿ ਜੂ ਦੱਸ ਉਹ ਮਾਈਨਸ ਚੱਲ ਜਾਣਾ -35 ਚੱਲ ਜਾਣਾ ਨਾ ਚਾਰਜ ਨਾਲ ਵੀ ਆਉਂਦਾ ਵੀ ਪੋਜ਼ਿਟਿਵ ਚਾਰਜ ਹੈਗਾ ਸੀ ਬਾਅਦ ਚ ਨੈਗੇਟਿਵ ਹੋ ਗਿਆ ਕਹਿਣ ਦਾ ਭਾਵ ਪੋਜ਼ਿਟਿਵ ਤਾਂ ਸਾਰਾ ਗਿਆ ਹੀ ਜਿੰਨਾ ਨੈਗੇਟਿਵ ਹੋਇਆ ਉਹਨੇ ਹੋਰ ਚਲੇ ਗਿਆ ਸਮਝੋ ਹਨਾ ਉਨਾ ਹੀ ਚਾਰਜ ਹੋਰ ਚਲੇ ਗਿਆ ਇਸ ਲਈ ਆਪਾਂ ਆਮ ਕਰਕੇ ਲਿਖ ਦਿੰਦਾ ਹੈ ਕਿ ਚਾਰਜ ਫਲੋ ਕਰ ਗਿਆ ਵੀ ਜਿੰਨਾ ਸੀਗਾ ਪਹਿਲਾਂ ਮਾਈਨਸ ਜਿੰਨਾ ਹੁਣ ਹੈਗਾ ਤੇ ਜਿੰਨਾ ਹੁਣ ਹੈਗਾ ਉਹ ਨੈਗੇਟਿਵ ਹੈ ਤਾਂ ਉਹ ਨੈਗੇਟਿਵ ਆਪਣੇ ਆਪ ਪੋਜ਼ਿਟਿਵ ਹੋ ਕੇ ਆ ਗਿਆ ਵੀ ਇੰਨਾ ਕੱਟਿਆ ਗਿਆ ਜਿਵੇਂ 15 ਰੁਪਏ ਤੇਰੇ ਗਏ ਤੇ ਨਾਲ ਆਹ 35 ਹੋਰ ਗਏ ਹਾਂਜੀ ਸਰ ਸਮਝ ਲੱਗੀ ਗੱਲ ਹਾਂਜੀ ਸਰ ਚਲੋ ਚੰਗੀ ਤਰ੍ਹਾਂ ਹੁਣ ਅੱਗੇ ਕਰੀਏ ਨੈਕਸਟ ਸ਼ੀਲਡਿੰਗ ਦਾ ਚਲੋ ਤੁਹਾਨੂੰ ਮੈਂ ਗੱਲ ਕੀਤੀ ਹੈ ਇਹਨੂੰ ਮੈਂ ਅਲੱਗ ਹੀ ਰੱਖਦਾ ਅੱਛਾ ਹੁਣ ਹੈ ਕਿ ਗਰਾਊਂਡਿੰਗ ਆਫ ਪਲੇਟਸ ਵੀ ਪਲੇਟਾਂ ਨੂੰ ਗਰਾਊਂਡ ਕਰਨਾ ਕੀ ਹੋਏਗਾ ਜਿਵੇਂ ਆ ਆਪਣੇ ਲਈ ਜ਼ਿਆਦਾ ਇੰਪੋਰਟੈਂਟ ਆਪਾਂ ਕਾਫੀ ਅੱਗੇ ਕੰਮ ਕਰਾਂਗੇ ਕੈਪੈਸਿਟਰ ਵਗੈਰਾ ਵੀ ਗਰਾਊਂਡਿੰਗ ਆਫ ਪਲੇਟਸ ਚੰਗੀ ਤਰ੍ਹਾਂ ਸਮਝੋ ਇਸ ਚੀਜ਼ ਨੂੰ ਵੀ ਜੇ ਪਲੇਟ ਹੈਗੀ ਮੰਨ ਲਓ ਜਿਵੇਂ ਆਪਾਂ ਆ ਪਲੇਟ ਹੈ ਇੱਕ ਲਓ ਜੀ ਇੱਕ ਆ ਪਲੇਟ ਹੈ ਠੀਕ ਹੈ ਜੀ ਮੰਨ ਲਓ ਕਿ ਇੱਥੇ ਆ ਪਹਿਲੀ ਪਲੇਟ ਹੈ ਇਹ ਪਲੇਟ ਦਾ ਨਾਮ ਰੱਖ ਦਿਓ ਪਹਿਲੀ ਪਲੇਟ ਹੈ ਇਹ ਦੂਜੀ ਪਲੇਟ ਹੈ ਠੀਕ ਇਸ ਪਲੇਟ ਤੇ ਮੰਨ ਲਓ ਇਸ ਪਾਸੇ 2 ਮਾਈਕਰੋਕੂਲਮ ਚਾਰਜ ਹੈ ਇਸ ਪਾਸੇ 6 ਮਾਈਕਰੋਕੂਲਮ ਚਾਰਜ ਹੈ ਅੱਛਾ ਜੇ ਇੱਥੇ 6 ਹੈ ਤਾਂ ਇੱਥੇ ਪੱਕੀ ਗੱਲ ਕਿੰਨਾ ਹੋਏਗਾ -6 ਹੋਏਗਾ ਇਧਰ ਬਾਹਰਲੇ ਪਾਸੇ ਮੰਨ ਲਓ 2 ਮਾਈਕਰੋਕੂਲਮ ਚਾਰਜ है ठीक है आप इस तरह एक कंडीशन देख ली भी 6 -6 2 and 2 ठीक है आ चार डिस्ट्रीब्यूशन जिवें ਆਪਾਂ ਕਰਦੇ ਆ ਕੋਈ ਨਾ ਕੋਈ ਹੋਈ ਹੋਈ ਹੈ ਸਮਝ ਲਓ ਫਿਲਹਾਲ ਗੱਲ ਇਦਾਂ ਇੰਨਾ ਸਮਝ ਕੇ ਲਿਓ ਤੁਸੀਂ ਹੁਣ ਦੇਖੋ ਜਦੋਂ ਆਪਾਂ ਗੱਲ ਕਰੀਏ ਇੱਥੇ V1 ਤੇ V2 ਚ ਕੀ ਫਰਕ ਹੋਏਗਾ ਜਿਵੇਂ ਦੇਖੋ ਜੇ ਮੈਂ ਕਹਾਂ ਕਿ ਆਹ ਪਲੇਟ ਦਾ ਪੋਟੈਂਸ਼ੀਅਲ ਹੈਗਾ ਆ V1 ਆਹ ਪਲੇਟ ਦਾ ਪੋਟੈਂਸ਼ੀਅਲ ਹੈਗਾ V2 ਤੁਸੀਂ ਦੱਸੋ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਜਿਹੜਾ ਹੁੰਦਾ ਹੈ ਤੁਹਾਨੂੰ ਸਮਝਾਇਆ ਸੀ ਨਾ ਉਦੋਂ ਚੰਗੀ ਤਰ੍ਹਾਂ ਬਲਜੀਤ ਤੂੰ ਨਾਲ ਸੀਗਾ ਜਦੋਂ ਮੈਂ ਪੁੱਛ ਰਿਹਾ ਸੀ ਬਾਰ-ਬਾਰ ਹਰ ਪਲੇਟ ਲਈ ਇੱਥੇ ਜਿਹੜਾ ਇਲੈਕਟ੍ਰਿਕ ਹੁੰਦਾ ਆ ਉਹ ਕਿਹੜੇ ਚਾਰਜ ਕਰਕੇ ਹੁੰਦਾ 6 - 6 ਕਰਕੇ ਕਿ 2 ਕਰਕੇ ਸਰ 6 - 6 ਕਰਕੇ ਹਾਂ 2 ਤੇ 2 ਕਰਕੇ ਅੰਦਰ ਇਲੈਕਟ੍ਰਿਕ ਫੀਲਡ ਨਹੀਂ ਆਉਂਦਾ ਇਹਨਾਂ ਕਰਕੇ ਅੰਦਰ ਕੈਨਸਲ ਹੋ ਜਾਣਾ ਆਹ ਵਾਲੇ 2 ਨੇ ਇੱਥੇ ਇੱਧਰ ਕੈਨਸਲ ਹੋ ਜਾਣਾ ਇਹ ਵਾਲੇ ਕਰਕੇ ਹੋਊਗਾ 6 ਤੇ -6 ਕਰਕੇ ਗੱਲਾਂ ਹਨਾ ਤੇ ਜੇ ਪਲੇਟਾਂ ਦੇ ਵਿਚਕਾਰ ਜਿਹੜਾ ਡਿਸਟੈਂਸ ਆ ਇਹ ਹੈਗਾ d ਇਲੈਕਟ੍ਰਿਕ ਫੀਲਡ ਹੈਗਾ ਤੁਹਾਡਾ ਯੂਨੀਫਾਰਮ ਇਸ ਪੁਆਇੰਟ ਤੇ ਜੇ ਤੁਸੀਂ ਐਂਗਲ ਕਰੋ ਵੀ ਆਹ ਪੁਆਇੰਟ ਹੈਗਾ A ਆਹ ਪੁਆਇੰਟ ਹੈਗਾ B ਤੇ A ਪੁਆਇੰਟ ਤੇ B ਪੁਆਇੰਟ ਜਿਹੜਾ ਪੋਟੈਂਸ਼ੀਅਲ ਹੋਗਾ ਉਹੀ V2 - V1 ਹੋਊਗਾ ਤੇ V2 - V1 ਜਿਹੜਾ ਹੋਊਗਾ ਐਕਚੁਅਲੀ ਨਹੀਂ V2 - V1 ਨਾ ਕਹੀਏ ਆਪਾਂ ਇਨ ਮੈਗਨੀਟਿਊਡ ਗੱਲ ਕਰੀਏ ਤਾਂ V1 - V2 ਕਹੀਏ
क्योंकि पोटेंशियल V1 ਤੇ ਜ਼ਿਆਦਾ ਹੋਊਗਾ ਕਿ V2 ਤੇ ਜ਼ਿਆਦਾ ਹੋਊਗਾ, ਆ ਵੀ ਦੱਸ ਦੇ ਬਲਜੀਤ। सर एक ज्यादा होगा। ਇੱਕ ਤੇ ਜ਼ਿਆਦਾ ਹੋਊਗਾ ਕਿਉਂਕਿ ਇਲੈਕਟ੍ਰਿਕ ਫੀਲਡ ਜਿੱਧਰ ਨੂੰ ਜਾਂਦਾ ਹੈ ਨਾ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਪੋਟੈਂਸ਼ੀਅਲ ਘਟਦਾ ਆ। घटदा हाँ जी सर। ਇਹਦੇ 'ਚ ਜ਼ਿਆਦਾ ਹੋਊਗਾ, V1 ਜ਼ਿਆਦਾ V2 ਘੱਟ। V1 - V2 ਜਿਹੜਾ ਹੋਊਗਾ ਉਹ ਬਰਾਬਰ ਹੋਊਗਾ ਜਿੰਨਾ ਇਲੈਕਟ੍ਰਿਕ ਫੀਲਡ ਹੈਗਾ ਤੇ ਜਿੰਨਾ ਉਹਨਾਂ 'ਚ ਡਿਸਟੈਂਸ। ਆ ਗੱਲ ਕਲੀਅਰ ਹੋਈ ਸਭ ਨੂੰ? Yes, sir. यस सर। ਸਿੰਪਲ ਜੀ ਗੱਲ ਆ, ਹਨਾ। ਹੁਣ ਮੈਂ ਇਹ ਕਹਿ ਰਿਹਾ ਕਿ ਜੇ ਮੰਨ ਲਓ ਹੁਣ ਮੈਂ ਇਹ ਕਰ ਲਵਾਂ ਕਿ ਮੈਂ ਇਹ ਵਾਲੇ ਜਿਹੜੇ ਦੋਨੋਂ ਪਲੇਟਾਂ ਨੇ ਨਾ ਇਹਨਾਂ ਨੂੰ ਆਪਸ 'ਚ ਹੀ ਜੋੜ ਦੇਵਾਂ ਪਹਿਲਾਂ, ਬਸ ਆਪਸ 'ਚ ਹੀ ਜੋੜਤਾ ਇਹ। ਜਿਵੇਂ ਮੈਂ ਇਹਨਾਂ ਨੂੰ ਆਪਸ 'ਚ ਜੋੜਿਆ ਤਾਂ ਕੰਡਕਟਰ ਦੇ ਵਿੱਚ ਜਦੋਂ ਆਪਾਂ ਕੰਡਕਟਰਸ ਨੂੰ ਜੋੜਦੇ ਆ ਕਿਸੇ ਵੀ ਕੰਡਕਟਿੰਗ ਵਾਇਰ ਨਾਲ ਕਿਹਦੇ ਨਾਲ, ਤਾਂ ਦੋਨਾਂ ਦਾ ਪੋਟੈਂਸ਼ੀਅਲ ਕੀ ਹੋ ਜਾਂਦਾ? Same. ਸੇਮ ਹੋ ਜਾਂਦਾ ਨਾ, ਹਨਾ। ਇਹਦਾ ਮਤਲਬ ਜਿਵੇਂ ਆ ਜੋੜਿਆ ਕੰਮ ਕਰਨ ਤੋਂ ਬਾਅਦ V1 ਤੇ V2 ਬਰਾਬਰ ਹੋ ਜਾਣਗੇ। Yes, sir. यस सर। ਤੇ V1 ਤੇ V2 ਬਰਾਬਰ ਹੋਣਗੇ ਮਤਲਬ ਕਿ ਫਿਰ ਇਲੈਕਟ੍ਰਿਕ ਫੀਲਡ ਇਨਟੂ D = 0 ਹੋ ਜਾਊਗਾ। Yes, sir. ਮਤਲਬ ਇਲੈਕਟ੍ਰਿਕ ਫੀਲਡ ਖਤਮ ਹੋ ਜਾਣਾ ਚਾਹੀਦਾ ਨਾ ਇਹਨਾਂ ਵਿੱਚ। Yes, sir. ਤੇ ਇਲੈਕਟ੍ਰਿਕ ਫੀਲਡ ਖਤਮ ਪਤਾ ਕਿਵੇਂ ਹੋਊਗਾ? ਆ ਜਿਹੜਾ 6 ਮਾਈਕਰੋ ਕੂਲਮ ਆ ਨਾ ਵਾਲਾ, ਇਹ ਇਸ ਤਾਰ ਦੇ ਰਾਹੀਂ, ਕਿਉਂਕਿ ਪੋਟੈਂਸ਼ੀਅਲ ਇੱਥੇ ਜ਼ਿਆਦਾ ਆ ਇੱਥੇ ਘੱਟ ਆ, ਇੱਥੋਂ ਚਾਰਜ ਫਲੋ ਕਰਕੇ ਇੱਧਰ ਆ ਜਾਊਗਾ ਤੇ 6 ਨੇ ਲਿਆ ਕੇ ਇੱਧਰ -6 ਨੂੰ ਕੀ ਕਰ ਦੇਣਾ? हाँ 6 माइक्रोकूलम and -6 माइक्रोकूलम will neutralize ਇਹਦੇ in between ਇਹ ਕੰਮ ਹੋਗਾ, न्यूट्रलाइज ਹੋ ਜਾਊਗਾ ਇਲੈਕਟ੍ਰਿਕ ਫੀਲਡ ਜਿਹੜਾ ਅੰਦਰ ਉਹ ਖਤਮ ਹੋ ਜਾਊਗਾ, ਠੀਕ ਹੈ। ਤੇ ਚਾਰਜ ਆਊਟਰ ਸਰਫੇਸਿਸ ਤੇ ਜਿਹੜਾ ਰਹਿ ਗਿਆ ਨਾ ਉਹ ਨਹੀਂ ਰਹੂਗਾ। ਜਿਵੇਂ ਕਿ ਮੈਂ ਜੇ ਆ ਗੱਲ ਕਹਾਂ ਇਹਦੇ ਵਿੱਚ ਹੀ ਵੀ ਹੁਣ ਹੋਊਗੀ ਕੀ ਚੀਜ਼ ਵੀ ਇਸ ਤਰ੍ਹਾਂ ਪਲੇਟ ਹੋਊਗੀ ਜਿਵੇਂ ਪਹਿਲਾਂ ਸੀ। मैं थोड़ा डायग्राम छोटा बनाता हूँ, गल समझ लो। ਜਿਹੜਾ ਪੋਟੈਂਸ਼ੀਅਲ ਸੌਰੀ ਇੱਥੇ ਬਾਹਰ 2 ਮਾਈਕਰੋਕੂਲਮ ਸੀ, 2 ਮਾਈਕਰੋਕੂਲਮ ਰਹੂਗਾ, ਇੱਥੇ ਵੀ 2 ਸੀਗਾ 2 ਰਹੂਗਾ, ਅੰਦਰ ਕਿੰਨਾ ਰਹਿ ਜਾਊਗਾ ਹੁਣ ਚਾਰਜ? 0, sir. ਕਿਉਂਕਿ ਤੁਸੀਂ ਦੋਨਾਂ ਨੂੰ ਜੋੜਤਾ ਆ। ਸੋ ਜੇ ਵੀ ਪਲੇਟਾਂ ਨੂੰ ਜੋੜਿਆ ਨਾਲ ਹੀ ਖਤਮ, ਕਿਉਂਕਿ ਦੋਨਾਂ ਪਲੇਟਾਂ ਦਾ ਪੋਟੈਂਸ਼ੀਅਲ ਜਿਹੜਾ ਹੈ ਉਹ ਬਿਲਕੁਲ ਬਰਾਬਰ ਹੋਣ ਦੀ ਕੋਸ਼ਿਸ਼ ਕਰੂਗਾ। ਦੱਸੋ ਗੱਲ ਸਮਝ ਲੱਗ ਗਈ ਸਾਰਿਆਂ ਨੂੰ? Yes, sir. Yes, sir. ਠੀਕ ਹੈ। ਸੋ ਹੁਣ ਇਹਨੂੰ ਚੰਗੀ ਤਰ੍ਹਾਂ ਸਮਝੋ। ਹੁਣ ਇਹੀ ਗੱਲ ਨੂੰ ਆਪਾਂ ਅਪਲਾਈ ਕਰ ਸਕਦੇ ਹਾਂ 2 ਪਲੇਟਾਂ ਤੋਂ ਇਲਾਵਾ, ਜੇ 2 ਤੋਂ ਜ਼ਿਆਦਾ ਪਲੇਟਾਂ ਵੀ ਹੋਣ ਤਾਂ ਵੀ। ਜਿਵੇਂ ਕਿ ਹੁਣ ਕੁਐਸਚਨ ਦੇਖੋ, ਕੁਐਸਚਨ ਦੇ ਵੀ ਤੁਹਾਨੂੰ ਬੈਟਰ ਸਮਝ ਲੱਗੂਗਾ। ਮੰਨ ਲਓ ਆਹ ਕੁਐਸਚਨ ਹੈ, ਫਿਰ ਐਵੇਂ ਆਪਣੇ ਕੋਲ ਪਲੇਟਾਂ ਹੈਗੀਆਂ ਨੇ, ਮੰਨ ਲਓ ਹੈਗੀਆਂ ਪਲੇਟਾਂ 3, ਇੱਕ ਪਲੇਟ ਆਇਆ, ਦੂਸਰੀ ਪਲੇਟ ਇੱਥੇ ਪਈ ਹੈ, ਪਲੇਟ ਦਾ ਏਰੀਆ ਵਗੈਰਾ ਸੇਮ ਹੈ, ਤੇ ਤੀਸਰੀ ਪਲੇਟ ਥੋੜੀ ਦੂਰ ਪਈ ਹੈ ਜਾ ਕੇ, ਇੱਥੇ ਪਈ ਹੈ। ਹੁਣ ਹੋਇਆ ਕੀ ਹੈ ਵੀ ਇਹ ਦੋਨੋਂ ਪਲੇਟਸ ਵਿੱਚ ਡਿਸਟੈਂਸ ਜਿਹੜਾ ਹੈ ਉਹ D ਹੈ, ਤੇ ਆਹ ਦੋਨੋਂ ਪਲੇਟਸ ਵਿੱਚ ਜਿਹੜਾ ਡਿਸਟੈਂਸ ਹੈ ਉਹ ਹੈਗਾ 2D। ਠੀਕ ਹੈ ਜੀ ਗੱਲ? Yes, sir. ਮੰਨ ਲਓ ਕਿ ਇਹਦੇ ਵਿੱਚ ਚਾਰਜ ਡਿਸਟ੍ਰੀਬਿਊਸ਼ਨ ਹੋ ਚੁੱਕੀ ਹੈ। ਸੋ ਆਪਾਂ ਮੰਨ ਲੈਂਦੇ ਕਿ ਮੰਨ ਲਓ ਆ ਚਾਰਜ ਜੋ ਵੀ ਚਾਰਜ ਦਿੱਤਾ ਇੱਥੇ ਆ ਗਿਆ 4 ਮਾਈਕਰੋਕੂਲਮ, ਉਹ ਤੁਹਾਨੂੰ ਪਤਾ ਡਿਸਟ੍ਰੀਬਿਊਸ਼ਨ ਚੰਗੀ ਤਰ੍ਹਾਂ ਕਰਾਈ ਹੋਈ ਹੈ, ਤਾਂ ਤੁਹਾਨੂੰ ਮੈਂ ਉਹ ਗੱਲ ਨਹੀਂ ਇੱਥੇ ਵਿੱਚ ਪਾਉਂਦਾ। ਇੱਥੇ 2 ਆ ਗਿਆ, ਇੱਥੇ ਮੰਨ ਲਓ -2 ਆ ਗਿਆ, ਤੇ ਇੱਥੇ 6 ਆ ਗਿਆ, ਇੱਥੇ -6 ਆ ਗਿਆ, ਤੇ ਇੱਥੇ ਬਾਹਰ 4 ਆ ਗਿਆ, ਤੇ ਤੁਹਾਨੂੰ ਪਤਾ ਹੀ ਹੈ ਬਾਹਰ 4 ਆਊਗਾ ਕਿਉਂਕਿ ਇਧਰ ਆਊਟਰ ਸਰਫੇਸ ਤੇ ਸੇਮ ਆਉਂਦਾ ਨਾ, ਸਾਰਾ ਟੋਟਲ ਚਾਰਜ ਬਟਾ 2 ਕਰਦੇ ਆ ਨਾ ਆਪਾਂ। Yes, sir. यस ਆ ਪਹਿਲੀ ਪਲੇਟ ਹੈਗੀ ਆ ਦੂਜੀ ਪਲੇਟ ਹੈਗੀ ਆ ਤੀਜੀ ਪਲੇਟ ਹੈਗੀ ਆ। ਮੰਨ ਲਓ ਡਿਸਟੈਂਸ ਇਹਨਾਂ ਚ ਤੁਹਾਨੂੰ ਪਤਾ ਹੀ ਹੈ। ਆਪਾਂ ਕਹਿ ਰਹੇ ਕਿ ਆਪਾਂ ਕੀ ਕੀਤਾ, ਆਪਾਂ ਪਹਿਲੀ ਪਲੇਟ ਨੂੰ ਤੀਜੀ ਨਾਲ ਜੋੜਿਆ ਹੈ ਸਵਿਚ ਦੇ ਥਰੂ। ਹਲੇ ਸਵਿਚ ਔਨ ਨਹੀਂ ਕੀਤਾ ਆਪਾਂ, ਹਲੇ ਸਵਿਚ ਨੂੰ ਕਲੋਜ਼ ਨਹੀਂ ਕੀਤਾ। ਸਵਾਲ ਕੀ ਹੈ ਦੇਖੋ, ਸਵਾਲ ਹੈਗਾ ਫਾਈਂਡ ਚਾਰਜ on plates 1 and 3 if they are connected by copper wire कह लो या conducting wire कह लो। ਹੁਣ ਇਹ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ ਵੀ ਇਹ ਸਵਾਲ 'ਚ ਆਪਾਂ ਕਿਸ ਗੱਲ ਦਾ ਧਿਆਨ ਦੇਣਾ। ਪਹਿਲੀ ਗੱਲ ਤਾਂ ਦੇਖੋ, ਜੇ ਆਪਾਂ ਵਿਚਕਾਰਲੀ ਪਲੇਟ ਨੂੰ ਛੇੜਿਆ ਹੀ ਨਹੀਂ ਆ, ਜਿਹੜੀ ਬਿਟਵੀਨ ਪਲੇਟ ਹੈਗੀ ਆਪਣੀ ਦੂਸਰੇ ਨੰਬਰ ਵਾਲੀ, ਤਾਂ ਉਹਦੇ ਉੱਪਰ ਟੋਟਲ ਚਾਰਜ ਨੂੰ ਕੋਈ ਫਰਕ ਪੈ ਸਕਦਾ? No, sir. No, sir. ਨਹੀਂ ਪੈ ਸਕਦਾ।
ਦੂਜੀ ਗੱਲ ਇਹ ਹੈ ਕਿ ਇੱਥੇ ਇਧਰਲੇ ਪਾਸੇ ਇਨਰ ਫੇਸ ਤੇ 2 ਮਾਈਕਰੋਕੂਲਮ ਆ, ਉਧਰ -6 ਮਾਈਕਰੋਕੂਲਮ ਆ ਨਾ। Yes. ਪਹਿਲੀ ਤਾਂ ਇੱਥੇ ਇਹ ਵੀ ਨਹੀਂ ਕਿ ਨਿਊਟਰਲਾਈਜੇਸ਼ਨ ਹੋ ਜਾਊਗਾ ਬਾਕੀ ਬਰਾਬਰ ਵੰਡਿਆ ਜਾਊਗਾ, ਇਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ। ਆਪਾਂ ਨੂੰ ਬਹੁਤ ਧਿਆਨ ਨਾਲ ਸੋਚ ਸਮਝ ਕੇ ਇਹ ਕੁਐਸਚਨ ਕਰਨਾ ਪੈਣਾ। ਆਪਾਂ ਨੂੰ ਸਮਝਣਾ ਪੈਣਾ ਕਿ ਬੇਸਿਕਲੀ ਜਦੋਂ ਆਪਾਂ ਸਵਿਚ ਨੂੰ ਕਲੋਜ਼ ਕਰਾਂਗੇ ਤਾਂ ਉਹਦੇ ਨਾਲ ਕੀ ਫਰਕ ਪਏਗਾ। ਇਹਦੇ 'ਚ ਆਪਾਂ 2-3 ਗੱਲਾਂ ਜਿਹੜੀ ਯੂਜ਼ ਕਰਾਂਗੇ, ਜਿਹੜੀਆਂ 2-3 ਉਹ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਪਹਿਲਾਂ ਤਾਂ ਇਹਨੂੰ ਦੇਖੋ, ਡਾਇਗਰਾਮ ਨੂੰ ਪਹਿਲਾਂ ਦੁਬਾਰਾ ਮੈਂ ਇੱਥੇ ਬਣਾ ਕੇ ਸਮਝਾਣਾ ਤੁਹਾਨੂੰ ਇੱਕ ਗੱਲ। ਇੱਥੋਂ ਹੀ ਚੱਕ ਲੈਣਾ ਮੈਂ। ਆ ਦੇਖੋ, ਇਹਦੇ ਉੱਪਰ ਹੀ ਮੈਂ ਓਵਰ ਰਾਈਟਿੰਗ ਕਰੂੰਗਾ। ਆ ਪਿਆ ਵਾ ਤੁਹਾਡਾ ਸਿਸਟਮ, ਠੀਕ ਹੈ। ਇਹਦੇ ਵਿੱਚ ਦੇਖੋ ਵੀ ਜਿਹੜਾ ਇਲੈਕਟ੍ਰਿਕ ਫੀਲਡ ਹੋਏਗਾ, ਪਹਿਲੇ ਗੱਲ ਤਾਂ ਇੱਥੇ ਹੋਏਗਾ ਇਸ ਡਾਇਰੈਕਸ਼ਨ 'ਚ, ਹਨਾ। यस सर। ਜਿਹੜਾ ਇਲੈਕਟ੍ਰਿਕ ਫੀਲਡ ਇੱਥੇ ਹੋਏਗਾ ਉਹ ਕਿਹੜੇ ਚਾਰजेस ਕਰਕੇ ਹੋ ਰਿਹਾ? 2 माइक्रोकूलम और -2। 2 ਤੇ -2 ਕਰਕੇ। ਤੇ ਜਿਹੜਾ ਇੱਥੇ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਹੋਏਗਾ, ਪੋਜ਼ਿਟਿਵ ਇੱਧਰ ਹੈ, ਨੈਗੇਟਿਵ ਇੱਧਰ ਹੈ, ਹਨਾ। ਕਿੱਧਰ ਨੂੰ ਹੋਏਗਾ ਦੇਖੋ, ਐ ਹੋਏਗਾ। ਸਮਝ ਲੱਗੀ ਗੱਲ? Yes, sir. Yes, sir. ਪਰ ਜਦੋਂ ਆਪਾਂ ਸਵਿਚ ਕਲੋਜ਼ ਕਰਾਂਗੇ ਨਾ ਤਾਂ ਇਹ ਕ੍ਰੀਏਟ ਹੋਣ ਜਾ ਰਹੀ ਹੈ ਪ੍ਰੋਬਲਮ। ਦੇਖੋ ਪਹਿਲੀ ਗੱਲ ਤਾਂ ਇਹ ਕਿ ਜਿਵੇਂ ਪੋਟੈਂਸ਼ੀਅਲ ਦੀ ਗੱਲ ਕਰਾਂ, ਮੰਨ ਲਓ ਪਹਿਲੇ ਦਾ ਪੋਟੈਂਸ਼ੀਅਲ ਹੈਗਾ V1, ਦੂਜੇ ਦਾ ਪੋਟੈਂਸ਼ੀਅਲ ਹੈਗਾ ਮੰਨ ਲਓ V2 ਕਿਸੇ ਟਾਈਮ ਤੇ, ਦੂਜੇ ਦਾ ਪੋਟੈਂਸ਼ੀਅਲ V3। ਜਦੋਂ ਆਪਾਂ ਸਵਿਚ ਨੂੰ ਕਲੋਜ਼ ਹਲੇ ਨਹੀਂ ਕੀਤਾ, ਪਰ ਜਦੋਂ ਤੁਸੀਂ ਸਵਿਚ ਨੂੰ ਕਲੋਜ਼ ਕਰੋਗੇ ਤਾਂ V1 ਤੇ V3 ਕੀ ਹੋਣ ਜਾ ਰਹੇ ਨੇ? इक्वल। ਇਕੁਅਲ। ਅਗਰ ਸਵਿਚ ਕਲੋਜ਼ ਕਰ ਦੋਗੇ, ਮੈਂ ਹੁਣ ਪਿਕਚਰ ਬਣਾਉਂਗਾ, ਦੂਜੀ ਤੀਜੀ ਵੀ ਬਣਾਉਂਗਾ। ਅਗਰ ਸਵਿਚ ਕਲੋਜ਼ ਕਰੋਗੇ then V1 ਤੇ V3 ਬਰਾਬਰ ਹੋਣ ਜਾ ਰਹੇ ਨੇ, ਹਨਾ। यस। Yes, sir. ਤੇ ਜਦੋਂ ਤੁਸੀਂ ਇਲੈਕਟ੍ਰਿਕ ਫੀਲਡ ਹੁਣੀ ਦੇਖ ਰਹੇ ਹੋ ਸਵਿਚ ਕਲੋਜ਼ ਕਰਨ ਤੋਂ ਪਹਿਲਾਂ, ਆਹ ਰੈੱਡ ਕਲਰ ਦਾ ਬਣਾਇਆ ਜੋ ਮੈਂ ਹੁਣੀ, ਤਾਂ ਇਸ ਸਾਈਡ ਨੂੰ ਜਾਂਦੇ ਹੋਏ ਪੋਟੈਂਸ਼ੀਅਲ ਕੀ ਹੋ ਰਿਹਾ ਤੁਹਾਡਾ? ਡਿਕਰੀਜ਼ ਕਿ ਇਨਕਰੀਜ਼? Decrease. ਡਿਕਰੀਜ਼ ਹੋ ਰਿਹਾ ਵਾ। ਤੇ ਇੱਧਰ ਜਾਂਦੇ ਹੋਏ Decrease. ਹੋਰ ਡਿਕਰੀਜ਼ ਹੋਣਾ ਚਾਹੀਦਾ ਕਿ ਨਹੀਂ? यस Yes, सर। sir. ਬੰਦਾ ਕਹੂਗਾ ਕਿਵੇਂ ਹੋ ਸਕਦਾ ਹੈ ਵੀ V1 ਤੇ V3 ਦਾ ਪੋਟੈਂਸ਼ੀਅਲ, ਮਤਲਬ ਆ ਪਿਕਚਰ ਆ ਵਾਲੀ ਨਹੀਂ ਹੈਗੀ। ਆ ਜਿਹੜੀ ਅਸਲੀ ਪਿਕਚਰ ਸਵਿਚ ਕਲੋਜ਼ ਕਰਨ ਤੋਂ ਬਾਅਦ ਆ ਪਿਕਚਰ ਨਹੀਂ ਹੋਊਗੀ, ਜਿਹੜੀ ਪਿਕਚਰ ਮੈਂ ਹੁਣੀ ਬਣਾਈ ਹੈ, ਕਿਉਂਕਿ ਮੈਂ ਹਲੇ ਸਵਿਚ ਕਲੋਜ਼ ਕੀਤਾ ਹੀ ਨਹੀਂ ਹੈ। ਨੀਚੇ ਦੇਖੋ ਓਪਨ ਹੀ ਆ। सर ਹਾਂਜੀ सर ਹਾਂਜੀ। सर बाहरले चार्जेस करके अंदर नहीं होगा इलेक्ट्रिक फील्ड? ਕਿਹਦੇ ਕਰਕੇ? बाहरले चार्जेस करके ਬਾਹਰਲੇ ਚਾਰजेस ਕਰਕੇ ਕਿਵੇਂ? ਮਤਲਬ सर 4 ਦੇ आप 4 माइक्रोकूलम का 6 माइक्रोकूलम ਕੈਂਸਲ ਹੀ ਹੋਊਗਾ ਨਾ ਉਹਦੇ ਕਰਕੇ, ਤਾਂ ਉਹਨਾਂ ਦੇ ਕਰਕੇ ਤਾਂ ਕੈਂਸਲ ਨਹੀਂ ਹੋ ਜਾਊਗਾ, ओके सर। ਅੰਦਰ ਕੈਂਸਲ ਹੀ ਹੁੰਦਾ हाँ ਉਹਨਾਂ जी ਦੇ। सर ठीक है। ਦੇਖਣਾ ਠੀਕ ਹੈ। ਬੜੇ ਧਿਆਨ ਨਾਲ ਸਮਝ। ਦੇਖ, ਜੇ ਮੈਂ ਇਹ ਕੰਡਕਟਰ ਦੇ ਅੰਦਰ ਲੱਭਾਂ ਨਾ, ਇਸ ਪੁਆਇੰਟ ਤੇ, ਮਤਲਬ ਆਹ ਪੁਆਇੰਟ ਤੇ ਪੋਟੈਂਸ਼ੀਅਲ, ਆਹ ਵਾਲਾ ਪੁਆਇੰਟ P ਹੈ, ਇਸ ਪੁਆਇੰਟ P ਦੇ ਉੱਪਰ हाँ जी ਜਿਹੜਾ ਆ 2 ਮਾਈਕਰੋਕੂਲਮ ਹੈਗਾ ਵਾ, ਇਹਦੇ ਕਰਕੇ ਹੋਊਗਾ ਇਲੈਕਟ੍ਰਿਕ ਫੀਲਡ ਇੱਧਰ ਨੂੰ, ਤੇ ਆ -2 ਮਾਈਕਰੋਕੂਲਮ ਕਰਕੇ ਇੱਧਰ ਨੂੰ, ਹਨਾ। हाँ जी सर। ਠੀਕ ਹੈ, ਕੈਂਸਲ ਹੋ ਜਾਊਗਾ ਨਾ, हाँ जी सर। ਠੀਕ ਹੈ ਨਾ। ਤੇ ਜੇ ਤੁਸੀਂ 4 ਕਰਕੇ ਤੇ -4 ਕਰਕੇ ਸੋਚੋਗੇ ਤਾਂ 4 ਤੇ 4 ਕਰਕੇ ਵੀ ਕੈਂਸਲ ਹੋ ਜਾਊਗਾ, ਕਿਉਂਕਿ ਇਸ ਪੁਆਇੰਟ ਤੇ 4 ਕਰਕੇ ਪੋਟੈਂਸ਼ੀਅਲ ਹੋਊਗਾ ਇੱਧਰ ਨੂੰ, ਉਹ ਵਾਲੇ ਉਧਰਲੇ 4 ਕਰਕੇ ਹੋਊਗਾ ਇੱਧਰ ਨੂੰ। ਤੂੰ ਕਰਕੇ ਦੇਖੇਗਾ ਸਾਰਾ ਮੁੜ ਕੁੜ ਕੇ ਪਲੇਟਾਂ ਦੇ ਅੰਦਰ ਕਿਸੇ ਵੀ ਪੁਆਇੰਟ ਤੇ ਇੱਥੇ 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 ਇਲੈਕਟ੍ਰਿਕ ਫੀਲਡ 0 ਹੋਊਗਾ। ਬਾਹਰਲੀ ਸਾਈਡ नहीं ਪੋਟੈਂਸ਼ੀਅਲ, सर मैं कह रहा ਹਾਂ सर इलैक्ट्रिक फील्ड सर ਤੁਸੀਂ ਐਰੋ ਬਣਾਇਆ ਨਾ, ਇਹਦੇ ਵਿੱਚ ਮੈਂ ਕਹਿ ਰਿਹਾ ਸੀਗਾ ਬਾਹਰਲੇ ਕਰਕੇ 0 ਹੀ ਹੋਊਗਾ। हाँ मतलब मैं नेट इलेक्ट्रिक फील्ड बनाया बस, वो बाहर ले अंदर लेकर के अलग अलग थोड़ी कर रहे हैं ਆਪਾਂ ਇੱਥੇ। नेट इलेक्ट्रिक फील्ड ਆਪਾਂ ਜਿਹੜਾ ਬਣਾਇਆ ਬਸ। ਤੇ ਆਪਾਂ ਇਹ ਕਹਿ ਰਹੇ ਵੀ ਕੱਟਣਾ ਚਾਹੀਦਾ। ਹੁਣ ਤੁਸੀਂ ਸੋਚ ਕੇ ਦੇਖੋ, ਜੇ V1 ਹੈ ਤੇ V2 ਹੈ ਤੇ V3 ਹੈ, ਜੇ ਇੱਧਰ ਜਾਂਦੇ ਹੋਏ ਘਟੂਗਾ, ਇੱਧਰ ਜਾਂਦੇ ਵੀ ਘਟੂਗਾ, ਤਾਂ ਆ ਤੇ ਆ ਬਰਾਬਰ ਕਿਵੇਂ ਹੋ ਸਕਦੇ ਨੇ, ਹਨਾ। यस। Yes, sir. ਮਤਲਬ ਜਾਂ ਤਾਂ ਜੇ ਇੱਧਰ ਜਾਂਦੇ ਘਟ ਰਿਹਾ ਤਾਂ ਇੱਧਰੋਂ ਫਿਰ ਵਧਣਾ ਪੈਣਾ ਨਾ, ਜਾਂ ਇਧਰੋਂ ਵਧੂਗਾ ਤਾਂ ਇਧਰ ਕੱਟਣਾ ਪੈਣਾ। ਮਤਲਬ ਕਹਿੰਦਾ ਦੋ ਗੱਲਾਂ ਇਹੀ ਹੋ ਸਕਦੀਆਂ ਨੇ, V1 ਤੇ V3 ਬਰਾਬਰ, ਨਹੀਂ ਤਾਂ ਹੋ ਹੀ ਨਹੀਂ ਸਕਦੇ। ਹਾਂਜੀ ਪਨਮ, ਹਾਂਜੀ ਪਨਮ, ਪਨਮ ਆਵਾਜ਼ ਨਹੀਂ ਆ ਰਹੀ ਤੇਰੀ, हैंड रेज किया है तो पर तेरी आवाज नहीं आ रही।
ਬਈ ਨੈਟਵਰਕ ਵਗੈਰਾ ਦਾ ਤੁਸੀਂ ਧਿਆਨ ਰੱਖੋ ਥੋੜਾ, ਤੁਹਾਨੂੰ ਇਹ ਗੱਲ ਬਾਰੇ ਸੋਚਣਾ ਪੈਣਾ ਨੈਟਵਰਕ ਦੇ ਕਰਕੇ ਤੁਹਾਡਾ ਇਹ ਕਦੋਂ ਤੱਕ ਚੱਲੂਗਾ ਨਹੀਂ ਦਾ ਕੰਮ। ਆਪਣਾ ਵਾਈਫਾਈ ਵਗੈਰਾ ਦੇਖੋ, ਕੋਈ ਵਾਈਫਾਈ ਲਵਾ ਲਓ, ਕੋਈ ਜਿਹੜਾ ਤੁਹਾਡੇ ਉਧਰ ਸਰਵਿਸ ਪ੍ਰੋਵਾਈਡਰ ਹੋਵੇ ਕੋਈ ਵਾਈਫਾਈ ਦੇ ਸਕਦਾ ਹੋਵੇ ਤੁਹਾਨੂੰ, ਹੁਣ ਇਹ ਕੰਮ ਦਾ ਲੰਬਾ ਹੀ ਚੱਲਣਾ ਹੈ। ਮੇਰੀ ਗੱਲ ਸਮਝ ਲੱਗ ਰਹੀ ਸਾਰਿਆਂ ਨੂੰ ਆ ਵਾਲੀ? ਮੈਂ ਸਿਰਫ ਇਹ ਮੈਂ ਕੁਝ ਨਹੀਂ ਕਹਿ ਰਿਹਾ, ਮੈਂ ਬਸ ਆ ਕਹਿ ਰਿਹਾ ਕਿ ਆ V1 ਹੈ ਯੈਸ ਆ V3 ਹੈ, ਤੇ ਇਹਨਾਂ ਦੋਨਾਂ ਨੂੰ ਜੇ ਜੋੜੋਗੇ ਆ ਦੋਨੋਂ ਬਰਾਬਰ ਹੋਣੇ ਚਾਹੀਦੇ ਆ। ਹੁਣ ਜੇ ਇਲੈਕਟ੍ਰਿਕ ਫੀਲਡ ਜਿਵੇਂ ਮੈਂ ਡਰਾ ਕੀਤਾ ਆ, ਇੱਧਰ ਵੀ ਕੱਟੂਗਾ ਇੱਧਰ ਵੀ ਕੱਟੂਗਾ, ਫਿਰ ਤਾਂ ਗੱਲ ਹੋ ਹੀ ਨਹੀਂ ਸਕਦਾ ਕਿ ਬਰਾਬਰ ਹੋ ਜਾਣ। ਯੈਸ ਕਹਿਣ ਦਾ ਭਾਵ ਇਹ ਹੈ ਮੇਰਾ ਕਿ ਤੁਹਾਡੀ ਪਿਕਚਰ ਅਸਲੀ ਇਦਾਂ ਦੀ ਬਣੇਗੀ ਕਿ ਜਿਹੜੀ ਤੁਹਾਡੀ ਪਲੇਟ ਹੈ ਸੈਂਟਰ ਵਾਲੀ, ਤੇ ਇੱਕ ਪਲੇਟ ਇੱਧਰ ਹੈ ਤੇ ਇੱਕ ਆਇਆ, ਤਾਂ ਤੁਹਾਡੇ ਇਲੈਕਟ੍ਰਿਕ ਫੀਲਡ ਜਿਹੜੇ ਨੇ ਨਾ, ਜਾਂ ਤਾਂ ਤੁਹਾਡੇ ਇਲੈਕਟ੍ਰਿਕ ਫੀਲਡ ਇਧਰੋਂ ਵੀ ਬਾਹਰ ਨੂੰ ਇੱਧਰ ਨੂੰ ਹੋਣੇ ਚਾਹੀਦੇ ਆ, ਤੇ ਇਧਰੋਂ ਇੱਧਰ ਨੂੰ ਹੋਣੇ ਚਾਹੀਦੇ ਆ, ਤਾਂ ਜਾ ਕੇ ਤੁਸੀਂ ਕਹਿ ਸਕਦੇ ਹੋ ਕਿ V ਤੇ V1 ਤੇ V3 ਬਰਾਬਰ ਹੋਣਗੇ, ਹਨਾ? ਯੈਸ ਸਰ। ਜਾਂ ਫਿਰ ਯੈਸ ਇਧਰੋਂ ਜੇ ਇੱਧਰ ਨੂੰ ਲੈਣੇ ਲੈ ਲਓ, ਕਿਉਂਕਿ ਕੋਈ ਗੱਲ ਨਹੀਂ ਆਪਣਾ ਆਨਸਰ ਨਿਕਲ ਜਾਣਾ ਦੋਨੋਂ ਪਾਸੇ, ਤਾਂ ਇਧਰੋਂ ਤੁਸੀਂ ਇੱਧਰ ਨੂੰ ਲਾਓਗੇ ਫਿਰ ਇਲੈਕਟ੍ਰਿਕ ਫੀਲਡ। ਸਮਝ ਲੱਗੀ ਗੱਲ? ਯੈਸ ਸਰ। Yes, sir. ਪਹਿਲੀ ਗੱਲ ਤਾਂ ਆਹੀ ਸਿੱਖ ਲਓ ਵੀ ਆ ਹੀ ਜ਼ਰੂਰੀ ਹੈ। ਦੂਜੀ ਗੱਲ ਇਹ ਕਿ ਚਾਰਜ ਦੀ ਡਿਸਟ੍ਰੀਬਿਊਸ਼ਨ ਨਵੀਂ ਹੋਈ ਹੋਏਗੀ ਹੁਣ, ਹਨਾ? ਯੈਸ ਸਰ। ਤਾਂ Yes, sir. ਚਾਰਜ ਇਸ ਵਿੱਚ ਜੇ ਨਵੀਂ ਹੋਈ ਹੋਏਗੀ ਤਾਂ ਹੁਣ ਪਹਿਲਾਂ ਵਾਂਗੂ ਤਾਂ ਚਾਰਜ ਜਿਹੜੇ ਰੱਖੇ ਉਹ ਤਾਂ ਰਹਿ ਨਹੀਂ ਗਏ ਹੋਣੇ, ਕਿਉਂਕਿ ਦੋਨਾਂ ਨੂੰ ਜੋੜਿਆ ਚਾਰਜ ਪਤਾ ਨਹੀਂ ਇਧਰੋਂ ਉਧਰ ਗਿਆ, ਖੋਰੇ ਉਧਰੋਂ ਇੱਧਰ ਆਇਆ, ਕਿੰਨਾ ਗਿਆ ਕਿੰਨਾ ਨਹੀਂ ਗਿਆ ਮੈਨੂੰ ਤਾਂ ਕੁਝ ਵੀ ਨਹੀਂ ਪਤਾ। ਤਾਂ ਹੁਣ ਮੈਂ ਇਹਨੂੰ ਇਸ ਗੱਲ ਦਾ ਆਈਡੀਆ ਇੱਥੋਂ ਲਵਾਂਗਾ। ਹੁਣ ਇਹ 'ਚ ਦੇਖੋ, ਪਹਿਲੀ ਗੱਲ ਤਾਂ ਟੋਟਲ ਚਾਰਜ ਤੋਂ ਕੋਈ ਫਰਕ ਪਏਗਾ, ਚਾਹੇ ਚਾਰਜ ਇਧਰ ਉਧਰ ਜਾਏ ਜਾਂ ਉਧਰ ਉਧਰ ਜਾਏ, ਦੱਸੋ? ਨੋ ਸਰ। ਤਾਂ No, ਟੋਟਲ sir. ਬਟਾ 2 ਕਰਕੇ ਬਾਹਰਲੇ ਸਰਫੇਸਿਸ ਤੇ ਚਾਰਜ ਆਉਂਦਾ ਨਾ, ਯੈਸ ਸਰ। ਇਸ ਲਈ ਮੈਂ ਮੰਨ Yes, sir. ਕਿ ਬਾਹਰਲੇ ਪਾਸੇ ਤਾਂ ਕੋਈ ਫਰਕ ਨਹੀਂ ਪਏਗਾ, ਬਾਹਰਲੇ ਪਾਸੇ ਦਾ ਚਾਰਜ ਹੀ ਲੈਣਾ ਹੈ। ਠੀਕ ਹੈ ਜੀ, ਯੈਸ ਸਰ। ਇਹਨਾਂ ਨੂੰ ਦੋਨੋਂ ਨੂੰ ਮੈਂ ਜੋੜ ਚੁੱਕਿਆ ਹੈ, ਪਰ ਅੰਦਰਲੇ ਸਰਫੇਸ ਤੇ ਮੈਨੂੰ ਪਤਾ ਨਹੀਂ ਕਿੰਨਾ ਚਾਰਜ ਆਉਂਦਾ। ਮੰਨ ਲਈਏ ਕਿਉਂ, ਦੱਸੋ? ਯੈਸ ਸਰ। Yes, sir. ਮੈਨੂੰ ਨਹੀਂ ਪਤਾ ਕਿੰਨਾ ਹੈ, ਕਿਉਂ ਨੈਗੇਟਿਵ ਹੈ ਪੋਜ਼ਿਟਿਵ, ਮੈਨੂੰ ਕੀ ਪਤਾ ਨੈਗੇਟਿਵ ਹੈ ਪੋਜ਼ਿਟਿਵ ਹੈ। ਠੀਕ ਹੈ, ਤਾਂ ਜੇ ਇਲੈਕਟ੍ਰਿਕ ਫੀਲਡ ਮੈਂ ਇੱਧਰ ਨੂੰ ਮੰਨਣਾ ਹੈ, ਮੰਨ ਲਓ ਇਲੈਕਟ੍ਰਿਕ ਫੀਲਡ ਇੱਧਰੋਂ ਇੱਧਰ ਨੂੰ ਮੰਨਣਾ ਹੈ ਐ ਕਰਕੇ, ਹਨਾ? ਤਾਂ ਕਿਉਂ ਪੋਜ਼ਿਟਿਵ ਹੀ ਰਹੇਗਾ, ਪੋਜ਼ਿਟਿਵ ਮੰਨੂਗਾ। ਕਲੀਅਰ ਹੈ ਗੱਲ? ਯੈਸ ਸਰ। Yes, sir. ਆ ਕਿਉਂ ਹੋ ਗਿਆ, ਆ 4 ਮਾਈਕਰੋਕੂਲਮ ਹੋ ਗਿਆ, ਆ ਕਿਉਂ ਹੋ ਗਿਆ, ਤਾਂ ਇਧਰਲੇ ਪਾਸੇ ਤਾਂ ਮਾਈਨਸ ਕਿਉਂ ਪੱਕਾ ਹੀ ਹੈ ਨਾ। ਯੈਸ ਸਰ। Yes, sir. ਵੀ ਸੈਂਟਰ ਵਾਲੀ ਪਲੇਟ ਤੇ ਟੋਟਲ ਚਾਰਜ ਕਿੰਨਾ ਸੀ ਦੇਖੋ, ਇਹਨੂੰ ਕਿਸੇ ਨਾਲ ਜੋੜਿਆ ਥੋੜੀ ਜਿਆਦਾ, ਟੋਟਲ ਚਾਰਜ ਸੇਮ ਰਹਿਣਾ ਚਾਹੀਦਾ। ਕਿੰਨਾ ਸੀ? 4 ਸੀਗਾ, ਤੇ ਮਾਈਨਸ ਕਿਉਂ ਇੱਧਰ ਹੈਗਾ, ਇਧਰਲੇ ਪਾਸੇ ਕਿੰਨਾ ਹੋਊਗਾ ਫਿਰ? 4 plus 2. ਜੇ ਇੱਧਰ 4 ਪਲੱਸ ਕਿਉਂ ਹੈਗਾ ਤਾਂ ਇੱਧਰ ਤਾਂ ਪੱਕੀ ਗੱਲ ਆ ਕਿ ਫਿਰ ਤੁਹਾਡਾ ਨੈਗੇਟਿਵ ਚਾਰਜ ਹੋਊਗਾ -4 ਪਲੱਸ ਕਿਉਂ ਕਿ ਨਹੀਂ ਯੈਸ ਸਰ। ਬ੍ਰੈਕਟ 'ਚ। ਤੇ ਟੋਟਲ ਚਾਰਜ ਤੀਜੀ ਪਲੇਟ ਤੇ ਕਿੰਨਾ ਸੀ? -2 ਸੀ ਨਾ, ਤਾਂ ਹੁਣ ਇੱਥੇ ਕਿੰਨਾ ਹੋਊਗਾ ਫਿਰ? 2q ਨਹੀਂ q + 2 है ना? ਕਿਵੇਂ ਲਿਖਿਆ Q + 2? ਜਿਵੇਂ ਟੋਟਲ ਚਾਰਜ ਇੱਥੇ 2 ਸੀ, ਹੈ ਨਾ? ਉਹ ਨਹੀਂ ਸੌਰੀ ਗਲਤੀ ਹੋ ਗਈ। ਇੱਥੇ ਕਿਵੇਂ ਹੋ ਸਕਦਾ ਹੈ, ਇਹ ਤਾਂ ਉਧਰੋਂ ਚਾਰਜ ਆਇਆ ਨਾ, ਸੌਰੀ ਇੱਕ ਮਿੰਟ ਮੈਂ ਇਹਨੂੰ ਦੁਬਾਰਾ ਉਹ ਕਰ ਲਵਾਂ, ਇਹਨੂੰ ਨਾ ਆਪਾਂ ਅਲੱਗ-ਅਲੱਗ ਹੀ ਬਣਾਈਏ। ਇਹ ਬਣਾਓ ਨਾ, ਦੇਖੋ ਆ ਚਾਰਜ Q ਹੈ ਗਿਆ, ਇਹ -Q ਹੋ ਗਿਆ, ਠੀਕ ਹੈ? ਇਹਨੂੰ ਮੰਨ ਲਈਏ ਇਹਨੂੰ ਆਪਾਂ Q1 ਕਹਿ ਦਿੰਦੇ ਆ, ਬਲਕਿ ਇਹ ਜ਼ਿਆਦਾ ਸਹੀ ਰਹੇਗਾ, Q1, ਤੇ ਇਹਨੂੰ Q1 ਕਹਿ ਦਿੰਦੇ ਆ। ਇਧਰਲੇ ਪਾਸੇ ਚਾਰਜ ਜਿਹੜਾ ਹੋਏਗਾ ਉਹ ਮੰਨ ਲਓ ਕਿ Q2 ਹੋ ਗਿਆ, ਆਪਾਂ ਹਲੇ ਪੂਰਾ ਉਹਨੂੰ ਕਰ ਦਾਂਗੇ। ਜੇ ਤਾਂ Q2 ਹੋਗਾ -Q2 ਹੋ ਗਿਆ, ਠੀਕ ਹੈ? ਯੈਸ ਸਰ। ਤੇ ਬਾਹਰ ਤਾਂ 4 ਹੈਗਾ ਹੀ ਹੈ, ਠੀਕ ਹੈ? ਹੁਣ ਹੋਣਾ ਹਾਂਜੀ ਬੋਲੋ। ਇਲੈਕਟ੍ਰਿਕ ਫੀਲਡ ਤਾਂ ਹੁਣ ਵੀ ਉਹ ਮੇਰੇ ਇਕੁਅਲ ਡਾਇਰੈਕਸ਼ਨ ਦੇ ਵਿੱਚ ਹੈ। ਪੋਜ਼ਿਟਿਵ ਟੂ ਨੈਗੇਟਿਵ ਹੋ ਗਿਆ, ਇੱਧਰ ਪੋਜ਼ਿਟਿਵ ਟੂ ਨੈਗੇਟਿਵ ਹੋ ਗਿਆ। ਇੱਧਰ ਨਹੀਂ ਉਹ ਕਰ ਬਣੀ ਨਾ, ਆਪਾਂ ਯੈਸ ਸਰ। ਇੱਧਰ ਆਪਾਂ ਨੂੰ ਉਲਟਾ ਕਰਨਾ ਪੈਣਾ, ਇਹਨੂੰ ਪੋਜ਼ਿਟਿਵ ਕਰਨਾ ਪੈਣਾ, ਇਹਨੂੰ ਨੈਗੇਟਿਵ, ਜਾਂ ਕਿਸੇ ਨੂੰ ਕੁਝ ਚੇਂਜ ਕਰਨਾ ਪੈਣਾ। ਇਹਨੂੰ ਕੱਢ ਜੋ, ਮੈਂ ਪੂਰਾ ਹੀ ਚੇਂਜ ਕਰਦਾ। ਪੂਰੇ ਸਵਾਲ ਨੂੰ ਦੁਬਾਰਾ ਦੇਖੋ, ਪਹਿਲਾਂ ਕੁਐਸਚਨ ਨੂੰ ਦੁਬਾਰਾ ਇੱਕ ਵਾਰ ਦੇਖ ਲਓ ਸਾਰਿਆਂ ਨੇ, ਸਮਝ ਲੱਗ ਗਿਆ? ਕੁਐਸਚਨ ਦਾ ਪਤਾ ਲੱਗ ਗਿਆ ਸਾਰਿਆਂ ਨੂੰ ਕਿ ਨਹੀਂ? ਯੈਸ ਸਰ। ਠੀਕ ਹੈ, ਹੁਣ ਆਪਾਂ ਇਹਨੂੰ ਦੁਬਾਰਾ ਬਣਾਉਣ ਜਾ ਰਹੇ ਹਾਂ, ਸਮਝ ਕੇ ਇਸ ਗੱਲ ਨੂੰ, ਇਲੈਕਟ੍ਰਿਕ ਫੀਲਡ ਵਾਲੀ ਗੱਲ ਨੂੰ, ਕਿ ਇਲੈਕਟ੍ਰਿਕ ਫੀਲਡ ਆਪਾਂ ਜਾਂ ਤਾਂ ਅੰਦਰੋਂ ਬਾਹਰ ਨੂੰ ਕਰਾਂਗੇ ਮਿਡ ਵਾਲੀ ਪਲੇਟ ਤੋਂ, ਜਾਂ ਉਧਰੋਂ ਇੱਧਰ ਨੂੰ ਕਰਾਂਗੇ। ਠੀਕ ਹੈ, ਆਹ ਮੰਨ ਲਓ ਮਿਡ ਵਾਲੀ ਪਲੇਟ ਹੈ,
थोड़ा ध्यान ना हुण दोबारा फिर ते इनू दूर बना दो क्योंकि 2d डिस्टेंस ते है। लो जी ये आप जोड़ दिते बस ठीक है। बाहरले पासे तो 4 ही आएगा, इससे कोई डाउट नहीं ना, क्योंकि टोटल चार्ज तो उन्हें रहना, चाहे चार्ज इधर उधर चल चाहे इधर 4 माइक्रोकूलम, इधर भी 4 माइक्रोकूलम आएगा, एच भी कोई डाउट नहीं। हुण इलेक्ट्रिक फील्ड तुसीं पहले चूज कर लो, इलेक्ट्रिक किवें बनाइए, इधर बना लिए यस सर। ऐ बना लेने आ ते इधरों ऐ बना लेने आ, ठीक रहेगा बस, ताकि दोनों जीरो बराबर हो पाण V1 ते V3। तो ये करके इलेक्ट्रिक फील्ड इत्थे नेगेटिव चार्ज आएगा ना, -q आएगा इत्थे ना, यस सर। -q1 तो इत्थे आएगा +q1 तो इत्थे भी प्लस ही आएगा हुण +q2 तो इधर आएगा -q2, ऐ मान लिया आप चार्ज, क्योंकि आही चार्जेस अननोन ने अपने। हुण इहदे च आपां नाल कंडीशन पता की लगावांगे कि जेड़े आ वाली मिड वाली प्लेट ते दोनों पॉजिटिव चार्ज आए ने q1 ते q2, इन्हां नूं जोड़ के कितना आना चाहिए, जिन्ना मिड ते प्लेट सी टोटल चार्ज कितना सी 4 आएगा बस, माइक्रोकूलम बाद पुट कर लांगे ठीक है। आ गल होनी चाहिए है। ते एक इथों दूसरी गल एक जिहड़ी बड़ी इंपॉर्टेंट है, जे तुसीं इत्थे पता करो इलैक्ट्रिक फील्ड दे बारे कि सॉरी पोटेंशियल नूं बराबर करिए V1 ते V3 नूं, तां की होएगा, देखो V1 ते V3 दा पोटेंशियल बराबर तां ही होएगा ना, आ V1 है, ये V3 है, ये V2 है, ये तां इह देखो पोटेंशियल इधर नूं वध रिहा ना, तां यानी V2 तक जिन्ना वो वधिया होना V1 तो है ना, उन्ना ही घट जा, उन्ना ही फिर V2 तो वो कटेगा V3 तक जाते हुए, तां ही होएगा ना। अब बहुत इंपॉर्टेंट चीज है ठीक है, जिन्ना होना वा मैं कहना इधर चढ़िया सी ते उतरे चाहे वो ऐ करके, पर उतरेगा उन्ना ही ना, यस सर। टाइम बराबर क्या होगा, आ गया। हुण आ जिहड़ी चीज है ये क्यों आई, क्योंकि V1 ते V3 बराबर ने। हाँ जी पनम, पनम दा हैंड रेज हुंदा है, पनम दी आवाज ही नहीं आती। हुण पनम कुछ कहना चाह रही है, हुण पनम दा पता ही नहीं लग रहा, क्योंकि ना या तो पनम जाके माइक ठीक करवाओ, आज जाके किसी अपने जगह बहुत प्रायोरिटी बेसिस पे जाके दिखाओ ना, नहीं सारी क्लासें खराब होंगी तुहाडीआं। सर हाँ जी बलजीत, बलजीत तेरी आवाज भी नहीं आ रही साफ। एक मिनट सर। हाँ हुण बोल, हुण ठीक है, हेलो हुण बोल। सर आ V2 -V1 वाला नहीं पता लगा ਭਰਾਵਾ ਆ ਗੱਲ ਆਪਾਂ ਜਿਹੜੇ ਪਹਿਲਾਂ ਕੀਤੀ ਹੈ ਨਾ, ਦੇਖ ਕਿ ਹੁਣ ਇੱਥੋਂ ਮਤਲਬ V1 ਤੇ V3 ਦਾ ਪੋਟੈਂਸ਼ੀਅਲ ਬਰਾਬਰ ਹੈ ਨਾ। ਹਾਂਜੀ ਸਰ। ਆ ਇਲੈਕਟ੍ਰਿਕ ਫੀਲਡ ਦੇ ਖਿਲਾਫ ਜਾਏਗਾ ਇਧਰੋਂ ਇਧਰ ਨੂੰ, ਤਾਂ ਮੈਨੂੰ ਦੱਸ ਵੇ ਤੇਰਾ ਪੋਟੈਂਸ਼ੀਅਲ ਵਧੂਗਾ ਘਟੂਗਾ? ਸਰ ਪੋਟੈਂਸ਼ੀਅਲ ਵਧੂਗਾ। ਪੋਟੈਂਸ਼ੀਅਲ ਵਧੂਗਾ ਨਾ, ਤਾਂ ਹਾਂਜੀ ਸਰ। V1 ਤੋਂ ਵੱਧ ਕੇ V2 ਹੋ ਗਿਆ। V1 ਮੰਨ ਲਾ ਇੱਥੇ ਆ, ਉਹ ਤੋਂ ਵੱਧ ਕੇ V2 ਹੋ ਗਿਆ, ਕਲੀਅਰ ਹੈ ਗੱਲ? ਹਾਂਜੀ ਸਰ। ਪਰ V3 ਜਿਹੜਾ ਹੈ ਉਹ ਬਰਾਬਰ ਹੀ ਆ V1 ਦੇ, ਹੈ ਕਿ ਨਹੀਂ? ਹਾਂਜੀ ਸਰ। ਹੁਣ V2 ਤੋਂ ਪੋਟੈਂਸ਼ੀਅਲ ਨੇ ਘਟਣਾ ਹੈ ਕਿਉਂਕਿ ਇਲੈਕਟ੍ਰਿਕ ਫੀਲਡ ਦੀ ਦਿਸ਼ਾ 'ਚ ਜਾਏਗਾ ਨਾ। ਹਾਂਜੀ ਸਰ। ਤਾਂ ਜਿੰਨਾ ਇਹਨਾਂ 'ਚ ਡਿਫਰੈਂਸ ਹੋਊਗਾ V2 V1 ਉਨਾ ਹੀ V2 V3 ਹੋਊਗਾ ਕਿ ਨਹੀਂ? ਹਾਂਜੀ ਸਰ। ਬਸ ਇਹ ਗੱਲ ਨੂੰ ਸੋਚਣਾ, ਇੱਧਰ ਆਈ ਲਾਈਏ। ਓਕੇ। ਹੁਣ V2 V1 ਕਿੰਨਾ ਹੋਊਗਾ ਮੈਨੂੰ ਦੱਸੋ, ਤੁਹਾਡੇ ਚੋਂ ਕੋਈ ਦੱਸ ਸਕਦਾ? ਇੱਥੇ ਮੰਨ ਲੈਂਦੇ ਆ ਇਲੈਕਟ੍ਰਿਕ ਫੀਲਡ ਹੈਗਾ E1, ਇੱਥੇ ਮੰਨ ਲੈਂਦੇ ਆ E2, ਕਿਉਂਕਿ ਇਲੈਕਟ੍ਰਿਕ ਫੀਲਡ ਵੱਖਰਾ ਵੱਖਰਾ ਹੋਊਗਾ, ਚਾਰजेस ਵੱਖਰੇ ਵੱਖਰੇ ਨੇ। ਤਾਂ E1 ਇਲੈਕਟ੍ਰਿਕ ਫੀਲਡ ਇੱਥੇ ਇਹਨਾਂ ਚਾਰजेस ਕਰਕੇ ਸਿਗਮਾ ਬਾਈ ਐਪਸਿਲਨ ਨॉट ਹੁੰਦਾ ਨਾ। यस सर। तो बेसिकली ये कह लो कि E1 मल्टीप्लाइड बाय D कह दिए सीधा ही, क्योंकि आ डिस्टेंस D गिवन है, यस सर। आ 2D गिवन है, अच्छा। ये आएगा E2 into D 2D, ठीक है गल? यस सर। E1 कितना है ਤੁਹਾਡਾ? चार्ज सिग्मा अपॉन एरिया ऑफ द प्लेट्स, है ना, सिग्मा बाय एप्सिलॉन नॉट into D। इथे आएगा E2 कितना आएगा? चार्ज अपॉन एरिया, सिग्मा हो गया बटा एप्सिलॉन नॉट इनटू 2D। ये सारा कुछ कटिया जाएगा, ਤੁਹਾਡੇ को की आ जाएगा? ਤੁਹਾਡੇ को आ जाएगा Q1 is equal to 2Q2। यस सर। लो जी, आ ਤੁਹਾਡੇ को एक आ गया, आ दूसरी इक्वेशन आ गई, आ पहली इक्वेशन आई Q1 Q2 तो इथों आ गई सी सेंटर वाली प्लेट तो।
ਇਹਨਾਂ ਦੋਨੋਂ ਇਕੁਏਸ਼ਨ ਨੂੰ ਸੋਲਵ ਕਰੋਗੇ ਬਿਲਕੁਲ ਨਾਰਮਲ ਜੋ ਮੈਥਮੈਟਿਕਸ ਹੁੰਦਾ ਹੈ ਸੋਲਵ ਕਰਕੇ ਤੁਹਾਨੂੰ ਮਿਲ ਜਾਏਗਾ ਇੱਥੇ Q1 ਦੀ ਵੈਲਿਊ ਆ ਜਾਏਗੀ 8/3 ਤੁਸੀਂ ਕਰਕੇ ਦੇਖ ਲਿਓ ਤੇ Q2 ਦੀ ਵੈਲਿਊ ਆ ਜਾਏਗੀ 4/3 ਕਰਕੇ ਦੇਖ ਲਿਓ। ਸੋ ਇਹਦੇ ਨਾਲ ਤੁਹਾਨੂੰ ਸਾਰਿਆਂ ਦੇ ਉੱਪਰ ਚਾਰਜ ਪਤਾ ਲੱਗ ਜਾਏਗਾ। ਹੁਣ ਤੁਸੀਂ ਆ ਸਾਰੀਆਂ ਵੈਲਿਊਜ਼ ਉੱਤੇ ਪੁੱਟ ਕਰੋਗੇ ਤਾਂ ਪਤਾ ਲੱਗ ਜਾਏਗਾ। ਦੱਸੋ ਗੱਲ ਸਮਝ ਲੱਗ ਗਈ ਹੁਣ? Yes, sir. Yes, sir. ਠੀਕ ਹੈ ਨਾ? ਕਿੰਨਾ ਚਾਰਜ ਫਲੋ ਕਰ ਗਿਆ ਉਹਦੇ ਲਈ ਕੀ ਕਰੋਗੇ? ਇਨੀਸ਼ੀਅਲ ਚਾਰਜ ਜਿੰਨਾ ਸੀਗਾ ਇੱਥੇ ਮਾਈਨਸ ਜਿੰਨਾ ਹੁਣ ਇੱਥੇ ਹੈਗਾ। ਠੀਕ ਹੈ ਗੱਲ? Yes, sir. ਸੋ ਇਹ ਯਾਦ ਰੱਖਿਓ ਕਿ ਜਦੋਂ ਆਪਾਂ ਇਹ ਪਤਾ ਕਰਨਾ ਨਾ ਕਿ ਚਾਰਜ ਫਲੋ ਕਿੰਨਾ ਕਰ ਗਿਆ ਤਾਂ ਆਪਾਂ Q ਇਨੀਸ਼ੀਅਲ ਵਾਲਾ ਲੈਣੇ ਪਹਿਲਾਂ। ਚਾਰਜ ਫਲੋ ਜਿਹੜਾ ਹੈ ਉਹਦੇ ਲਈ ਆਪਾਂ Q ਇਨੀਸ਼ੀਅਲ ਲੈਣੇ ਆ ਮਾਈਨਸ Q ਫਾਈਨਲ ਕਰਦੇ ਆ। ਜਿਹੜਾ ਚੇਂਜ ਹੁੰਦਾ ਹੈ ਫਿਜ਼ਿਕਸ 'ਚ ਆਪਾਂ ਚੇਂਜ ਕੈਲਕੂਲੇਟ ਕਰਦੇ ਹਾਂ ਕਿਸੇ ਚੀਜ਼ ਦਾ ਤਾਂ ਆਪਾਂ ਫਾਈਨਲ ਮਾਈਨਸ ਇਨੀਸ਼ੀਅਲ ਕਰਦੇ ਹਾਂ ਹਨਾ। ਸੋ ਆ ਯਾਦ ਰੱਖਣਾ ਚੇਂਜ ਅਲੱਗ ਚੀਜ਼ ਹੁੰਦੀ ਆ। ਚਾਰਜ ਫਲੋ ਜਿਹੜਾ ਕਿੰਨਾ ਕਰ ਗਿਆ ਉਹ 'ਚ ਵੀ ਜਿੰਨਾ ਪਹਿਲਾਂ ਸੀਗਾ ਮਾਈਨਸ ਜਿੰਨਾ ਹੁਣ ਹੈਗਾ ਤਾਂ ਹੀ ਤਾਂ ਪਤਾ ਲੱਗੂਗਾ ਨਾ। ਆਹ ਗੱਲਾਂ ਦਾ ਖਿਆਲ ਰੱਖਣਾ ਬੇਸਿਕ ਜੀ ਚੀਜ਼ਾਂ ਨੇ। ਸੋ ਇਹ ਹੈਗਾ ਤੁਹਾਡਾ ਇੱਕ ਆਈਡੀਆ ਕਿ ਕਿਸ ਤਰ੍ਹਾਂ ਆਪਾਂ ਪੋਟੈਂਸ਼ੀਅਲਸ ਰੋਲ ਪਲੇ ਕਰਦੇ ਆ ਆਪਣਾ ਚਾਰਜ ਡਿਸਟ੍ਰੀਬਿਊਸ਼ਨ 'ਚ ਰੋਲ ਪਲੇ ਕਰਦੇ ਆ। ਇੱਕ ਲਾਸਟ ਆਰਟੀਕਲ ਬੜਾ ਇੰਪੋਰਟੈਂਟ ਹੈ ਤੁਹਾਡੇ ਸਕੂਲ ਐਗਜ਼ਾਮ ਦੇ ਲਈ ਵੀ। ਠੀਕ ਹੈ ਨਾ? ਉਹ ਹੈਗਾ ਵਾ potential energy of a dipole और dipole ਦਾ ਮਤਲਬ ਇੱਥੇ ਇਲੈਕਟ੍ਰਿਕ ਡਾਈਪੋਲ ਹੀ ਹੁੰਦਾ ਹੈ in uniform electric field ਸੋ ਜਦੋਂ ਤੁਸੀਂ ਕਿਸੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਦੇ ਹੋ ਕਿਸੇ ਵੀ ਡਾਈਪੋਲ ਨੂੰ ਤਾਂ ਉਹਦੇ ਵਿੱਚ ਪੋਟੈਂਸ਼ੀਅਲ એનર્ਜੀ ਕਿੰਨੀ ਆਂਦੀ ਹੈ ਅਸੀਂ ਇਹ ਦੇਖਣਾ ਆ। ਤੇ ਤੁਸੀਂ ਇਹ ਦੇਖ ਚੁੱਕੇ ਹੋ ਪਹਿਲਾਂ ਹੀ ਕਿ ਜਦੋਂ ਕਿਸੇ ਡਾਈਪੋਲ ਨੂੰ ਕਿਸੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਚੜਦੇ ਆ ਤਾਂ ਉੱਤੇ ਟਾਰਕ ਲੱਗਦੀ ਹੈ ਤੇ ਉਹ ਟਾਰਕ ਜਿਹੜੀ ਲੱਗਦੀ ਹੈ ਉਹ ਉਹਨੂੰ ਡਾਈਪੋਲ ਨੂੰ ਆਪਣੀ ਡਾਇਰੈਕਸ਼ਨ ਦੇ ਵਿੱਚ ਰੋਟੇਟ ਕਰਕੇ ਆਪਣੇ ਪੈਰਲਲ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਠੀਕ ਹੈ? ਸੋ ਆਮ ਕਰਕੇ ਜੇ ਹੁਣ ਆਪਾਂ ਇਸ ਆਰਟੀਕਲ ਨੂੰ ਦੇਖੀਏ ਤਾਂ ਉਹ ਐ ਆ ਕਿ ਮੰਨ ਲਓ ਆ ਇਲੈਕਟ੍ਰਿਕ ਫੀਲਡ ਹੈ यूनिफॉर्म इलेक्ट्रिक फील्ड ਇਹਦੇ ਵਿੱਚ ਆਪਾਂ ਇੱਕ ਡਾਈਪੋਲ ਨੂੰ ਲਿਆ ਕੇ ਰੱਖਦੇ ਹਾਂ। ਠੀਕ ਹੈ? यूनिफॉर्म इलेक्ट्रिक फील्ड ਹੈ। ਇਹਦੇ ਵਿੱਚ ਆਪਾਂ ਇੱਕ ਡਾਈਪੋਲ ਰੱਖੀ ਇਸ ਤਰ੍ਹਾਂ ਕਿਸੇ ਪਾਰਟਿਕੂਲਰ ਐਂਗਲ ਤੇ ਜਨਰਲੀ ਆ ਮੰਨ ਲਓ -Q ਹੈ ਆ +Q ਹੈ। ਠੀਕ ਹੈ? ਤੇ ਆ ਮੰਨ ਲਓ ਇਹਦਾ ਇਲੈਕਟ੍ਰਿਕ ਫੀਲਡ ਦੇ ਨਾਲ ਐਂਗਲ ਕਿਸੇ ਵੀ ਜਗ੍ਹਾ ਤੇ ਤੁਸੀਂ ਮੰਨ ਲਓ ਆਏਗਾ ਮੰਨ ਲਓ ਥੀਟਾ। ਠੀਕ ਹੈ? यूनिफॉर्म इलेक्ट्रिक फील्ड है तो नेट फोर्स 0 होएगा। तुम पता है अपने सेंटर के राउंड रोटेट करके इतने जाए शो कर दो एंगल थीटा ते है। ठीक है? हुण इस जगह ते ये रुक सकती है डायपोल जे मैनू फ्री टू मूव छड़ देवां? दसो मैनू। No, sir. नो सर। ये जिवें मैं छड्डूंगा इहने नाल ही सीधी हो जाना बिल्कुल इलैक्ट्रिक फील्ड दे पैरेलल हो जाना ना। Yes, sir. Yes, sir. स्टेबल इक्विलिब्रियम वाली स्टेज ते आ जाना। ये गल तुहानू सारिआं नू पता है। इहने नाल इहनू भी छड्डूंगा नाल ही इहने आ जाना। हुण मेरा कोई वीडियो ते देखियो इधर हो गया। देखो हुण मान लो आ डायपोल है। अच्छा लैफ्ट टू राइट इत्थे तुसीं बिल्कुल उवें जिवें स्क्रीन ते बनाया लैफ्ट टू राइट समझ लो इलैक्ट्रिक फील्ड है इहनू मान के चलो। ठीक है? ਇਹਦੇ ਵਿੱਚ ਮੈਂ ਡਾਈਪੋਲ ਨੂੰ ਐ ਰੱਖਾਂਗਾ ਲੈਫਟ ਟੂ ਰਾਈਟ ਹੀ ਤਾਂ ਫਿਰ ਇਸ ਡਾਈਪੋਲ ਤੇ ਟਾਰਕ ਕਿੰਨੀ ਹੋਏਗੀ 0 ਹਨਾ। Yes. ਤੁਸੀਂ ਚੰਗੀ ਤਰ੍ਹਾਂ ਕੀਤਾ ਤੇ ਮੈਂ ਕੀ ਇਹਨੂੰ ਸੈਂਟਰ ਤੋਂ ਫੜ ਲੈਣਾ ਸਮਝਾਉਣ ਲਈ ਮੈਂ ਇਹਨੂੰ ਐ ਬਾਹਰੋਂ ਐਕਸਟਰਨਲ ਫੋਰਸ ਲਾ ਕੇ ਥੋੜਾ ਡਿਸਟਰਬ ਕਰਦਾ ਹੈ। ਹੁਣ ਮੈਂ ਇਹਨੂੰ ਛੱਡੂਗਾ ਤਾਂ ਕੀ ਹੋਏਗਾ ਨਾਲ ਹੀ ਫਿਰ ਵਾਪਸ ਨਾ। Yes, sir. ਮੈਂ ਇਹਨੂੰ ਹੋਰ ਡਿਸਟਰਬ ਕਰਦਾ ਥੋੜਾ ਐ ਕਰਕੇ ਮੈਂ ਜਿਵੇਂ ਛੱਡਦਾ ਇਹਨੇ ਫੇਰ ਸਿੱਧੀ ਹੋ ਜਾਣਾ ਜਾ ਕੇ ਕਿਉਂਕਿ ਇਲੈਕਟ੍ਰਿਕ ਫੀਲਡ ਦੇ ਕਰਕੇ ਇਹਨੂੰ ਟਾਰਕ ਲੱਗੇਗੀ ਟਾਰਕ ਉਹਨੂੰ ਫਿਰ ਸਿੱਧੀ ਕਰ ਦੇਗੀ। ਸੋ ਆਪਾਂ ਕਹਿੰਦੇ ਕਿ ਜਦੋਂ ਮੈਂ ਇਹ ਤੇ ਐਕਸਟਰਨਲ ਫੋਰਸ ਲਗਾ ਰਿਹਾ ਇਸ ਤਰ੍ਹਾਂ ਦਾ ਮੈਂ ਵਰਕ ਡਨ ਕਰ ਰਿਹਾ ਨਾ। Yes, sir. ਮੈਂ ਇਹਦੀ ਟਾਰਕ ਹੈ ਉਹਦੇ ਖਿਲਾਫ ਟਾਰਕ ਦੇ ਰਿਹਾ ਇਹਨੂੰ ਬੇਸਿਕਲੀ ਫੋਰਸ ਲਾ ਕੇ ਤੇ ਜਦੋਂ ਮੈਂ ਇਹਨੂੰ ਵਰਕ ਡਨ ਕਰ ਰਿਹਾ ਉਹ ਵਰਕ ਇਹ ਚ ਐਜ਼ ਅ ਪੋਟੈਂਸ਼ੀਅਲ એનર્ਜੀ ਸਟੋਰ ਹੋ ਰਿਹਾ ਤੇ ਜਿਵੇਂ ਮੈਂ ਛੱਡ ਰਿਹਾ ਵਾਪਸ ਵਰਕ ਡਨ ਕਰ ਰਿਹਾ ਫਿਰ ਐ ਸਿੱਧਾ ਹੋ ਰਿਹਾ ਹਨਾ। Yes, sir. ਇਹ ਬਿਲਕੁਲ ਉਵੇਂ ਜਿਵੇਂ ਆਪਾਂ ਜ਼ਮੀਨ ਤੋਂ ਚੱਕਦੇ ਆ ਉੱਪਰ ਗ੍ਰੈਵਿਟੇਸ਼ਨ ਦੇ ਅਗੇਂਸਟ ਛੱਡਦੇ ਆ ਤੇ ਉਹ ਨੀਚੇ ਗਿਰਦੀ ਹੈ ਬਿਲਕੁਲ ਉਵੇਂ ਹੀ ਆ। ਤਾਂ ਇੱਥੇ ਕੀ ਆ ਹੁਣ ਪਰ ਇੱਥੇ ਵਰਕ ਡਨ ਕੈਲਕੂਲੇਟ ਕਰਨ ਲਈ ਮੈਨੂੰ ਫੋਰਸ ਇਨਟੂ ਡਿਸਪਲੇਸਮੈਂਟ ਨਹੀਂ ਹੈਗਾ ਨਾ
ਇੱਥੇ ਕੀ ਹੈਗਾ ਟਾਰਕ ਇਨਟੂ ਥੀਟਾ, ਵਰਕ ਡਨ ਇਨ ਦਾ ਰੋਟੇਸ਼ਨਲ ਯੈਸ ਉਹ ਚ ਕਰਾਇਆ ਸੀ ਤੁਹਾਨੂੰ ਰੋਟੇਸ਼ਨਲ ਮਕੈਨਿਕਸ ਐਂਡ ਡਾਇਨਾਮਿਕਸ। ਸੋ ਇੱਥੇ ਆਪਾਂ ਕੀ ਦੇਖੀਏ, ਇਹ ਪੇ ਜਨਰਲ ਗੱਲ ਰੱਖਦੇ ਹਾਂ। ਮੰਨ ਲਓ ਆ ਇੱਥੇ ਕਿਉਂਕਿ ਥੀਟਾ ਪੋਜੀਸ਼ਨ ਤੇ ਹੈ, ਤੇ ਮੰਨ ਲਓ ਇਹਨੂੰ ਥੋੜਾ ਜਿਹਾ ਹੋਰ ਰੋਟੇਟ ਕਰਦੇ ਆ, ਤੇ ਇੱਥੋਂ ਰੋਟੇਟ ਕਰਕੇ ਡੀ ਥੀਟਾ ਐਂਗਲ ਤੇ ਰੋਟੇਟ ਕਰ ਦਿੰਦੇ ਆ ਇਸ ਤਰ੍ਹਾਂ, ਇਸ ਤਰ੍ਹਾਂ ਆ ਜਾਂਦੀ ਹੈ, ਆ ਜਾਂਦਾ ਪਲੱਸ ਕਿਊ ਚਾਰਜ, ਆ ਜਾਂਦਾ ਮਾਈਨਸ ਕਿਊ ਚਾਰਜ। ਸੋ ਇਹਦੇ ਉੱਪਰ ਟਾਰਕ ਜੋ ਲੱਗ ਰਹੀ ਸੀ, ਟਾਰਕ ਕਿੰਨੀ ਲੱਗ ਰਹੀ ਸੀ ਦੇਖੋ, ਉਹ ਤਾਂ ਤੁਹਾਨੂੰ ਪਤਾ ਹੈ ਸਭ ਨੂੰ। ਟਾਰਕ ਐਕਟਿੰਗ ਔਨ ਡਾਈਪੋਲ ਕਿੰਨੀ ਸੀ? P cross E. P क्रॉस E, ਅਗਰ ਤੁਸੀਂ ਇਨ ਵੈਕਟਰ ਫਾਰਮ ਲਿਖਣਾ ਚਾਹੁੰਦੇ ਹੋ, ਜਾਂ ਫਿਰ ਜੇ ਤੁਸੀਂ ਟਾਰਕ ਨੂੰ ਇਕੱਲੇ ਸਕੇਲਰ ਫਾਰਮ ਚ ਉਹਦਾ ਮੈਗਨੀਟਿਊਡ ਲਿਖਣਾ ਤਾਂ PE Sin theta. sin theta। ਠੀਕ ਹੈ। ਸੋ ਆਪਾਂ ਇਹ ਕਹਿ ਰਹੇ ਕਿ ਮੰਨ ਲਓ ਇਸ ਡਾਈਪੋਲ ਦੇ ਵਿੱਚ ਪੋਟੈਂਸ਼ੀਅਲ એનર્ਜੀ ਹੈ ਕੋਈ ਵੀ ਕਿਸੇ ਵੀ ਟਾਈਮ ਤੇ, ਮੰਨ ਲਓ ਡਾਈਪੋਲ ਦੀ ਦੋ ਸਿਚੁਏਸ਼ਨਸ ਨੇ, ਮੈਂ ਇੱਥੇ ਬਣਾ ਹੀ ਦਿੰਦਾ ਇਨ ਜਨਰਲ। ਮੰਨ ਲਓ ਆ ਇਲੈਕਟ੍ਰਿਕ ਫੀਲਡ ਹੈ, ਖੁੱਲਾ ਖੁੱਲਾ ਬਣਾ ਦਿੰਦੇ ਹਾਂ। ਇਹ ਬਹੁਤ ਇਕੁਈ ਸਪੇਸ ਹੋਣੀ ਚਾਹੀਦੀ ਹੈ। ਮੈਂ ਥੋੜਾ ਜਲਦਬਾਜ਼ੀ ਵਿੱਚ ਕਈ ਵਾਰ ਇਕੁਈ ਸਪੇਸ ਕਰਨ ਦਾ ਉਹ ਧਿਆਨ ਨਹੀਂ ਰੱਖਦਾ, ਪਰ ਤੁਸੀਂ ਧਿਆਨ ਰੱਖਣਾ ਹੈ, ਤੁਹਾਡੇ ਨੰਬਰ ਕੱਟੇ ਜਾਣੇ ਆ ਜੇ ਤੁਸੀਂ ਇਹ ਨਾ ਕੀਤਾ ਤਾਂ। ਠੀਕ ਹੈ। ਸੋ ਆ ਗਿਆ, ਮਤਲਬ ਕਹਿ ਲਓ ਇੱਕ ਸਟੇਜ ਦਾ ਪਹਿਲਾ ਸਟੇਜ ਵਿੱਚ ਕੀ ਆ, ਮੰਨ ਲਓ ਡਾਈਪੋਲ ਆਪਣੀ ਐ ਪਈ ਆ, ਇਸ ਤਰ੍ਹਾਂ ਪਈ ਹੋਈ ਆ, ਠੀਕ ਹੈ। ਆ ਮੰਨ ਲਓ ਪਲੱਸ ਕਿਊ ਹੈ, ਆ ਮਾਈਨਸ ਕਿਊ ਹੈ, ਇਹਦਾ ਇਲੈਕਟ੍ਰਿਕ ਫੀਲਡ ਨਾਲ ਐਂਗਲ ਬਣ ਰਿਹਾ ਥੀਟਾ 1। ਇਹਨੂੰ ਰੋਟੇਟ ਕਰਕੇ ਮੈਂ ਐਕਸਟਰਨਲ ਫੋਰਸ ਨਾਲ ਮੰਨ ਲਓ ਐ ਲੈ ਆਇਆ, ਠੀਕ ਆ, ਮੈਂ ਵਰਕ ਡਨ ਕੀਤਾ ਤੇ ਇਹਦਾ ਹੁਣ ਜਿਹੜਾ ਐਂਗਲ ਬਣਨੇ ਮੰਨ ਲਓ ਥੀਟਾ 2, ਤਾਂ ਜਿਹੜੀ ਪੋਟੈਂਸ਼ੀਅਲ એનર્ਜੀ ਥੀਟਾ 1 ਸਟੇਜ ਤੇ ਜ਼ਿਆਦਾ ਹੋਏਗੀ ਕਿ ਥੀਟਾ 2 ਤੇ ਜ਼ਿਆਦਾ ਹੋਏਗੀ? ਦੇਖੋ Theta 2. theta 2। ਕੀਤਾ ਨਾ ਆਪਾਂ ਇਹ ਮੰਨ ਲੈਂਦੇ ਹਾਂ ਕਿ ਇੱਥੇ ਪੋਟੈਂਸ਼ੀਅਲ એનર્ਜੀ ਹੈਗੀ ਸੀ U1, ਇੱਥੇ ਹੈਗੀ U2, ਤਾਂ ਬੇਸਿਕਲੀ ਤੁਹਾਡੀ ਜਿਹੜੀ ਪੋਟੈਂਸ਼ੀਅਲ એનર્ਜੀ ਦਾ ਡਿਫਰੈਂਸ ਹੋਏਗਾ U2 U1, ਜਿਹੜੀ ਡੈਲਟਾ U ਹੈ, U2 U1, ਉਹ ਬਰਾਬਰ ਹੋਏਗਾ ਵਰਕ ਡਨ ਬਾय ਐਕਸਟਰਨਲ ਫੋਰਸਿਸ ਨਾ, ਇਸ ਕੰਮ ਨੂੰ ਕਰਨ ਲਈ ਜੋ ਲੱਗਿਆ। ਤੇ ਵਰਕ ਡਨ ਦਾ ਫਾਰਮੂਲਾ ਕੀ ਆਏਗਾ ਇੱਥੇ? F into dx ਨਹੀਂ ਆਏਗਾ, ਹੁਣ ਟਾਰਕ into d ਥੀਟਾ ਆਏਗਾ। ਇਹ ਤੁਹਾਨੂੰ ਮੈਂ ਕਰਵਾਇਆ ਹੈ ਰੋਟੇਸ਼ਨਲ ਵਿੱਚ ਵਰਕ ਡਨ ਦਾ ਫਾਰਮੂਲਾ ਨਾ, ਟਾਰਕ into ਥੀਟਾ। ਜਿਵੇਂ ਉੱਥੇ F into ਡਿਸਪਲੇਸਮੈਂਟ ਹੁੰਦੀ ਹੈ, ਫੋਰਸ ਦੀ ਜਗ੍ਹਾ ਟਾਰਕ ਆ ਜਾਂਦਾ ਹੈ, ds ਦੀ ਜਗ੍ਹਾ ਤੇ d ਥੀਟਾ ਆ ਜਾਂਦਾ ਹੈ। ਤੇ ਟਾਰਕ ਕਿੰਨੀ ਹੈ? PE P sin cross. theta। ਬਹੁਤ ਧਿਆਨ ਨਾਲ ਕਰਨਾ, ਕਈ ਬੱਚੇ ਕੀ ਕਰਦੇ ਆ ਵੀ ਪੇਪਰ ਦੇ ਵਿੱਚ ਪੁੱਛੀ ਹੁੰਦੀ ਆ ਤੇ ਟਾਰਕ ਕਰ ਜਾਂਦੇ ਆ, ਪੁੱਛਿਆ ਹੁੰਦਾ ਪੋਟੈਂਸ਼ੀਅਲ એનર્ਜੀ ਇਲੈਕਟ੍ਰਿਕ ਪੋਟੈਂਸ਼ੀਅਲ ਕੈਲਕੂਲੇਟ ਕਰ ਜਾਂਦੇ ਆ। ਸੋ ਇਹ ਸਭ ਧਿਆਨ ਰੱਖਿਓ। ਤੇ ਇੱਥੇ ਆ ਜਾਏਗਾ PE ਬਾਹਰ ਆ ਜਾਏਗਾ, ਸਾਈਨ ਥੀਟਾ ਦਾ ਇੰਟੀਗਰਲ ਮਾਈਨਸ cos ਥੀਟਾ ਹੁੰਦਾ, ਇਹਨੂੰ ਯਾਦ ਰੱਖਿਓ। ਇੱਥੇ ਭੁਲੇਖਾ ਪੈ ਜਾਂਦਾ ਕਈ ਵਾਰੀ ਤੁਹਾਨੂੰ, ਇਹ ਸਾਰੇ ਮੈਡੀਕਲ ਵਾਲੇ ਬੱਚੇ ਖਾਸ ਕਰਕੇ, ਨਾਨ ਮੈਡੀਕਲ ਦੀ ਤਿਆਰੀ ਹੋ ਜਾਣੀ ਹੈ, ਤੁਸੀਂ ਤਾਂ ਮੈਥ ਚ ਕਰਨਾ ਹੈ। ਹੁਣ ਆਏਗਾ ਕੀ ਆਏਗਾ ਦੇਖੋ, PE ਮਾਈਨਸ ਬਾਹਰ ਹੀ ਕੱਢ ਲਓ, ਤੇ cos ਥੀਟਾ ਤੇ ਲਿਮਿਟਸ ਪੁੱਟ ਕਰੋਗੇ ਤੁਸੀਂ ਥੀਟਾ 1 ਤੋਂ ਲੈ ਕੇ ਥੀਟਾ 2 ਤੱਕ। ਇਹ ਆਪਣਾ ਆਉਣ ਜਾ ਰਿਹਾ ਵਾ ਪੋਟੈਂਸ਼ੀਅਲ એનર્ਜੀ ਜਾਂ ਵਰਕ ਐਕਸਟਰਨਲ ਜੋ ਵੀ ਹੈ, ਇਹ ਹੈਗਾ ਮਾਈਨਸ PE cos ਥੀਟਾ 2 ਮਾਈਨਸ cos ਥੀਟਾ 1, ਦੈਟਸ ਇਟ। ਬਸ ਇਹ ਆਪਣਾ ਪੋਟੈਂਸ਼ੀਅਲ એનર્ਜੀ U2 U1 ਕਹਿ ਦਿੰਦੇ ਆਪਾਂ ਇਹਨੂੰ। ਇਹ ਕਿਹਦੇ ਬਰਾਬਰ ਹੈ ਵੀ PE ਮਾਈਨਸ PE, ਮਾਈਨਸ ਯਾਦ ਰੱਖਣਾ ਬਾਹਰ, ਕਿਉਂਕਿ U2 U1 ਇੱਥੇ cos ਥੀਟਾ 2 ਮਾਈਨਸ cos ਥੀਟਾ 1 ਹੈ। ਥੀਟਾ 1 ਇਨੀਸ਼ੀਅਲ ਸੀ, ਉਹਦੀ ਥੀਟਾ 2 ਫਾਈਨਲ ਸੀਗੀ। ਸੋ ਇੱਥੇ ਬੱਚੇ ਭੁਲੇਖਾ ਪਾ ਜਾਂਦੇ ਕਿ ਮਾਈਨਸ ਨੂੰ ਐਡਜਸਟ ਕਰਕੇ ਫਿਰ ਯਾਦ ਰੱਖਦੇ ਨੇ ਪੁੱਠਾ ਆ, ਤੇ ਬਾਅਦ ਫਿਰ ਉੱਥੇ ਫਿਰ ਗਲਤੀ ਕਰ ਜਾਂਦੇ ਨੇ। ਆ ਮਾਈਨਸ ਸਾਈਨ ਦਾ ਬੜਾ ਇੰਪੋਰਟੈਂਸ ਹੈ, ਯਾਦ ਰੱਖਿਓ ਪੋਟੈਂਸ਼ੀਅਲ એનર્ਜੀ ਦੇ ਵਿੱਚ, ਇਹਦੇ ਕੇਸ ਦੇ ਵਿੱਚ। ਹੁਣ ਤਾਂ ਇੱਕ ਬੜੀ ਇੰਪੋਰਟੈਂਟ ਗੱਲ ਹੈ, ਆਪਾਂ ਰੈਫਰੈਂਸ ਕਿਹਨੂੰ ਮੰਨੀਏ ਕਿ ਜ਼ੀਰੋ ਪੋਟੈਂਸ਼ੀਅਲ એનર્ਜੀ ਕਿਹੜੀ ਮੰਨੀ ਜਾਏ ਇਹ ਚ। ਅੱਛਾ ਇੱਕ ਗੱਲ ਯਾਦ ਰੱਖਿਓ, ਇਹ ਚ ਪੋਟੈਂਸ਼ੀਅਲ એનર્ਜੀ ਆਪਾਂ ਇਹ ਚਾਰजेस ਦੀ ਆਪਸ ਚ ਨਹੀਂ ਲਈ, ਨਹੀਂ ਤਾਂ ਆ ਵੀ ਆਣਾ ਸੀ ਨਾ k q into minus q by ਜੋ ਵੀ ਡਿਸਟੈਂਸ ਇਹਨਾਂ z 2a ਆਣਾ ਸੀ ਨਾ ਇਹ, Yes, sir. ਪਰ ਉਹ ਨਹੀਂ ਲਈ, ਕਿਉਂਕਿ ਡਾਈਪੋਲ ਦੇ ਵਿੱਚ ਇਹਨਾਂ ਵਿੱਚ ਡਿਸਟੈਂਸ ਤੇ ਦੇਖੋ ਇੱਥੇ ਵੀ ਉਨਾ ਹੀ ਹੈ ਤੇ ਇੱਥੇ ਵੀ ਉਨਾ ਹੀ ਹੈ ਨਾ, Yes, sir. ਤਾਂ ਉਹ ਪੋਟੈਂਸ਼ੀਅਲ ਐਨਰਜੀ ਤਾਂ ਬਦਲ ਹੀ ਨਹੀਂ, ਆਪਾਂ ਸਿਰਫ ਚੇਂਜ ਪਤਾ ਕਰ ਰਹੇ ਹਾਂ। ਇਸ ਲਈ ਆਪਾਂ ਸਿਰਫ ਇਹ ਦੇਖ ਰਹੇ ਹਾਂ ਕਿ ਉਹ ਕਿੰਨਾ ਐਂਗਲ ਰੋਟੇਟ ਕੀਤੀ ਐਕਸਟਰਨਲ ਫੋਰਸ ਨਾਲ, ਤਾਂ ਉਹਦੇ ਕਰਕੇ ਥੀਟਾ 1 ਤੋਂ ਥੀਟਾ 2 ਐਂਗਲ ਰੋਟੇਟ ਕਰਦੇ ਹੋਏ ਕਿੰਨੀ ਪੋਟੈਂਸ਼ੀਅਲ એનર્ਜੀ ਉਹ ਚ ਐਡ ਹੋਈ ਹੈ। ਠੀਕ ਹੈ ਜੀ ਗੱਲ? Yes, sir. Yes, ਹਾਂਜੀ 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 ਬੋਲੋ।
ਹੁਣ ਆਪਾਂ ਇਹ ਮੰਨਦੇ ਹਾਂ, ਆਪਾਂ ਇੱਕ ਰੈਫਰੈਂਸ ਦੀ ਗੱਲ ਕਰੀ, ਰੈਫਰੈਂਸ ਵੀ 0 ਤੇ ਆ ਬੜੀ ਇੰਪੋਰਟੈਂਟ ਆ ਰਿਲੇਸ਼ਨ ਤਾਂ ਐਦਾਂ ਹੀ ਯੂਜ਼ ਹੋਊਗਾ ਵੀ ਹਰ ਜਗ੍ਹਾ, ਇਹਨੂੰ ਯਾਦ ਰੱਖਿਓ। ਇੱਕ ਹੋਰ ਦੱਸਦਾ ਤੁਹਾਨੂੰ ਇਹ ਗੱਲ, ਮੰਨ ਲਓ ਆ ਪੋਟੈਂਸ਼ੀਅਲ એનર્ਜੀ ਹੈ, ਸੌਰੀ ਇਲੈਕਟ੍ਰਿਕ ਫੀਲਡ ਹੈ, ਤੇ यूनिफॉर्म इलेक्ट्रिक फील्ड की गल कर रहे हैं ਆਪਾਂ, नॉन यूनिफॉर्म च काम मामला बड़ा हो जाना है कंप्लेक्स। सर हाँ जी सर आपने सर अभी बोला था उसको सर जहाँ पे पोटेंशियल एनर्जी 0 उसको कहाँ लेंगे सर? वो तब लेंगे जब वो स्टेबल हो इक्विलिब्रियम। नहीं, हम पोटेंशियल एनर्जी वो दिखाने जा रहे हैं आपको कहाँ पे हम पोटेंशियल 0 मानेंगे। हम पोटेंशियल एनर्जी 0 इस रेफरेंस को मानेंगे, ये रेफरेंस होगा हमारा रेफरेंस, ये याद रखना, फॉर 0 पोटेंशियल एनर्जी जो होगा वो क्या होगा, व्हेन थीटा इज इक्वल टू 90 डिग्री। यानी अगर आपका पी वेक्टर, यानी ये मान लो नीचे है -q, ऊपर है मान लो +q, एंड उसका इलेक्ट्रिक फील्ड के साथ कितना एंगल बन रहा हो, 90 डिग्री। ਇੱਥੇ ਕਈ ਵਾਰ ਬੱਚੇ ਕਾਫੀ ਉਹ ਖਾ ਜਾਂਦੇ ਆ ਧੋਖਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਵੀ ਜੇ ਆਪਾਂ ਇਹਨੂੰ ਪੋਟੈਂਸ਼ੀਅਲ એનર્ਜੀ 0 ਸਟੇਟ ਲੈਣੀ ਹੈ ਤਾਂ ਆਪਾਂ ਉਹ ਲਈਏ ਜਦੋਂ ਇਹ ਹੋਏਗਾ ਇਕੁਇਲਿਬ੍ਰੀਅਮ ਦੇ ਵਿੱਚ, ਹੈ ਨਾ, ਕਿਉਂਕਿ Yes, sir. ਮਿਨੀਮਮ ਹੁੰਦੀ ਹੈ ਨਾ। यस सर। ਆਪਾਂ ਮਿਨੀਮਮ ਪੋਟੈਂਸ਼ੀਅਲ એનર્ਜੀ ਦੀ ਗੱਲ ਇਸ ਲਈ ਇੱਥੇ ਇਸ ਤਰ੍ਹਾਂ ਕਰਦੇ ਆ 90 ਡਿਗਰੀ, ਇਸ ਲਈ ਰੈਫਰੈਂਸ ਮੰਨਦੇ ਆ ਆਪਾਂ। ਇਹ ਬੜੀ ਇੰਪੋਰਟੈਂਟ ਗੱਲ, ਦਿਮਾਗ ਸਾਰੇ ਜਾਂਦੀ ਹੈ। ਮੈਂ ਵੀ ਛੋਟਾ ਸੀ, ਮੈਨੂੰ ਲੱਗਦਾ ਯਾਰ ਇਦਾਂ ਹੋਣਾ ਚਾਹੀਦਾ 11ਵੀਂ ਸੀਗਾ ਤਾਂ ਵੀ ਇਹਨਾਂ ਨੇ ਇਹਨੂੰ ਕਿਉਂ 0 ਮੰਨਿਆ। ਉਹ ਇਸ ਲਈ ਮੰਨਿਆ ਕਿਉਂਕਿ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਆ ਇਲੈਕਟ੍ਰਿਕ ਫੀਲਡ ਯੂਨੀਫਾਰਮ ਹੈ ਤਾਂ ਆਹ ਵਾਲਾ ਪੁਆਇੰਟ A, ਆਹ ਵਾਲਾ ਪੁਆਇੰਟ B, ਆਹ ਵਾਲਾ ਪੁਆਇੰਟ C ਤੇ ਆਹ ਵਾਲਾ ਪੁਆਇੰਟ D, ਹਿਮਾਨੀ ਨੇ ਵਿੱਚੋਂ ਕਿਹਦੇ ਤੇ ਪੋਟੈਂਸ਼ੀਅਲ ਸਭ ਤੋਂ ਜ਼ਿਆਦਾ ਹੈ? ਸਰ ਇਕੁਇਪੋਟੈਂਸ਼ੀਅਲ ਨੇ। ਹਾਂ, ਇਹ ਇਕੁਇਪੋਟੈਂਸ਼ੀਅਲ ਨੇ, ਸਾਰਿਆਂ ਦੇ ਪੋਟੈਂਸ਼ੀਅਲ ਬਰਾਬਰ ਹੈ। ਸੋ ਜੇ ਮੈਂ ਆ +q ਜਿੱਥੇ ਪਿਆ ਇੱਥੇ ਪੋਟੈਂਸ਼ੀਅਲ ਮੰਨ ਲਓ 20 ਮੰਨ ਲੈਂਦਾ ਤਾਂ ਨੀਚੇ ਵੀ ਪੋਟੈਂਸ਼ੀਅਲ V ਹੋਏਗਾ। ਤਾਂ ਜੇ ਇਹਨਾਂ ਚਾਰजेस ਦੀ ਪੋਟੈਂਸ਼ੀਅਲ એનર્ਜੀ ਦੀ ਗੱਲ ਕਰਾਂ ਤਾਂ ਇਹ ਕੀ ਕੰਟਰੀਬਿਊਟ ਕਰਨਗੇ ਆਪਣੀ ਆਪਣੀ ਪੋਜੀਸ਼ਨਸ ਦੇ ਨਾਲ ਆਪਣੀ, ਤਾਂ ਪੋਟੈਂਸ਼ੀਅਲ એનર્ਜੀ ਚ ਕੰਟਰੀਬਿਊਸ਼ਨ ਹੋਏਗਾ ਉੱਪਰਲੇ ਦਾ q * v ਤੇ ਨੀਚੇ ਵਾਲੇ ਦਾ -q * v, ਹੈ ਨਾ। ਕਿੰਨਾ ਆਏਗਾ? 0। ਸੋ ਪੋਟੈਂਸ਼ੀਅਲ એનર્ਜੀ ਇਸ ਸਟੇਜ ਦੇ ਵਿੱਚ ਜਿਹੜੀ ਆਏਗੀ ਉਹ ਇਹਨਾਂ ਤੋਂ ਕੰਟਰੀਬਿਊਸ਼ਨ 0 ਹੋਏਗਾ। ਇਸੇ ਲਈ ਆਪਾਂ 90 ਡਿਗਰੀ ਵਾਲੀ ਸਟੇਟ ਨੂੰ 0 ਪੋਟੈਂਸ਼ੀਅਲ એનર્ਜੀ ਸਟੇਟ ਮੰਨਦੇ ਹਾਂ। ਤੇ ਜਦੋਂ ਆਪਾਂ 0 ਸਟੇਟ ਨੂੰ ਮੰਨਦੇ ਆ, ਕਹਿੰਦੇ ਆ ਸੌਰੀ 0 ਪੋਟੈਂਸ਼ੀਅਲ એનર્ਜੀ ਸਟੇਟ ਨੂੰ ਮੰਨਦੇ ਆ 90 ਡਿਗਰੀ ਤੇ, ਆਪਾਂ ਮੰਨ ਲੈਂਦੇ ਆ ਕਿ ਆਪਣਾ ਜਿਹੜਾ θ1 ਹੈ ਉਹ ਮੰਨ ਲਓ 90 ਡਿਗਰੀ ਹੈ, ਯਾਨੀ ਇਨੀਸ਼ੀਅਲ ਸਟੇਜ, ਹੈ ਨਾ, ਜਦੋਂ 0 ਪੋਟੈਂਸ਼ੀਅਲ એનર્ਜੀ ਹੈ। ਤੇ ਆਪਾਂ θ2 ਜਿਹੜਾ ਉਹ ਮੰਨ ਲੈਣਾ ਕੋਈ ਵੀ θ ਹੈ, ਜਿਹੜੇ θ ਤੇ ਤੁਸੀਂ ਉਹਨੂੰ ਲੈ ਕੇ ਆਏ ਹੋ 90 ਤੋਂ ਬਾਅਦ, ਠੀਕ ਹੈ, ਇਹ ਫਾਈਨਲ ਪੁਆਇੰਟ ਮੰਨ ਲੈਂਦੇ ਆ। ਤਾਂ ਇੱਥੇ ਇਸ ਜਗ੍ਹਾ ਤੇ ਪੋਟੈਂਸ਼ੀਅਲ એનર્ਜੀ ਜਿਹੜੀ ਆਏਗੀ ਉਹ ਕੀ ਆਏਗੀ, ਦੇਖੋ ਇਸ ਗੱਲ ਨੂੰ ਅਗਲੇ ਪੇਜ ਤੇ ਲਿਖ ਰਿਹਾ ਮੈਂ। ਤਾਂ ਉਹ ਆਏਗਾ u - 0 - PE cos θ2 ਯਾਨੀ θ ਮਾਈਨਸ cos θ1 ਕਿੱਥੋਂ ਲੈ ਕੇ ਆਇਆ 90 ਡਿਗਰੀ ਤੋਂ, ਇਹ ਆ ਜਾਂਦੀ ਹੈ -PE cos θ, ਤੇ ਇਹ ਆਦੀ ਪੋਟੈਂਸ਼ੀਅਲ એનર્ਜੀ ਜਦੋਂ ਆਪਾਂ ਰੈਫਰੈਂਸ ਮੰਨਦੇ ਹਾਂ 90 ਡਿਗਰੀ ਐਂਗਲ ਵਾਲੀ ਪੋਜੀਸ਼ਨ। ਤੇ ਇੱਥੇ ਆਪਣੇ ਕੋਲ u ਨੂੰ ਆਪਾਂ ਕੀ ਲਿਖ ਦਿੰਦੇ ਆ -p ਵੈਕਟਰ ਡਾਟ, ਆ ਯਾਦ ਰੱਖਣਾ ਬੱਚੇ ਨੈਗੇਟਿਵ ਨਹੀਂ ਪਾਉਂਦੇ, ਕਈ ਵਾਰੀ ਉਹਨਾਂ ਨੂੰ ਲੱਗਦਾ ਵੀ ਨੈਗੇਟਿਵ ਪਾਉਣ ਦੀ ਲੋੜ ਨਹੀਂ, ਪਰ ਨੈਗੇਟਿਵ ਪਾਉਣਾ ਹੈ ਇੱਥੇ। ਤੇ ਇਹ ਆਪਣੇ ਕਿਸੇ ਡਾਈਪੋਲ ਦੀ ਕਿਸੇ ਵੀ θ1 ਤੋਂ θ2 ਤੇ ਲੈ ਕੇ ਆਣਾ ਤਾਂ ਆਹੀ ਰਿਜ਼ਲਟ ਯੂਜ਼ ਕਰੋਗੇ। ਰਿਜ਼ਲਟ ਆਪਾਂ ਨਿਊਮੈਰੀਕਲ ਚ ਮੋਸਟਲੀ ਆਹ ਵਾਲੀ ਕੰਡੀਸ਼ਨ ਆਉਂਦੀ ਹੈ, ਠੀਕ ਹੈ ਨਾ। ਜੇ θ ਉਹਨੂੰ 0 ਮੰਨ ਲਿਆ, ਸਕੂਲ ਐਗਜ਼ਾਮ ਵਿੱਚ ਤੁਹਾਨੂੰ ਇੱਥੇ ਤੱਕ ਕਰਨਾ ਪਏਗਾ, ਇਹ ਸਕੂਲ ਐਗਜ਼ਾਮ ਲਈ ਇਹ ਜ਼ਰੂਰੀ ਹੈ, ਉੱਥੇ ਆ ਐਕਸਪ੍ਰੈਸ਼ਨ ਪੁੱਛਦੇ ਆ। ਕੋਈ ਕੁਝ ਕਹਿ ਰਿਹਾ? ਹੁਣ ਇੱਕ ਬੜੀ ਇੰਪੋਰਟੈਂਟ ਗੱਲ ਲਾਸਟ ਬਸ ਹੁਣ ਖਤਮ ਹੋ ਚੁੱਕਿਆ ਆਪਣਾ, ਸਮਝ ਲਓ ਆਪਣਾ ਐਜ਼ ਸੱਚ ਇੱਕ ਚੈਪਟਰ ਖਤਮ ਹੋ ਚੁੱਕਿਆ। ਆਪਾਂ ਹੁਣ ਇਸ ਸਟੇਜ ਤੇ ਹੈਗੇ ਕਿ ਆਪਾਂ ਹੁਣ ਕੈਪੈਸਿਟਰ ਸ਼ੁਰੂ ਕਰਾਂਗੇ, ਅਗਲੇ ਵਾਰੀ ਕਰ ਲਾਂਗੇ ਸ਼ੁਰੂ, ਪਰ ਫਿਲਹਾਲ ਤੁਹਾਡੀਆਂ ਇਹ ਲੈ ਲਈਏ ਕੁਝ ਅਗਲਾ ਲੈਕਚਰ ਮੈਂ ਪ੍ਰੋਬਲਮਸ ਲਈ ਰੱਖੂਗਾ, ਤੁਹਾਡੀਆਂ ਪ੍ਰੈਕਟਿਸ ਸ਼ੀਟਸ ਪ੍ਰੋਬਲਮਸ ਐਂਡ ਕਨਸੈਪਚੁਅਲ ਪ੍ਰੋਬਲਮਸ, ਜੋ ਤੁਹਾਡੇ ਇਲੈਕਟ੍ਰਿਕ ਪੋਟੈਂਸ਼ੀਅਲ ਨੂੰ ਲੈ ਕੇ ਜੋ ਵੀ ਪ੍ਰੋਬਲਮ ਡਾਊਟਸ ਹੋਣ ਉਹ ਸਾਰੀਆਂ। ਸੋ ਪਹਿਲਾਂ ਹੁਣ ਦੇਖੋ ਇੱਕ ਹੋਰ ਟੌਪਿਕ, ਸਿੰਪਲ ਹਾਰਮੋਨਿਕ ਮੋਸ਼ਨ ਆਫ ਅ ਡਾਈਪੋਲ। ਬਹੁਤ ਸੌਖਾ ਹੈ ਇਹ ਨਾ ਔਖਾ ਨਹੀਂ ਹੈ। ਇਨ ਯੂਨੀਫਾਰਮ ਇਲੈਕਟ੍ਰਿਕ ਫੀਲਡ, ਦੇਖੋ ਸਿੰਪਲ ਜੀ ਗੱਲ ਹੈ, ਜਦੋਂ ਤੁਸੀਂ ਕਿਸੇ ਵੀ ਇਲੈਕਟ੍ਰਿਕ ਫੀਲਡ ਦੇ ਵਿੱਚ ਕੰਮ ਕਰੋਗੇ, ਡਾਈਪੋਲ ਨੂੰ ਆ ਮੰਨ ਲਓ ਇਲੈਕਟ੍ਰਿਕ ਫੀਲਡ ਹੈ,
ਜੋ ਡਾਇਪੋਲ ਨੂੰ ਤੁਸੀਂ ਕਿਸੇ ਵੀ ਪਾਰਟਿਕੂਲਰ ਐਂਗਲ ਥੀਟਾ ਤੇ ਲਿਆ ਕੇ ਛੱਡੋਗੇ ਤਾਂ ਬੇਸਿਕਲੀ ਤੁਹਾਡੀ ਜਿਹੜੀ ਡਾਇਪੋਲ ਹੈ ਉਹ ਸਿੰਪਲ ਹਾਰਮੋਨਿਕ ਮੋਸ਼ਨ ਕਰੇਗੀ, ਐਕਸੀਲੇਟ ਕਰੇਗੀ। ਇਸ ਤਰ੍ਹਾਂ ਕਿਵੇਂ ਕਰੇਗੀ? ਜਿਵੇਂ ਦੇਖੋ ਆ ਮੰਨ ਲਓ ਡਾਇਪੋਲ ਰੱਖੀ ਆਪਾਂ ਇਸ ਤਰ੍ਹਾਂ, ਜਾਂ ਇਸ ਤਰ੍ਹਾਂ ਨਾ ਰੱਖੀ, ਬਹੁਤ ਥੋੜਾ ਐਂਗਲ ਦਈਏ ਆਪਾਂ, ਲੈਟ ਇਟ ਬੀ ਦਿਸ। ਆ ਐਂਗਲ ਹੈ ਮੰਨ ਲਓ, ਬਹੁਤ ਛੋਟਾ ਐਂਗਲ ਹੁੰਦਾ ਹੈ, ਬਹੁਤ ਹੀ ਛੋਟਾ ਹੈ, ਮੈਂ ਇੱਥੇ ਫਿਰ ਵੀ ਵੱਡਾ ਦਿਖਾਇਆ ਤੁਹਾਨੂੰ ਸਮਝਾਉਣ ਲਈ। ਆ ਮੰਨ ਲਓ ਮਾਈਨਸ ਕਿਊ ਹੈ, ਆ ਪਲੱਸ ਕਿਊ ਹੈ, ਆ ਮੰਨ ਲਓ ਮਾਈਨਸ ਕਿਊ ਹੈ। ਆ ਐਂਗਲ ਜਿਹੜਾ ਇਹਦਾ ਇਹ ਥੀਟਾ ਹੈ। ਜਦੋਂ ਤੁਸੀਂ ਇਹਨੂੰ ਛੱਡੋਗੇ ਇਹ ਵਾਪਸ ਆਏਗੀ ਨਾ, ਹੈ ਨਾ? यस सर। ਵਾਪਸ ਆਉਣ ਤੋਂ ਬਾਅਦ ਇਹ, ਕਿਉਂਕਿ ਜਦੋਂ ਇਹ ਵਾਪਸ ਆਏਗੀ ਤਾਂ ਇਹਨੂੰ ਬੇਸਿਕਲੀ ਟਾਰਕ ਲੱਗ ਰਹੀ ਹੋਏਗੀ ਨਾ ਇਹਨੂੰ ਵਾਪਸ ਲੈ ਕੇ ਆਉਣ ਲਈ। यस ਟਾਰਕ ਇਹਨੂੰ ਕੀ ਦੇਗੀ? ਫਿਰ ਇਹਨੂੰ ਐਕਸਲਰੇਟ ਕਰੇਗੀ ਨਾ। Yes, sir. ਤਾਂ ਇਹ ਆ ਕੇ ਇੱਥੇ ਇਸ ਜਗ੍ਹਾ ਤੇ ਰੁਕ ਥੋੜੀ ਸਕਦੀ ਹੈ ਫਿਰ ਉसी टाइम, है ना? थोड़ी चली ਤਾਂ जाएगी। ਇਹ ऐसी अब ड्यू टू इनर्शिया इधर निकल जाएगी, ਮਾਈਨਸ ਕਿਊ ਇੱਧਰ, ਸੌਰੀ ਪਲੱਸ ਕਿਊ ਇੱਧਰ ਤੇ ਮਾਈਨਸ ਕਿਊ ਉੱਪਰ ਚੜ ਜਾਏਗਾ। ਹੁਣ ਤੁਸੀਂ ਸੋਚ ਕੇ ਦੇਖੋ ਇਹਨੂੰ ਫਿਰ ਟਾਰਕ ਕਿੱਧਰ ਨੂੰ ਲੱਗੇਗੀ? ਫਿਰ ਇਹਨੂੰ ਇੱਧਰ ਨੂੰ ਫੋਰਸ ਲੱਗੇਗਾ, ਇਹਨੂੰ ਇੱਧਰ ਨੂੰ, ਇਹ ਫਿਰ ਵਾਪਸ ਜਾਏਗੀ ਨਾ। यस सर। ਇਹ ਯਾਨੀ ਇਧਰੋਂ ਉੱਪਰ ਆਪਾਂ ਤੁਸੀਂ ਲੈ ਕੇ ਗਏ, ਇਹਨੂੰ ਛੱਡਤਾ, ਹੁਣ ਇਹ ਆਪਣੇ ਆਪ ਨੀਚੇ ਆਈ ਪਰ ਰੁਕੀ ਨਹੀਂ, ਨੀਚੇ ਚਲੀ ਗਈ। ਨੀਚੋਂ ਫਿਰ ਟਾਰਕ ਲੱਗੀ, ਫਿਰ ਵਾਪਸ ਆਈ, ਫਿਰ ਇੱਥੇ ਰੁਕੀ ਨਹੀਂ, ਫਿਰ ਉੱਪਰ ਚਲੀ ਗਈ, ਫਿਰ ਵਾਪਸ ਆਈ। ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਹੋਏਗਾ ਇਹਦਾ ਮੋਸ਼ਨ। ਦੇਖੋ ਇਸ ਤਰ੍ਹਾਂ ਆ ਇਸ ਤਰ੍ਹਾਂ ਸੀਗੀ, ਇਹਨੂੰ ਲੈ ਕੇ ਛੱਡਤਾ, ਫਿਰ ਇਸ ਤਰ੍ਹਾਂ ਚਲੇਗੀ 1 2 3 4 5 6 ਇਸ ਤਰ੍ਹਾਂ। ਸਮਝ ਲੱਗੀ ਗੱਲ? Yes, sir. ਇਸ ਤਰ੍ਹਾਂ ਚੱਲੇਗੀ ਇਹ। ਤਾਂ ਇਹ Sir? ਹਾਰਮੋਨਿਕ ਮੋਸ਼ਨ। ਹਾਂਜੀ सर हर बार जब वो एक बार नीचे आके फिर ऊपर जाएगी, फिर अगली बार उससे थोड़ा कम आएगी ना सर, तभी हाँ, जाकर वो के। अगर असल में बिल्कुल सही बात कह रहे हो आप। जहां पर कोई फ्रिक्शन होगा या कुछ हो गया, कुछ चीजों की वजह से होएगा, पर यहाँ पे हम किसी और फोर्स को नेग्लेक्ट कर रहे हैं, इसलिए वो बिल्कुल पूरा ही थीटा जाएगी। इवन जब आप पेंडुलम को भी करते हो ना, पेंडुलम को बहुत छोटा सा एंगल देते हो, तो पेंडुलम को थोड़ा सा एंगल देने के बाद जब छोड़ोगे, अब आप ऐसे पेंडुलम को ऐसे करके छोड़ दो तो वो अपना 1-2 घंटे बाद तो देखोगे रुका होगा वो, है ना? यस सर। यानी उसका जो एम्पलीट्यूड है वो रुकता कम होता जाता है ना, डैम्प्ड ऑक्सीलेशंस होती है। यस पर हम लोग आम बिल्कुल कंडीशन आइडियल में सोचते हैं, हम मान के चलते हैं कोई फ्रिक्शन नहीं है, एयर फ्रिक्शन नहीं है, तो सब कुछ बिल्कुल वैसे चल रहा है। ठीक है? यस सर। फिर हम यहाँ पे वो नहीं मानेंगे कि ये एक बार स्टेबल इक्विलिब्रियम में आएगी। हाँ, वो तो आएगी स्टेबल इक्विलिब्रियम में, वो उस पॉइंट को गुजर जाएगी ना लेके वहां से, क्योंकि वहां पर आने के बाद भी उस पे टॉर्क की वजह से जो एक्ट कर रहा था वो जो एक्सेलरेट हो चुकी थी वो, तो वो रुकेगी थोड़ी, फिर आगे जाएगी जब तक वो डिसेलरेट नहीं होती आगे जाते हुए। यस सर। तो यहाँ पर अगर मैं ये कह रहा हूँ कि थीटा, मान लो जब आपका थीटा की वैल्यू 0 होगी तो आपकी जो पोटेंशियल एनर्जी होगी वो क्या होगी? माइनस पीई कॉस 0, है ना? माइनस पीई, ये मिनिमम पोटेंशियल एनर्जी वाली स्टेट होगी बेसिकली। अब आप कहोगे कि यहाँ सबसे कम होनी चाहिए, हाँ तो सबसे कम ही है ना। 90 डिग्री वाले केस में इसकी जो पोटेंशियल एनर्जी 0 है, पर यहाँ पर तो नेगेटिव हुई पड़ी है ना। यस ठीक है, तो ये याद रखना कि जो तो स्टेबल इक्विलिब्रियम ਹੁੰਦਾ ना, याद रखियो, मैं इथे लिख देना, ਜਦੋਂ ਤੁਸੀਂ ਸਟੇਬਲ ਇਕੁਇਲਿਬ੍ਰੀਅਮ ਚ ਗੱਲ ਕਰਦੇ ਹੋ ਨਾ, ਇਹਨੂੰ ਯਾਦ ਵੀ ਰੱਖਿਓ, ਦੈਨ ਉੱਥੇ ਟਾਰਕ ਤੁਹਾਡੀ 0 ਹੁੰਦੀ ਹੈ ਤੇ ਪੋਟੈਂਸ਼ੀਅਲ એનર્ਜੀ ਤੁਹਾਡੀ ਮਿਨੀਮਮ ਹੁੰਦੀ ਹੈ, ਹੈਨਾ? ਠੀਕ ਹੈ? सर। सो इस जगह पे अगर मैं गल करा, टॉर्क जो ਤੁਹਾਡੀ ਲੱਗ ਰਹੀ ਹੈ, टॉर्क दैट इज इक्वल टू माइनस PE sin थीटा होएगी ना। Yes, sir. एंड क्योंकि थीटा वेरी स्मॉल है, सो ਤੁਸੀਂ ਕੀ ਕਹਿ ਸਕਦੇ ਹੋ, sin थीटा इज नियरली इक्वल टू, ठीक। ये आप यूज करता है कई बार, माइनस PE इंटू थीटा हो गया, ये टॉर्क हो गई। ठीक है, ਤੇ ਤੁਸੀਂ ਕੀਤਾ ਸਿੰਪਲ ਹਾਰਮੋਨਿਕ ਮੋਸ਼ਨ ਦੀ ਇਕੁਏਸ਼ਨ ਕੀਤੀ ਨਾ, ਐਕਸਲਰੇਸ਼ਨ ਇਜ਼ ਇਕੁਅਲ ਟੂ ਮਾਈਨਸ ਓਮੇਗਾ ਸਕੁਅਰ ਇਨਟੂ ਡਿਸਪਲੇਸਮੈਂਟ ਹੁੰਦੀ ਹੈ। ਇੱਥੇ ਆਪਣੀ ਕੀ ਹੋਏਗੀ, ਐਂਗੂਲਰ ਐਕਸਲਰੇਸ਼ਨ ਵਿਲ ਬੀ ਇਕੁਅਲ ਟੂ ਮਾਈਨਸ ਓਮੇਗਾ ਸਕੁਅਰ ਇਨਟੂ ਥੀਟਾ ਆਏਗਾ ਨਾ। Yes, sir. ਇਤਨਾ ਟਾਈਮ ਪੀਰੀਅਡ ਨਿਕਲ ਜਾਏਗਾ ਆਪਣਾ। ਸੋ ਆ ਆਪਣੀ ਟੌ ਜਿਹੜੀ ਹੈ, ਟੌ ਨੂੰ ਤੁਸੀਂ ਕੀ ਲਿਖ ਸਕਦੇ ਹੋ, I ਅਲਫਾ ਲਿਖ ਸਕਦੇ ਹੋ। Yes, sir. ਇਹ ਆਏਗਾ ਮਾਈਨਸ PE ਇਨਟੂ ਥੀਟਾ, ਤੇ ਇਹ ਜਿਹੜਾ ਆਪਣਾ ਆਏਗਾ ਅਲਫਾ ਕਿਹਦੇ ਬਰਾਬਰ ਆਏਗਾ। अच्छा, ਤੁਸੀਂ ਕਹਿਣਾ ਸੱਚ ਟਾਰਕ ਨੂੰ ਮਾਈਨਸ PE ਕਿਉਂ ਲੈ ਰਹੇ ਨਾ, ਮਾਈਨਸ ਟਾਰਕ ਨੂੰ ਮਾਈਨਸ ਇਸ ਲਈ ਕਿਉਂਕਿ ਆਪਾਂ ਉਹ ਟਾਰਕ ਔਰ ਨੂੰ ਥੀਟਾ ਨੂੰ ਘਟਾ ਰਹੀ ਹੈ ਨਾ।
ਅਦਰਵਾਈਜ਼ ਆਪਾਂ ਟਾਰਕ ਦਾ ਪੀ ਸਾਈਨ ਥੀਟਾ ਲੈਣੇ ਤੇ ਨੈਗੇਟਿਵ ਲਿਆ ਕਿਉਂਕਿ ਉਹ ਘਟਾ ਰਹੀ ਜਿਹੜੀ ਉੱਤੇ ਫੋਰਸ ਲੱਗ ਰਹੀ ਹੈ ਰਿਸਟੋਰਿੰਗ ਟਾਰਕ ਦੀ ਗੱਲ ਕਰ ਰਹੇ ਆਪਾਂ ਹਨਾ। ਇਹ ਰਿਸਟੋਰਿੰਗ ਟਾਰਕ ਹੈ, ਇਹ ਓਵਰੀ ਟਾਰਕ ਨਹੀਂ ਜਿਹੜੀ ਤੁਸੀਂ ਲਗਾ ਰਹੇ ਸੀ ਪੋਟੈਂਸ਼ੀਅਲ એનર્ਜੀ ਵਧਾਉਣ ਲਈ। ਇਸ ਲਈ ਤੁਸੀਂ ਉੱਥੇ ਤਾਂ ਨਹੀਂ ਲੈ ਰਹੇ ਸੀ ਨਾ ਇਹਨੂੰ, ਉੱਥੇ ਤਾਂ ਤੁਸੀਂ ਪੀ ਸਾਈਨ ਥੀਟਾ ਲਿਆ ਸੀ। ਆ ਦੇਖੋ ਹੁਣ ਇੱਥੇ ਅਲਫਾ ਕਿਹਦੇ ਬਰਾਬਰ ਆਏਗਾ, ਆਏਗਾ ਤਾਂ ਤੁਸੀਂ ਇਹਨੂੰ Yes. ਕੰਪੇਅਰ ਕਰ ਸਕਦੇ ਹੋ ਇਹ ਨਾਲ, ਤਾਂ ਤੁਹਾਡੀ ਜਿਹੜੀ ਕਿੰਨੀ ਆਏਗੀ ਉਹ ਓਮੇਗਾ ਸਕੁਅਰ PE by I. ਹਾਂਜੀ PE by I ਹੈ ਨਾ। ਤਾਂ therefore ਤੁਹਾਡਾ ਜਿਹੜਾ ਟਾਈਮ ਪੀਰੀਅਡ ਆਏਗਾ ਉਹ ਆਏਗਾ 2 ਪਾਈ ਅੰਡਰ ਰੂਟ ਆਫ I by PE, ਇਹਨੂੰ ਦੇਖ ਲਿਓ ਇਹ ਆ ਗਿਆ। ਤੇ ਬਹੁਤ ਹੀ ਗੱਲ ਆ, ਕਈ ਵਾਰ ਮੋਮੈਂਟ ਆਫ ਇਨਰਸ਼ੀਆ ਵੀ ਪੁੱਛ ਲਿਆ ਜਾਵੇ ਤੁਹਾਨੂੰ ਤਾਂ ਤੁਹਾਨੂੰ ਪਤਾ ਹੀ ਹੁੰਦਾ ਹੈ ਕਿ ਆ ਦੋ ਤਾਂ ਪੁਆਇੰਟ ਚਾਰਜ ਨੇ ਤੁਹਾਡੇ। ਮੰਨ ਲਓ ਆ ਪੁਆਇੰਟ ਚਾਰਜ ਦਾ ਮਾਸ ਵੀ m ਹੈ ਤੇ ਚਾਰਜ ਹੈਗਾ ਪਲੱਸ q, ਤੇ ਇਧਰਲਾ ਜਿਹੜਾ ਪੁਆਇੰਟ ਚਾਰਜ ਹੈਗਾ ਤੁਹਾਡਾ ਉਹ ਪੁਆਇੰਟ ਚਾਰਜ ਦਾ ਮਾਸ m ਹੈ ਤੇ ਚਾਰਜ ਹੈਗਾ ਮਾਈਨਸ q, ਤੇ ਆ ਇਹਦੇ ਸੈਂਟਰ ਦੇ ਅਰਾਊਂਡ ਘੁੰਮ ਰਿਹਾ ਹੈ ਤਾਂ ਇਹਦਾ ਮੋਮੈਂਟ ਆਫ ਇਨਰਸ਼ੀਆ ਤੁਹਾਨੂੰ ਪਤਾ ਨਾ ml² 2ml² ਆ ਜਾਏਗਾ ਨਹੀਂ Yes, sir. ਹੈ ਨਾ। ਇਹਦਾ ਕਿੱਥੇ ਹੀ ਹੋਇਆ ਤੁਸੀਂ ਪੁਆਇੰਟ ਚਾਰਜ ਲਈ, Yes, sir. ਠੀਕ ਹੈ। ਜੇ ਕੋਈ ਰੋਡ ਹੋਈ, ਰੋਡ ਦੇ ਸਿਰੇ ਤੇ ਚਾਰਜ ਰੱਖੇ ਹੋਏ ਤਾਂ ਰੋਡ ਦਾ ml²/12 ਹੈ ਨਾ। Yes, sir. ਇਹ ਬਾਅਦ ਦੀਆਂ ਗੱਲਾਂ ਇਹ ਤੁਸੀਂ ਭੁੱਲ ਚੁੱਕੇ ਹੋਵੋਗੇ ਤੁਸੀਂ ਵੀ, ਮਤਲਬ ਸਾਰਾ ਕੁਝ ਅਸੀਂ ਵੀ ਨਹੀਂ ਯਾਦ ਰੱਖਦੇ। ਸੋ ਪਰ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਕਿ ਮੋਮੈਂਟ ਆਫ ਇਨਰਸ਼ੀਆ ਦੀ ਵੈਲਿਊ ਪੁੱਟ ਕਰਕੇ ਆਪਾਂ ਨੂੰ ਟਾਈਮ ਪੀਰੀਅਡ ਮਿਲ ਜਾਏਗਾ ਇਸ ਤਰ੍ਹਾਂ ਦੇ ਕੇਸ ਦੇ ਵਿੱਚ। ਸਮਝ ਲੱਗ ਰਹੀ ਹੈ ਸਾਰਿਆਂ ਨੂੰ ਗੱਲ? Yes, sir. Yes, sir. ਠੀਕ ਹੈ ਨਾ। ਇਹ ਆਪਣਾ ਸਮਝ ਲਓ ਇਸ ਤੋਂ ਬਾਅਦ ਸੈਲਫ એનર્ਜੀ ਦਾ ਜਿਹੜਾ ਇੱਕ ਟੌਪਿਕ ਰਹਿੰਦਾ ਆ, ਮੈਂ ਉਹ ਕਰਵਾਉਂਗਾ ਤੁਹਾਨੂੰ। ਹਾਲੇ ਚਲੋ ਆਪਣੇ ਕੋਲ ਹੈਗੇ 10-12 ਮਿੰਟ, ਜਿੰਨਾ ਹੋ ਸਕਦਾ ਆਪਾਂ ਪਹਿਲਾਂ ਹੋਰ ਡਿਸਕਸ਼ਨ ਕਰ ਲਈਏ ਇਕੁਈਪੋਟੈਂਸ਼ੀਅਲ ਸਰਫੇਸਿਸ ਬਾਰੇ। ਤੁਸੀਂ ਕਹਿੰਦਾ ਕੀਤਾ ਆ, ਹਾਂਜੀ ਤੁਸੀਂ ਕੀਤਾ ਹੈ, ਥੋੜੀ ਜਿਹੀ ਡਿਸਕਸ਼ਨ ਆਪਾਂ ਫੇਰ ਕਰ ਲਈਏ। ਤੇ ਤੁਹਾਨੂੰ ਪਤਾ ਹੈ ਇਕੁਈਪੋਟੈਂਸ਼ੀਅਲ ਸਰਫੇਸਿਸ ਜਿਹੜੇ ਹੁੰਦੇ ਨੇ ਇਲੈਕਟ੍ਰਿਕ ਫੀਲਡ ਦੇ ਹਮੇਸ਼ਾ perpendicular ਹੁੰਦੇ ਨੇ, ਜਾਂ ਫਿਰ ਜੇ ਤੁਸੀਂ ਕਹਿ ਲਓ ਕਿ ਕੋਈ ਵੀ ਮੰਨ ਲਓ ਇਕੁਈਪੋਟੈਂਸ਼ੀਅਲ ਸਰਫੇਸ ਹੈ ਇਸ ਤਰ੍ਹਾਂ ਦਾ, ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਸਰਫੇਸ ਹੈ ਤਾਂ ਉਹਦੇ ਹਰ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਜਿਹੜਾ ਆਏਗਾ ਉਹ ਹਮੇਸ਼ਾ Perpendicular. perpendicular ਆਏਗਾ। ਸੋ ਇਹ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ that electric field will always be perpendicular to the equipotential surface। ਤੇ equipotential surface ਦੇ ਹਰ ਪੁਆਇੰਟ ਤੇ ਪੋਟੈਂਸ਼ੀਅਲ ਬਰਾਬਰ ਹੋਏਗਾ। ਇਸ ਲਈ ਕਿਸੇ ਵੀ ਪੁਆਇੰਟ ਤੋਂ ਕਿਸੇ ਦੂਸਰੇ ਪੁਆਇੰਟ ਤੱਕ ਚਾਰਜ ਨੂੰ ਲੈ ਕੇ ਜਾਂਦੇ ਹੋਏ ਵਰਕ ਡਨ ਕਿੰਨਾ ਹੋਏਗਾ, ਹਮੇਸ਼ਾ ਵਰਕ ਡਨ 0 ਹੋਏਗਾ, ਹਨਾ। Yes, sir. ਤੇ ਤੁਹਾਨੂੰ ਇਹ ਸਭ ਕਰਵਾਇਆ ਹੋਇਆ ਮੈਂ। ਸੋ ਇਹਦੇ ਲਈ ਤੁਸੀਂ ਇਹਦੀ ਜਿਹੜੀ ਪ੍ਰੋਪਰਟੀਜ਼ ਨੇ, ਪਹਿਲੀ ਪ੍ਰੋਪਰਟੀ ਲਿਖੋ, ਸਾਰਿਆਂ ਨੇ ਲਿਖੋ, ਮੈਂ ਬੋਲ ਰਿਹਾ ਨਾਲ ਨਾਲ ਲਿਖੋ, ਤੁਹਾਡੇ ਨੋਟਸ ਹੋਣੀ ਚਾਹੀਦੀ ਹੈ, ਮੈਂ ਲਿਖਵਾ ਦਿੰਦਾ। ਲਿਖੋ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ, ਫਾਸਟ ਲਿਖਣਾ ਹੈ ਸਾਰਿਆਂ ਨੇ। ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ ਐਟ ਐਵਰੀ ਪੁਆਇੰਟ, direction of electric field at every point on this surface मतलब equipotential surface is normal to the surface। electric field is normal to the surface, ठीक है, तुसी properly लिखना। दूसरा आएगा work done by electric field, work done by electric field in moving a charge on this surface, in moving a charge on this surface is 0, is 0। तीसरा पॉइंट लिखो, तीसरा पॉइंट प्रॉपर्टीज पेपर जो पूछ लेंगे कई बारी। टू डिफरेंट इक्विपोटेंशियल सर्फेसिस, याद रखियो मैं इत्थे गल कर रहा, टू डिफरेंट इक्विपोटेंशियल सर्फेसिस, टू डिफरेंट इक्विपोटेंशियल सर्फेसिस विल नेवर इंटरसेक्ट ईच अदर। ये बिल्कुल उवें ही है। हुण दो डिफरेंट ने, एक 4 वोल्ट वाला एक 5 वोल्ट वाला, वो इंटरसेक्ट करनगे तां उस जगह पे पोटेंशियल 4 या 5 की दसोगे, इसलिए ये कभी भी इंटरसेक्ट नहीं करते। पर जिहड़े डिफरेंट हुंदे ने विल नेवर इंटरसेक्ट ईच अदर। बाकी ਤੁਹਾਨੂੰ ਸਫੈਰੀਕਲ ਤੇ ਉਹਦੇ ਕਰਕੇ ਦੱਸਿਆ ਸੀ। ਹੁਣ ਤੁਸੀਂ ਇੱਕ ਲਿਖੋ ਕੁਐਸਚਨ ਇਹਦੇ ਰਿਲੇਟਡ ਹੀ। थर्ड पॉइंट दोबारा है, थर्ड पॉइंट समझाइए। थर्ड पॉइंट मतलब दो इक्विपोटेंशियल सरफेस डिफरेंट, मतलब इक्विपोटेंशियल सरफेस है एक ਤੇ ਇੱਕ ਹੋਰ ਸਰਫੇਸ ਹੈ, ਇਸ ਤਰ੍ਹਾਂ मतलब इंटरसेक्ट नहीं कर सकते ना आपस में। मान लो आ 2 वोल्ट ਦਾ है, डिफरेंट ने,
3 ਵੋਲਟ ਦਾ ਹੈ ਤਾਂ ਫਿਰ ਪੁਆਇੰਟ ਆਫ ਇੰਟਰਸੈਕਸ਼ਨ ਤੇ ਇਹਨਾਂ ਦੇ ਆਹ ਵਾਲੇ ਪੁਆਇੰਟਸ ਤੇ ਤੁਸੀਂ ਕੀ ਦੱਸੋਗੇ 2 ਵੋਲਟ ਕਿ 3 ਵੋਲਟ ਸੈਂਸ ਨਹੀਂ ਬਣੇਗੀ ਕੋਈ ਠੀਕ ਹੈ ਨਾ ਇਸ ਲਈ ਕਿਸੇ ਵੀ ਜਗ੍ਹਾ ਤੇ ਇਕੁਇਪੋਟੈਂਸ਼ੀਅਲ ਸਰਫੇਸ ਦੋ ਇੰਟਰਸੈਕਟ ਨਹੀਂ ਕਰ ਸਕਦੇ ओके सर ਜਿਵੇਂ ਇਲੈਕਟ੍ਰਿਕ ਫੀਲਡ ਦੀ ਗੱਲ ਕਰਦੇ ਸੀ ਆਪਾਂ ਵੀ ਇਲੈਕਟ੍ਰਿਕ ਲਾਈਨਸ ਨਹੀਂ ਇੰਟਰਸੈਕਟ ਕਰ ਸਕਦੀਆਂ ਹਨਾ क्वेश्चन आप इस फॉर्म से देखते हैं एक देखो at every point on the following equipotential surface V is equal to 900 volt एंड अपने को किया आ हैगा Q1 ते आ हैगा Q2 ते सरफेस अपना ए आ ये 3 डायमेंशनल सोचे हुए आ 900 वोल्ट वाला एक इक्विपोटेंशियल सरफेस है फाइंड करना है अपना separation between charges बस ये लास्ट क्वेश्चन है इनू आप एक बार डिस्कस कर ली थोड़ा हुण मेरी गल नूं ध्यान नाल सुनो पहला तो दिमाग च बच्चों के कईयां दे यही आ जाना कि सर इक्विपोटेंशियल सरफेस आपस में इंटरसेक्ट किवें कर रहे हैं तुसीं तां कैसे कर नहीं सकते मैं ये कहा सी कि दो डिफरेंट सरफेसिस इंटरसेक्ट नहीं कर सकते ये तो 900 वोल्ट वाले ही है ना सारा तो ये तो इंटरसेक्ट कर सकते हैं तो इनू 3 डायमेंशनली सोचो ये बिल्कुल जिवें बैलून नहीं हुंदा इस तरह बैलून जिहा जिवें समझ लो आ रही मेरी गल समझ Yes, यस sir. सर Yes, sir. ਤੇ ਇਹਦੇ ਹਰ ਪੁਆਇੰਟ ਤੇ ਜਿਹੜਾ ਇਲੈਕਟ੍ਰਿਕ ਫੀਲਡ ਹੋਏਗਾ ਹਰ ਜਗ੍ਹਾ ਤੇ ਇਹਦੇ ਇਲੈਕਟ੍ਰਿਕ ਫੀਲਡ ਦੀ ਜਿਹੜੀ ਵੈਲਿਊ ਹੋਏਗੀ ਕੀ ਹੋਏਗੀ ਪਰਪੈਂਡੀਕੂਲਰ ਹੋਏਗੀ ਹਨਾ Yes, sir. ਤੇ ਇਸ ਜਗ੍ਹਾ ਤੇ ਐ ਸੋਚ ਸਕਦੇ ਆਪਾਂ ਹੁਣ ਗੱਲ ਇਹ ਹੈ ਕਿ ਆਪਾਂ ਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਦਾ ਪਤਾ ਕਰੋ ਡਿਸਟੈਂਸ ਬਿਟਵੀਨ ਦਾ ਚਾਰजेस ਸੈਪਰੇਸ਼ਨ ਉਹਦੇ ਲਈ ਆਪਾਂ ਮੰਨ ਲੈਂਦੇ ਹਾਂ ਕਿ ਆਹ ਡਿਸਟੈਂਸ r1 ਹੈ ਤੇ ਆਹ ਵਾਲਾ ਡਿਸਟੈਂਸ r2 ਹੈ ਠੀਕ ਹੈ ਗੱਲ Yes, sir. ਹੁਣ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਨੂੰ ਇਕੁਇਪੋਟੈਂਸ਼ੀਅਲ ਸਰਫੇਸਿਸ ਬਾਰੇ ਪਤਾ ਹੋਣੀ ਚਾਹੀਦੀ ਹੈ ਤੁਸੀਂ ਸੋਚ ਕੇ ਦੇਖੋ ਕਿ ਜੇ ਮੈਨੂੰ ਕੋਈ ਬੰਦਾ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਡਰਾ ਕਰਨ ਨੂੰ ਕਹੇ ਤਾਂ ਮੈਂ ਡਰਾ ਕਿਵੇਂ ਕਰੂੰਗਾ ਜੇ ਆਹ ਸਰਫੇਸ ਦੇ ਹਿਸਾਬ ਨਾਲ ਸੋਚੂਗਾ ਤਾਂ ਇਹ ਇਧਰ ਨੂੰ ਹੋਣਾ ਚਾਹੀਦਾ ਇਲੈਕਟ੍ਰਿਕ ਫੀਲਡ ਨਹੀਂ ਇਹਦੇ ਪਰਪੈਂਡੀਕੂਲਰ ਤੇ ਜੇ ਆਹ ਸਰਫੇਸ ਦੇ ਹਿਸਾਬ ਨਾਲ ਸੋਚੂਗਾ ਇਧਰ ਨੂੰ ਹੋਣਾ ਚਾਹੀਦਾ ਨਾ Yes, sir. Yes, sir. ਤੇ ਉਹ ਹੋ ਨਹੀਂ ਸਕਦਾ ਪਰ ਇਹ ਸਰਫੇਸ ਇੰਟਰਸੈਕਟ ਕਰ ਰਹੇ ਨੇ ਕਿਉਂਕਿ ਇਹ ਸੇਮ ਵੋਲਟੇਜ ਹੈ ਸੋ ਜਿੱਥੇ ਵੀ ਇਕੁਇਪੋਟੈਂਸ਼ੀਅਲ ਸਰਫੇਸ ਸੇਮ ਸਰਫੇਸ ਇੰਟਰਸੈਕਟ ਕਰਦਾ ਹੈ ਉੱਥੇ ਬੇਸਿਕਲੀ ਇਲੈਕਟ੍ਰਿਕ ਫੀਲਡ ਜ਼ੀਰੋ ਹੁੰਦਾ ਹੈ ਇਹ ਯਾਦ ਰੱਖਿਓ ਇਹ ਨਲ ਪੁਆਇੰਟ ਹੁੰਦਾ ਹੈ ਤੇ ਤੁਹਾਨੂੰ ਪਤਾ ਕਿ ਆਹ ਪੋਜ਼ਿਟਿਵ ਚਾਰਜ ਹੈ ਤੇ ਆ ਵੀ ਪੋਜ਼ਿਟਿਵ ਚਾਰਜ ਦੇ ਵਿਚਕਾਰ ਆਏਗਾ ਨਾ ਪੁਆਇੰਟ ਜਿੱਥੇ ਇਲੈਕਟ੍ਰਿਕ ਫੀਲਡ ਜ਼ੀਰੋ ਹੋਏਗਾ यस सर ਤਾਂ ਜਿੱਥੇ ਇਲੈਕਟ੍ਰਿਕ ਫੀਲਡ ਜ਼ੀਰੋ ਹੋਏਗਾ ਇੱਥੇ ਆਹ ਵਾਲਾ ਪੁਆਇੰਟ ਦੇ ਉੱਪਰ ਇਕੁਇਪੋਟੈਂਸ਼ੀਅਲ ਸਰਫੇਸ ਇਸ ਤਰ੍ਹਾਂ ਦੇ ਉਹ ਡੰਬਲ ਜੀ ਸ਼ੇਪ ਬਣਾ ਰਹੇ ਨੇ ਠੀਕ ਹੈ ਤੇ ਆ E ਨੂੰ ਇਸ ਜਗ੍ਹਾ ਤੇ ਜ਼ੀਰੋ ਆਪਾਂ ਮੰਨ ਲਾਂਗੇ ਸੋ ਐਟ ਦਿਸ ਨਲ ਪੁਆਇੰਟ ਮੰਨ ਲਓ ਇਹ ਹੈਗਾ ਤੇ ਆ r1 ਇਧਰੋਂ r2 ਇਧਰੋਂ ਹੈ ਤੇ ਤੁਸੀਂ ਕਹਿ ਸਕਦੇ ਹੋ ਜੇ ਆ ਨਲ ਪੁਆਇੰਟ ਹੈ that kq1 by r1 square ਜਿਹੜਾ ਆ ਉਹ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ Q2 by R. है ना इन मैग्नीट्यूड बराबर होना चाहिए ना मैग्नीट्यूड अलग होएंगे पर मैग्नीट्यूड बराबर होना चाहिए एक ਤਾਂ ਗੱਲ ਹੋਗੀ ਇਹਨੂੰ ਸੋਲਵ ਕਰਕੇ ਤੁਸੀਂ r1 ਤੇ r2 ਦਾ ਸਮ ਨਹੀਂ ਪਤਾ ਕਰ ਸਕਦੇ ਕਦੀ ਵੀ ਕਿਉਂਕਿ ਤੁਹਾਨੂੰ ਚਾਹੀਦਾ ਇੱਥੇ ਹੈ r1 r2 ਹੈ ਨਾ ਤੁਹਾਨੂੰ ਇੱਕ ਹੋਰ ਚੀਜ਼ ਪਤਾ ਹੋਣੀ ਚਾਹੀਦੀ ਹੈ ਉਹ ਚੀਜ਼ ਇਹ ਹੈ ਆ q1 ਦੇ ਕਰਕੇ ਇਸ ਜਗ੍ਹਾ ਤੇ ਜਿਹੜਾ ਪੋਟੈਂਸ਼ੀਅਲ ਹੋਏਗਾ प्लस Q2 ਦੇ ਕਰਕੇ ਜਿਹੜਾ ਹੋਏਗਾ ਉਹ ਬਰਾਬਰ ਕਰਕੇ ਕਿੰਨਾ ਆਏਗਾ 900 ਵੋਲਟ ਇਹਨਾਂ ਨੂੰ ਸੋਲਵ ਕਰਕੇ ਹੁਣ ਤੁਸੀਂ ਪਤਾ ਕਰ ਸਕਦੇ ਹੋ ਕਿ R1 R2 ਤੁਹਾਡਾ ਕਿੰਨਾ ਆਇਆ 9 ਸੈਂਟੀਮੀਟਰ ਆਇਆ ਇਹਨੂੰ ਚੈੱਕ ਕਰ ਲਿਓ ਬਾਅਦ ਚ ਮੈਂ ਸਿਰਫ ਤੁਹਾਨੂੰ ਇਹ ਗੱਲ ਸਮਝਾ ਰਿਹਾ ਸੀ ਕਿ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਧਿਆਨ ਰੱਖਣਾ ਹੈ ਹਮੇਸ਼ਾ ਕਿ ਕਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਦੇ ਕੇਸਿਸ ਨੂੰ ਡੀਲ ਕਰਦਾ ਇਕੁਇਪੋਟੈਂਸ਼ੀਅਲ ਸਰਫੇਸਿਸ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਹੁਣ ਜਿਹੜੀ ਗੱਲ ਤੁਹਾਡੀ ਸੈਲਫ એનર્ਜੀ ਦਾ ਕਨਸੈਪਟ ਇੱਕ ਛੋਟਾ ਜਿਹਾ ਕਨਸੈਪਟ ਹੈ ਬਸ ਉਹ ਰਹਿ ਗਿਆ ਉਹ ਆਖਰੀ ਹੈ ਸੈਲਫ એનર્ਜੀ ਕਿਉਂਕਿ ਤੁਹਾਡੇ ਨਾਲ ਬਾਕੀ ਸਾਰੀ ਚੀਜ਼ਾਂ ਮੈਂ ਡਿਸਕਸ ਕਰ ਲਈਆਂ ਨੇ ਉਹਨੂੰ ਲੱਗਣੇ ਵੱਧ ਤੋਂ ਵੱਧ 15 ਜਾਂ 20 ਮਿੰਟ ਲੱਗਣੇ ਆ ਠੀਕ ਹੈ ਉਹ ਆਪਾਂ ਇਹ ਕਰਦੇ ਆ ਆਪਾਂ ਅਗਲੀ ਜਿਹੜੀ ਕਲਾਸ ਹੋਏਗੀ ਆਪਣੀ ਪਰਸੋਂ ਹੋਏਗੀ ਨਾ ਸ਼ਨੀਵਾਰ ਨੂੰ Yes. ਸ਼ਨੀਵਾਰ ਤੱਕ ਤੁਸੀਂ ਇੱਕ ਤਾਂ ਪ੍ਰੈਕਟਿਸ ਸ਼ੀਟ ਆਪਣੀ 6ਵੀਂ ਤੇ 7ਵੀਂ ਤਿਆਰ ਰੱਖੋ ਉਹਦੀ ਜੋ ਪ੍ਰੋਬਲਮਸ ਨੇ ਗਰੁੱਪ ਜਿਹੜੇ ਬਣਾਏ ਹੋਏ ਨੇ ਤੁਹਾਡੇ ਗਰੁੱਪ ਇਸ ਲਈ ਬਣਾਏ ਨੇ ਗਰੁੱਪਸ ਦੇ ਵਿੱਚ ਸ਼ੇਅਰ ਕਰਕੇ ਇੱਕ ਦੂਜੇ ਦੀ ਹੈਲਪ ਲਵੋ ਠੀਕ ਹੈ ਜਿਹੜਾ ਸੋਲੂਸ਼ਨ